ਡੈਥ ਹੋਈ ਹੈ? नहीं नहीं मम्मी अंगेजमेंट करन तो बाद उन्हां दी डेथ हुई है जी। मैरिज टाइम नहीं सी अंगेजमेंट। ਓ ਮਾਈ ਗॉड, ਅੰਗੇਜਮੈਂਟ ਤੇ ਵੇਲੇ ਸੀਗੇ ਪਰ ਬੱਚੇ ਦੇ ਸਿਰ ਤੇ ਪਾਣੀ ਨਹੀਂ ਬਾਰ ਸਕੇ। हाँ जी मैरिज टाइम है जी। ਸੋ ਸ਼ਾਦੀ 2021 ਵਿੱਚ ਹੋਈ ਹੈ। ਇਹ ਲੜਕੀ ਕਦੋਂ ਆਈ ਕੈਨੇਡਾ ਵਿੱਚ? 23 ਅਪ੍ਰੈਲ 22 ਦੇ ਵਿੱਚ ਹੁਣ ਆ ਵਾਲੇ ਈਅਰ 23 ਅਪ੍ਰੈਲ ਨੂੰ ਆਈ ਹੈ ਜੀ। 23 ਅਪ੍ਰੈਲ ਨੂੰ ਇਸ ਸਾਲ ਚ ਆਈ ਹੈ ਇਹ। हाँ जी हाँ जी ਇਹ ਤਸਵੀਰ ਜਿਹੜੀ ਹੈ ਕਲੀਅਰ ਲਾ ਲਓ ਕਿਉਂਕਿ ਮਰਡਰ ਦਾ ਕੇਸ ਹੈ ਔਰ ਪੁਲਿਸ ਨੂੰ ਇਨਫਾਰਮ ਕਰ ਚੁੱਕੀ हाँ ਹੈ। ਇਹ ਜ਼ਿੰਮੇਵਾਰ ਲੜਕੀ, 23 ਅਪ੍ਰੈਲ। ਇਹ ਦੋਸ਼ ਲਾਏ ਜਾ ਰਹੇ ਨੇ ਕਿ ਇਸ ਕੁੜੀ ਕਰਕੇ ਮੌਤ ਹੋਈ ਹੈ। ਤੁਸੀਂ ਦੋਸ਼ ਲਾ ਰਹੇ ਹੋ ਕਿ ਤੁਹਾਡੇ ਭਰਾ ਦੀ ਮੌਤ ਦਾ ਕਾਰਨ ਇਹ ਤੁਹਾਡੀ ਭਰਜਾਈ ਹੈ। ਤਾਂ ਅਸੀਂ ਪੁਲਿਸ ਨੂੰ ਇਨਫਾਰਮ ਕਰਿਆ ਜੀ 1.5-2 ਘੰਟੇ ਬਾਅਦ ਕਰਿਆ ਜੀ। ਨਹੀਂ, ਜਦੋਂ ਤੁਸੀਂ ਘਰੋਂ ਲੈ ਕੇ ਆਏ ਆ ਉਸ ਵੇਲੇ ਪੁਲਿਸ ਨੂੰ ਫੋਨ ਨਹੀਂ ਕੀਤਾ ਕਿ ਇਸ ਤਰ੍ਹਾਂ ਅਸੀਂ ਨਹੀਂ ਮਤਲਬ ਸਰ ਇੱਥੇ ਕੋਈ ਮਤਲਬ ਹੈ ਨਹੀਂ ਸੀ ਨਾ ਉਦੋਂ ਕੋਈ ਸਿਆਣਾ ਬੰਦਾ ਜੀ ਘਰ ਦੇ ਵਿੱਚ। ਨਹੀਂ, ਤੁਸੀਂ 24-25 ਸਾਲ ਦੇ ਹੋ, ਤੁਹਾਡੇ ਨਾਲ ਹੋਰ ਦੋ ਤਾਂ ਮੁੰਡੇ ਸੀ। ਤੁਸੀਂ ਜਦੋਂ ਪੁਲਿਸ ਸਟੇਸ਼ਨ ਗਏ, ਆਪਣੇ ਗਏ ਡਾਕਟਰ ਦੇ ਕੋਲ ਗਏ ਹੋ, ਡਾਕਟਰ ਨੇ ਫੋਨ ਕੀਤਾ ਇਲਾਜ ਕਰਨ ਤੋਂ ਪਹਿਲਾਂ? ਨਹੀਂ ਸਰ ਉਹਨਾਂ ਨੇ ਵੀ ਨਹੀਂ ਕਰਿਆ ਹੈਗਾ ਜੀ। ਇਹ ਕਿਵੇਂ ਹੋ ਸਕਦਾ ਹੈ? ਇਹ ਕਿਵੇਂ ਡਾਕਟਰ ਇੱਕ ਕਲੀਨਿਕ, ਲੇਕਿਨ ਵੱਡਾ ਹਸਪਤਾਲ ਨਹੀਂ, ਇੱਕ ਕਲੀਨਿਕ ਸੀਗਾ ਛੋਟਾ ਸਰ, ਉੱਥੇ ਗਏ ਡਾਕਟਰ ਸੀਗੇ। ਕਦੇ ਵੀ ਕਿਸ ਤਰ੍ਹਾਂ ਇਹੋ ਜਿਹੇ ਹਾਲਾਤਾਂ ਵਿੱਚ ਤੁਹਾਡਾ ਉਹ ਇਲਾਜ ਨਹੀਂ ਕਰ ਸਕਦਾ? ਡਾਕਟਰ ਜਦ ਪਤਾ ਕਿ ਹੈ ਕੀਤਾ ਹੋਇਆ, ਡਾਕਟਰ ਕਿਵੇਂ ਪੁਲਿਸ ਤੋਂ ਗੈਰ ਹਾਜ਼ਰੀ ਜਿਹੜੀ ਆ ਪੁਲਿਸ ਦੀ ਉਹ ਤੋਂ ਬਗੈਰ ਜਿਹੜੀ ਟ੍ਰੀਟਮੈਂਟ ਆ? ਅਸੀਂ ਪੁਲਿਸ ਨੂੰ ਇਨਫਾਰਮ ਕਰਿਆ ਜੀ 1.5-2 ਘੰਟੇ ਬਾਅਦ ਕਰਿਆ ਜੀ। ਨਹੀਂ, ਜਦੋਂ ਤੁਸੀਂ ਘਰੋਂ ਲੈ ਕੇ ਆਏ ਆ ਉਸ ਵੇਲੇ ਪੁਲਿਸ ਨੂੰ ਫੋਨ ਨਹੀਂ ਕੀਤਾ ਕਿ ਇਸ ਤਰ੍ਹਾਂ ਅਸੀਂ ਨਹੀਂ ਮਤਲਬ ਸਰ ਇੱਥੇ ਕੋਈ ਮਤਲਬ ਹੈ ਨਹੀਂ ਸੀ ਨਾ ਉਦੋਂ ਕੋਈ ਸਿਆਣਾ ਬੰਦਾ ਜੀ ਘਰ ਦੇ ਵਿੱਚ। ਨਹੀਂ, ਤੁਸੀਂ 24-25 ਸਾਲ ਦੇ ਹੋ, ਤੁਹਾਡੇ ਨਾਲ ਹੋਰ ਦੋ ਤਾਂ ਮੁੰਡੇ ਸੀ। ਤੁਸੀਂ ਜਦੋਂ ਪੁਲਿਸ ਸਟੇਸ਼ਨ ਗਏ, ਆਪਣੇ ਗਏ ਡਾਕਟਰ ਦੇ ਕੋਲ ਗਏ ਹੋ, ਡਾਕਟਰ ਨੇ ਫੋਨ ਕੀਤਾ ਇਲਾਜ ਕਰਨ ਤੋਂ ਪਹਿਲਾਂ? ਨਹੀਂ ਸਰ ਉਹਨਾਂ ਨੇ ਵੀ ਨਹੀਂ ਕਰਿਆ ਹੈਗਾ ਜੀ। ਇਹ ਕਿਵੇਂ ਹੋ ਸਕਦਾ ਹੈ? ਇਹ ਕਿਵੇਂ ਡਾਕਟਰ ਇੱਕ ਕਲੀਨਿਕ, ਲੇਕਿਨ ਵੱਡਾ ਹਸਪਤਾਲ ਨਹੀਂ, ਇੱਕ ਕਲੀਨਿਕ ਸੀਗਾ ਛੋਟਾ ਸਰ, ਉੱਥੇ ਗਏ ਡਾਕਟਰ ਸੀਗੇ। ਕਦੇ ਵੀ ਕਿਸ ਤਰ੍ਹਾਂ ਇਹੋ ਜਿਹੇ ਹਾਲਾਤਾਂ ਵਿੱਚ ਤੁਹਾਡਾ ਉਹ ਇਲਾਜ ਨਹੀਂ ਕਰ ਸਕਦਾ? ਡਾਕਟਰ ਜਦ ਪਤਾ ਕਿ ਹੈ ਕੀਤਾ ਹੋਇਆ, ਡਾਕਟਰ ਕਿਵੇਂ ਪੁਲਿਸ ਤੋਂ ਗੈਰ ਹਾਜ਼ਰੀ ਜਿਹੜੀ ਆ ਪੁਲਿਸ ਦੀ ਉਹ ਤੋਂ ਬਗੈਰ ਜਿਹੜੀ ਟ੍ਰੀਟਮੈਂਟ? ਆਖਰੀ ਦਿਨ ਜਿਹੜੀ ਗੱਲਬਾਤ ਹੋਈ ਹੈ ਉਹ ਲੜਾਈ ਇੰਨੀ ਵੱਧ ਗਈ ਕਿ ਉਹਨੂੰ ਸੁਸਾਈਡ ਕਰਨਾ ਪਿਆ। ਕਿਹੜੀ ਐਸੀ ਗੱਲ ਹੈ ਤੁਹਾਡੇ ਕੋਲ ਗਲਤੀ ਹੋਈ ਹੈ? ਸਰ ਮੇਰੀ ਕੋਈ ਗਲਤੀ ਨਹੀਂ, ਨਾ ਮੈਂ ਕੁਛ ਕਿਹਾ ਤੇ ਨਾ ਹੀ ਸਾਡੀ ਲੜਾਈ ਹੋਈ। ਸਿਮਰਨ ਇਹ ਨਹੀਂ ਕਹਿ ਰਹੇ ਕਿ ਤੁਹਾਡੇ ਕਰਕੇ ਡੈਥ ਹੋਈ ਹੈ ਉਹਨਾਂ ਦੀ। ਸਾਫ਼ ਮੈਂ ਤੁਹਾਨੂੰ ਗੱਲ ਦੱਸਦਾ, ਤੁਹਾਡੇ ਪਤੀ ਦੀ ਡੈਥ ਹੋਈ ਆ, ਸਾਰਿਆਂ ਨੂੰ ਦੁੱਖ ਆ, ਉਹਦੇ ਘਰਦਿਆਂ ਨੂੰ, ਤੁਹਾਨੂੰ ਵੀ ਦੁੱਖ ਆ, ਸਾਨੂੰ ਵੀ ਸੁਣ ਕੇ ਬਹੁਤ ਦੁੱਖ ਲੱਗਿਆ ਨਾ। ਤੁਹਾਡੀ ਮੁੰਡੇ ਦੀ ਭੈਣ ਦੇ ਨਾਲ ਬਹੁਤ ਘੱਟ ਗੱਲ ਹੁੰਦੀ, ਤੁਹਾਡੀ ਨਨਾਣ ਦੇ ਨਾਲ, ਹਨਾ। ਜਾਣਨਾ ਇਹ ਚਾਹ ਰਹੇ ਆ ਕਿ ਤੁਹਾਨੂੰ ਕੋਈ ਆਈਡੀਆ ਹੈ ਕਿ ਤੁਹਾਡਾ ਘਰ ਵਾਲਾ ਕਿਉਂ ਸਟ੍ਰੈਸ ਦੇ ਵਿੱਚ ਰਹਿੰਦਾ ਸੀ, ਜਾਂ ਤੁਹਾਨੂੰ ਕੀ ਲੱਗਦਾ ਕਿ ਕਾਹਤੋਂ ਉਹਨੇ ਇਦਾਂ ਕਰ ਲਿਆ ਹੋਣਾ? ਤੇ ਬਾਕੀ ਜਿਹੜੀ ਆਈਫੋਨ 13 ਵਾਲੀ ਗੱਲ ਆ ਉਹਦੇ ਬਾਰੇ ਤੁਸੀਂ ਕੀ? ਪਤਾ ਉਹ ਚੀਜ਼ ਦੀ ਜਾ ਰਹੀ ਹੈ। ਨਹੀਂ, ਵੀਡੀਓ ਦੇ ਵਿੱਚ ਕਿਵੇਂ ਆ ਗਿਆ ਕਿ ਮੈਂ ਹੱਥ ਕੱਟਣ ਲੱਗੀ ਆਪਣਾ, ਜੇ ਮੈਂ ਨਹੀਂ ਫੋਨ ਲੈ ਕੇ ਦੇਣਾ? ਪਰ ਫੋਨ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ ਹੈਗੀ। ਫੋਨ ਜਿਹੜੀ ਇਹ ਗੱਲ ਕਹਿ ਰਹੇ ਆ ਨਾ, ਫੋਨ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ। ਫੋਨ ਦਾ ਤਾਂ ਉਹਨਾਂ ਨੇ ਮੈਨੂੰ ਖੁਦ ਕਿਹਾ, ਕਹਿੰਦੇ ਤੂੰ ਫੋਨ ਲੈ ਜਾ ਕੇ। ਓਕੇ, ਐਨੀਵੇ 13 ਪ੍ਰੋ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ। ਓਕੇ, ਮੈਂ ਸਮਝ ਗਿਆ ਗੱਲ ਕਿਹੜੀ ਹੋਈ ਹੈ ਜਿਸ ਕਰਕੇ ਉਹਨੇ ਗੁੱਸੇ ਵਿੱਚ ਆਣ ਕੇ ਆਖਰੀ ਬੋਲ ਕੀ ਬੋਲੇ ਜਦੋਂ ਉਹਨੇ ਹੈਂਗ ਕੀਤਾ? ਉਹਨੇ ਕਹਿਤਾ ਕਿ ਤੂੰ ਕਹਿੰਦਾ ਮੈਂ ਮਰ ਲੱਗੀ ਆ, ਉਹ ਕਹਿੰਦਾ ਮੈਂ ਮਰ ਲੱਗਾ, ਸੁਸਾਈਡ ਕਰਨ ਲੱਗਾ। ਜੇ ਸੁਸਾਈਡ ਕਰਨ ਲੱਗਾ ਤਾਂ ਤੁਸੀਂ ਦੇਖਿਆ ਸੀਗਾ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਸਾਹਿਬ। ਜਸਪ੍ਰੀਤ ਜੀ, ਬੜਾ ਦੁੱਖ ਹੈ ਔਰ ਪੂਰੇ ਸਮਾਜ ਦੇ ਵੱਲੋਂ ਅਸੀਂ ਤੁਹਾਡੇ ਪਰਿਵਾਰ ਦੇ ਵਿਹੜੇ ਦੇ ਵਿੱਚ ਜੋ ਇਸ ਵੇਲੇ ਮਾਤਮ ਛਾਇਆ ਹੋਇਆ ਤੁਹਾਡੇ ਪਿੰਡ ਦੇ ਵਿੱਚ, ਤੁਹਾਡੇ ਇਲਾਕੇ ਦੇ ਵਿੱਚ, ਸਾਨੂੰ ਬੜਾ ਦੁੱਖ ਹੈ। ਅਸੀਂ ਕੈਨੇਡਾ ਤੋਂ ਗੱਲ ਕਰ ਰਹੇ ਹਾਂ। ਕੈਨੇਡਾ ਤੇ ਪੰਜਾਬ ਦੇ ਨਾਲ ਰਿਲੇਟਡ ਸਟੋਰੀ, ਤੁਹਾਡੇ ਇਸ ਵਿਹੜੇ ਨਾਲ ਜੁੜੀ ਹੋਈ ਦੁੱਖ ਭਰੀ ਸਟੋਰੀ ਨੂੰ ਅਸੀਂ ਸਾਂਝਾ ਕਰਨਾ ਜਾ ਰਹੇ ਹਾਂ। ਇਹ ਸਾਡੇ ਲੋਕ, ਇਹ ਜ਼ਾਲਮ ਲੋਕ ਜਿਹੜੇ ਨੇ ਜ਼ੁਲਮ ਕਿਉਂ ਕਰ ਰਹੀਆਂ ਨੇ, ਇਹ ਲੜਕੀਆਂ ਅਤੇ ਇਹ ਪਰਿਵਾਰ ਜਿਹੜੇ ਜ਼ਾਲਮ ਨੇ, ਇਹ ਕਿਉਂ ਜ਼ੁਲਮ ਕਰਦੇ ਨੇ, ਤਬਾਹ ਕਰਦੇ ਨੇ? ਇੱਕ ਤਾਂ ਪੈਸੇ ਦੀ ਬਰਬਾਦੀ ਕਰਦੇ ਨੇ, ਦੂਜੇ ਪਰਿਵਾਰ ਦੇ ਨੌਜਵਾਨ ਮੁੰਡੇ ਦੀ ਮੌਤ ਦਾ ਕਾਰਨ ਵੀ ਇਹ ਖੁਦ ਜ਼ਿੰਮੇਵਾਰ ਨੇ। ਜਸਪ੍ਰੀਤ, ਤੁਸੀਂ ਕਿੰਨੀ ਉਮਰ ਦੇ ਹੋ? ਸਰ 24 ਆ ਜੀ। 24 ਸਾਲ ਦੇ ਹੋ। 24 ਸਾਲ। ਆਪ ਜੀ ਪੜ੍ਹਾਈ ਕਰਦੇ ਹੋ ਜਾਂ ਫਿਰ ਤੁਸੀਂ ਕੋਈ ਨੌਕਰੀ ਕਰਦੇ ਹੋ? ਸਰ ਪੜ੍ਹਾਈ ਕਰਦੇ ਸੀਗੇ ਜੀ ਤੇ ਜੌਬ ਕਰ ਰਹੇ ਸੀ। ਤੁਸੀਂ ਜੌਬ ਕਰਦੇ ਸੀ? ਜੀ ਸਰ। ਤੁਹਾਡਾ ਡਿਸਟ੍ਰਿਕਟ ਕਿਹੜਾ ਹੈ? ਡਿਸਟ੍ਰਿਕਟ ਲੁਧਿਆਣਾ ਜੀ। ਪਿੰਡ ਕਿਹੜਾ ਤੁਹਾਡਾ? ਪਿੰਡ ਗੋਸਲਾ ਜੀ, ਤਹਿਸੀਲ ਸਮਰਾਲਾ ਜੀ। ਗੋਸਲਾ ਪਿੰਡ ਹੈ ਜੀ ਸਰ। ਸਮਰਾਲਾ ਤਹਿਸੀਲ ਹੈ? ਜੀ ਸਰ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ ਜੀ।
ਜਿਸ ਬੱਚੇ ਨੇ ਸੁਸਾਈਡ ਕੀਤਾ ਉਹਦਾ ਨਾਮ ਕੀ ਹੈ? ਉਹਦਾ ਨਾਮ ਗਗਨਦੀਪ ਸਿੰਘ ਹੈ ਜੀ। ਗਗਨਦੀਪ ਦੀ ਕਿੰਨੀ ਉਮਰ ਸੀ? ਉਹਦੀ 22 ਸਾਲ ਸੀ ਜੀ। ਲੜਕੀ ਦੀ ਕਿੰਨੀ ਉਮਰ ਸੀ ਜਿਸ ਨੇ ਆਇਲਟ ਕੀਤੀ ਅਤੇ ਜਿਹਨੂੰ ਭੇਜਿਆ? ਉਹਦੀ 19 ਸਾਲ ਸੀ ਸਰ। 19 ਸਾਲ। ਇਹਨਾਂ ਦੀ ਸ਼ਾਦੀ ਕਦੋਂ ਹੋਈ ਸੀ? ਸ਼ਾਦੀ ਸਰ 2021 ਚ ਹੋਈ ਸੀ, 5 ਸਤੰਬਰ ਨੂੰ ਜੀ। 5 ਸਤੰਬਰ ਨੂੰ 2021 ਵਿੱਚ ਹੋਈ ਹੈ। ਗਗਨਦੀਪ ਜਿਹੜਾ ਲੜਕਾ ਹੈ ਇਹਦੇ ਫਾਦਰ ਦਾ ਨਾਮ ਕੀ ਹੈ? ਮਾਸਟਰ ਸੋਹਣ ਸਿੰਘ ਹੈ ਜੀ। ਇਹ ਠੀਕ ਠਾਕ ਨੇ ਸਿਹਤ ਨਾਲ ਜੀ? ਇਹ ਸਰ ਥੋੜਾ ਡਿਪਰੈਸ਼ਨ ਚ ਨੇ ਸਰ। ਮਾਤਾ ਜੀ ਦਾ ਨਾਮ ਕੀ ਹੈ? ਮਾਤਾ ਜੀ ਦਾ ਨਾਮ ਹੈ ਜੀ ਰਜਿੰਦਰ ਕੌਰ ਜੀ। ਤੁਹਾਡੇ ਪਿੱਛੇ ਆਵਾਜ਼ ਆ ਰਹੀ ਹੈ, ਇਹ ਲੜਕੀ ਦੀ ਆਵਾਜ਼ ਕੌਣ ਹੈ? ਇੱਕ ਭੈਣ ਆਈ ਇਹਨਾਂ ਦੀ ਗਗਨ ਤੇ ਗਗਨ ਦੀ ਭੈਣ ਹੈ, ਕਿੰਨੀ ਉਮਰ ਦੀ ਆ? ਇਹਨਾਂ ਦੀ ਉਮਰ ਵੀ 24 ਸਾਲ ਹੈ ਜੀ। ਇਹ ਵੱਡੀ ਹੈ ਭਰਾ ਤੋਂ? ਜੀ ਸਰ, ਭਰਾ ਤੋਂ ਵੱਡੀ ਹੈ। ਸੋ ਆਪਣਾ ਇਹ ਦੁੱਖ ਦੱਸੇਗੀ, ਆਪਣੇ ਪਰਿਵਾਰ ਦਾ ਦੁੱਖ। ਜੇ ਮੈਂ ਉਹਨਾਂ ਨਾਲ ਗੱਲ ਕਰਾਂ, ਤੁਸੀਂ ਸਹਿਮਤ ਹੋ? ਜੀ ਸਰ, ਸਹਿਮਤ ਨਹੀਂ ਕਰ ਸਕਦੇ ਹਾਂ ਜੀ, ਗੱਲ ਕਰੋ ਮੇਰੀ। ਹੈਲੋ ਬੇਟਾ, ਬੜਾ ਦੁੱਖ ਹੈ, ਹੈਲੋ। ਬਹੁਤ ਜ਼ਿਆਦਾ ਦੁੱਖ ਹੈ ਸਤਿ ਸ਼੍ਰੀ ਅਕਾਲ ਔਰ ਜੀ। ਅਸੀਂ ਅਫਸੋਸ ਪ੍ਰਗਟ ਕਰਦੇ ਹਾਂ ਸਮੁੱਚੇ ਸਮਾਜ ਦੇ ਵੱਲੋਂ। ਕੋਈ ਇੱਕ ਐਸੀ ਕਲੈਣੀ ਤੁਸੀਂ ਵਿਆਹ ਕੇ ਲਿਆਏ ਜਿਹਨੇ ਤੁਹਾਡਾ ਘਰ ਬਰਬਾਦ ਕਰ ਦਿੱਤਾ, ਆਰਥਿਕ ਪੱਖੋਂ ਵੀ, ਸਮਾਜਿਕ ਪੱਖੋਂ ਵੀ ਅਤੇ ਨਾਲ ਮਾਨਸਿਕ ਪੱਖੋਂ ਵੀ। ਜਿਹੜਾ ਸੰਤੁਲਨ ਤੁਸੀਂ ਗਵਾ ਬੈਠੇ ਹੋ ਇਸ ਕਲੈਣੀ ਕਰਕੇ। ਕੈਨੇਡਾ ਤੁਸੀਂ ਕੀ ਲੈਣਾ ਸੀ? ਕੈਨੇਡਾ ਨੇ ਤੁਹਾਡੀ ਬਰਬਾਦੀ ਕਰ ਦਿੱਤੀ ਆ। ਸੋ ਇਹ ਜ਼ਾਲਮ ਲੋਕ ਨੇ, ਜ਼ੁਲਮ ਕਰਦੇ ਨੇ। ਬੇਟਾ, ਤੁਹਾਡਾ ਨਾਮ ਕੀ ਹੈ? ਕਿਰਨਦੀਪ ਕੌਰ ਜੀ। ਕਰਨਦੀਪ, ਤੁਸੀਂ ਉੱਚੀ ਬੋਲੋਗੇ, ਮੈਨੂੰ ਪਤਾ ਹੈ ਦੁੱਖ ਹੈ, ਬੋਲ ਨਹੀਂ ਹੁੰਦਾ ਤੁਹਾਡੇ ਕੋਲੋਂ। ਕਰਨਦੀਪ ਕੌਰ, ਤੁਹਾਡੇ ਫਾਦਰ ਦਾ ਨਾਮ ਮਾਸਟਰ ਸੋਹਣ ਸਿੰਘ ਹੈ ਤੇ ਮਾਤਾ ਰਜਿੰਦਰ ਕੌਰ ਹੈ, ਠੀਕ ਹੈ? ਹਾਂਜੀ। ਕਿੰਨੇ ਭੈਣ ਭਰਾ ਸੀ ਤੁਸੀਂ? 2 ਹੀ ਭੈਣ ਭਰਾ ਸੀਗੇ ਜੀ, ਇੱਕ ਮੇਰਾ ਭਰਾ ਸੀ, ਇੱਕ ਮੈਂ। ਅੱਛਾ, ਤੁਸੀਂ ਵੱਡੇ ਸੀ ਆਪ ਜੀ? ਹਾਂਜੀ, ਮੈਂ ਵੱਡੀ ਸੀ। ਆਪ ਸ਼ਾਦੀशुदा हो ਕਰਨਦੀਪ? ਨਹੀਂ ਸਰ, ਮੈਂ ਅਨਮੈਰਿਡ ਹਾਂ। ਓਕੇ, ਤੁਸੀਂ ਕਿੰਨਾ ਪੜ੍ਹੇ ਹੋ? ਸਰ ਮੇਰੀ ਬੀਐਡ ਹੋਈ ਹੋਈ ਹੈ ਕੰਪਲੀਟ, ਐਮਏ ਦਾ ਲਾਸਟ ਸਮੈਸਟਰ ਸੀਗਾ, ਐਮਏ ਬੀਐਡ ਹੋ ਜਾਣੀ ਸੀ ਕੰਪਲੀਟ। ਮਿਸਟਰ ਸਿੱਧੂ, ਇਹਨਾਂ ਦੀ ਤਸਵੀਰ ਪਹੁੰਚੀ ਹੈ ਆਪਣੇ ਕਰਨਦੀਪ ਕੌਰ ਦੀ, ਆਪ ਜੀ ਦੇ ਕੋਲ ਪੋਸਟ ਕਰੋ ਜਲਦੀ, ਕਿਉਂਕਿ ਰਾਈਟ ਵੀ ਪੋਸਟ ਤਸਵੀਰ ਨੂੰ ਕਰ ਦਿਓ ਤਾਂ ਕਿ ਆਪਾਂ ਫਟਾਫਟ ਇਸ ਨੂੰ ਪ੍ਰੋਸੀਡ ਕਰ ਸਕੀਏ। ਸਰ ਤੁਹਾਡੇ ਕੋਲ ਫੋਟੋ ਆਈ ਨਹੀਂ ਜੀ? ਆਈ ਹੈ, ਬਟ ਅਸੀਂ ਸਿਸਟਮ ਮਿਲ ਚੁੱਕੀਆਂ ਜੀ, ਪਰਮਿਸ਼ਨ ਲਏ ਤੋਂ ਬਿਨਾ ਫਿਰ ਆਪਾਂ ਲਾ ਨਹੀਂ ਸਕਦੇ। ਬਸ ਅਸੀਂ ਤੁਹਾਡੇ ਤੋਂ ਆਗਿਆ ਲੈ ਰਹੇ ਹਾਂ ਇਸ ਨੂੰ ਟੈਲੀਕਾਸਟ ਤੇ ਬ੍ਰੌਡਕਾਸਟ ਕਰਨ ਦੀ ਪਬਲਿਕ ਵਿੱਚ। ਤਾਂ ਅਸੀਂ ਤੁਹਾਡਾ ਵਾਅਦਾ ਕਰਦੇ ਹਾਂ, ਇਸ ਲੜਕੀ ਨੇ ਜਿਹੜਾ ਤੁਹਾਡਾ ਧੋਖਾ ਦਿੱਤਾ, ਇੱਥੇ ਦੇ ਕਾਨੂੰਨ ਦੇ ਮੁਤਾਬਕ ਇਹ ਲੜਕੀ ਹੁਣ ਵਾਪਸ ਕੈਨੇਡਾ ਆਵੇਗੀ ਇੰਡੀਆ, ਤੇ ਇਹਦੇ ਉੱਪਰ ਮੁਕੱਦਮਾ ਵੀ ਚੱਲੇਗਾ 420 ਦਾ ਤੇ ਮਰਡਰ ਦੇ ਕੇਸ ਦਾ ਵੀ। ਤੁਸੀਂ ਪੁਲਿਸ ਨੂੰ ਰਿਪੋਰਟ ਕਰ ਚੁੱਕੇ ਹੋ? ਹਾਂਜੀ ਸਰ, ਬਹੁਤ ਬਿਆਨ ਹੋ ਚੁੱਕੇ ਆ ਮੇਰੇ। ਬਿਆਨ ਹੋ ਚੁੱਕੇ ਨੇ। ਸੋ ਇਹ ਲੜਕੀ ਜਿਹੜੀ ਆ, ਇਹਦਾ ਨਾਮ ਜਿਹੜਾ ਆ ਕੀ ਹੈ? ਲੜਕੀ ਦਾ ਨਾਮ ਸਿਮਰਨਜੀਤ ਕੌਰ ਹੈ ਜੀ। ਕੀ ਨਾਮ? ਸਿਮਰਨਜੀਤ ਕੌਰ ਸਰ। ਇੰਦਰਜੀਤ? ਸਿਮਰਨਜੀਤ ਜੀ। ਸਿਮਰਨਜੀਤ? ਸਿਮਰਨ, ਹਾਂਜੀ ਸਿਮਰਨਜੀਤ। ਤੁਸੀਂ ਸਪੀਕਰ ਲਾਇਆ ਹੋਇਆ ਫੋਨ ਦਾ, ਉਹ ਬੰਦ ਕਰੋ। ਨਹੀਂ ਸਰ, ਕੁਛ ਨਹੀਂ ਆਨ ਕੀਤਾ ਹੈ ਜੀ, ਵੈਸੇ ਰੇਂਜ ਦੀ ਪ੍ਰੋਬਲਮ ਹੈ ਥੋੜੀ, ਬਾਰਿਸ਼ ਕਰਕੇ। ਅੱਛਾ ਜੀ। ਸਿਮਰਨਜੀਤ ਕੌਰ ਇਹ 19 ਸਾਲ ਦੀ ਸੀ? ਹਾਂਜੀ ਸਰ, ਮਤਲਬ ਕਿ ਅਗਸਤ ਦੇ ਵਿੱਚ 21ਵਾਂ ਸਾਲ ਲੱਗ ਜਾਣਾ ਸੀਗਾ ਜੀ। ਇਹ ਕਿੱਥੋਂ ਦੀ ਹੈ, ਕਿਹੜੇ ਪਿੰਡ ਦੀ ਹੈ ਇਹ? ਸਰ ਇਹ ਚੋਮੋ ਦੀ ਹੈ ਜੀ, ਰਾੜਾ ਸਾਹਿਬ ਕੋਲ, ਪੈਲ ਦੇ ਕੋਲ। ਕਿਹੜਾ ਪਿੰਡ ਦਾ? ਚੋਮੋ ਆ ਜੀ, ਚੋਮੋ। ਚੋਮੋ? ਹਾਂਜੀ ਸਰ। ਚੋਮੋ। ਇਹਦੇ ਮਾਪੇ ਦਾ ਨਾਮ ਕੀ ਹੈ ਆਪਣੀ ਕਰਨ ਦੀ ਬੇਟਾ? ਇਹ ਮੰਮਾ ਦਾ ਨਾਮ ਹੈ ਜੀ ਪਰਮਜੀਤ ਕੌਰ। ਪਰਮਜੀਤ ਕੌਰ। ਪਿਤਾ ਦਾ ਨਾਮ ਕੀ ਹੈ? ਗੁਰਜੰਟ ਸਿੰਘ ਜੀ। ਗੁਰਜੰਟ। ਇਹ ਤੁਸੀਂ ਰਿਸ਼ਤਾ ਕਿਵੇਂ ਕੀਤਾ? ਕੌਣ, ਲਵ ਮੈਰਿਜ ਕੀਤੀ ਸੀ ਜਾਂ ਅਰੇਂਜ ਮੈਰਿਜ ਸੀਗੀ? ਸਰ ਅਰੇਂਜ ਮੈਰਿਜ ਸੀਗੀ ਜੀ। ਇਹ ਕੈਨੇਡਾ ਆਉਣ ਦੀ ਖਾਤਰ ਕੀਤਾ ਜਾਂ ਫਿਰ ਉਂਝ ਤੁਸੀਂ ਵਿਆਹ ਸ਼ਾਦੀ ਕਰਨਾ ਹੀ ਸੀ? ਨਹੀਂ ਸਰ, ਮਤਲਬ ਕਿ ਅਸੀਂ ਮੈਰਿਜ ਕਰਨੀ ਸੀਗੀ, ਮਤਲਬ ਜਦੋਂ ਇੰਗੇਜਮੈਂਟ ਹੋਈ ਸੀ ਮੇਰੇ ਮੰਮੀ ਉਸ ਟਾਈਮ ਹੈਗੇ ਸੀਗੇ। ਮੈਰਿਜ ਦੇ ਦੌਰਾਨ ਮਤਲਬ ਮੰਮਾ ਦੀ ਡੈਥ ਹੋ ਗਈ ਸੀ, ਉਹਨਾਂ ਨੇ ਹਾਰਟ ਦਾ ਆਪਰੇਸ਼ਨ ਹੋਇਆ ਸੀਗਾ ਜੀ। ਤੁਹਾਡੀ ਮੰਮੀ ਵਿਆਹ ਕਰਕੇ ਬੱਚੇ ਦਾ ਮਤਲਬ ਉਸ ਤੋਂ ਬਾਅਦ ਡੈਥ ਹੋਈ ਹੈ? ਨਹੀਂ, ਮੰਮੀ ਅੰਗੇਜਮੈਂਟ ਕਰਨ ਤੋਂ ਬਾਅਦ ਇਹਨਾਂ ਦੀ ਡੈਥ ਹੋਈ ਹੈ ਜੀ। ਮੈਰਿਜ ਟਾਈਮ ਨਹੀਂ ਸੀਗੀ, ਅੰਗੇਜਮੈਂਟ। ਓ ਮਾਈ ਗॉड, ਅੰਗੇਜਮੈਂਟ ਤੇ ਵੇਲੇ ਸੀਗੇ ਪਰ ਬੱਚੇ ਦੇ ਸਿਰ ਤੇ ਪਾਣੀ ਨਹੀਂ ਬਾਰ ਸਕੇ।
ਹਾਂਜੀ ਮੈਰਿਜ ਟਾਈਮ ਹੈ ਨਹੀਂ ਸੀਗੇ। ਸੋ ਸ਼ਾਦੀ 2021 ਵਿੱਚ ਹੋਈ ਹੈ। ਇਹ ਲੜਕੀ ਕਦੋਂ ਆਈ ਕੈਨੇਡਾ ਵਿੱਚ? 23 ਅਪ੍ਰੈਲ 22 ਦੇ ਵਿੱਚ ਹੁਣ ਆ ਵਾਲੇ ਈਅਰ 23 ਅਪ੍ਰੈਲ ਨੂੰ ਆਈ ਹੈ ਜੀ। 23 ਅਪ੍ਰੈਲ ਨੂੰ ਇਸ ਸਾਲ ਚ ਆਈ ਹੈ ਇਹ। ਹਾਂਜੀ ਹਾਂਜੀ ਇਹ ਤਸਵੀਰ ਜਿਹੜੀ ਹੈ ਕਲੀਅਰ ਲਾ ਲਓ ਕਿਉਂਕਿ ਮਰਡਰ ਦਾ ਕੇਸ ਹੈ ਔਰ ਇਹ ਪੁਲਿਸ ਨੂੰ ਇਨਫਾਰਮ ਕਰ ਚੁੱਕੇ ਹਾਂ ਹੈ। ਇਹ ਜ਼ਿੰਮੇਵਾਰ ਲੜਕੀ, 23 ਅਪ੍ਰੈਲ ਜੀ। ਇਹ ਦੋਸ਼ ਲਾਏ ਜਾ ਰਹੇ ਨੇ ਕਿ ਇਸ ਕੁੜੀ ਕਰਕੇ ਮੌਤ ਹੋਈ ਹੈ। ਤੁਸੀਂ ਦੋਸ਼ ਲਾ ਰਹੇ ਹੋ ਕਿ ਤੁਹਾਡੇ ਭਰਾ ਦੀ ਮੌਤ ਦਾ ਕਾਰਨ ਇਹ ਤੁਹਾਡੀ ਭਰਜਾਈ ਹੈ। ਸਰ ਦੋਸ਼ ਨਹੀਂ, ਮਤਲਬ ਅਸੀਂ ਏਦਾਂ ਸੀਗੇ ਜਦੋਂ ਨਾ ਮਤਲਬ ਮੈਨੂੰ ਮਤਲਬ ਕਦੇ ਵੀ ਜਦੋਂ ਵੀ ਮੇਰੀ ਭਾਬੀ ਨੂੰ ਗਏ ਨੂੰ ਇੱਥੇ 2.5 ਮਹੀਨੇ ਹੋ ਜਾਣੇ ਸਰ। 2.5 ਮਹੀਨੇ ਦੇ ਦੌਰਾਨ ਮੈਨੂੰ ਇੱਕ ਵਾਰ ਕਾਲ ਆਇਆ ਫੌਰਨ ਤੋਂ, ਜਿਸ ਦਿਨ ਉਹ ਪਹੁੰਚੇ ਨੇ ਉਸ ਤੋਂ ਬਾਅਦ ਮੈਨੂੰ ਕਦੇ ਕੋਈ ਫੋਨ ਨਹੀਂ ਆਇਆ। ਤੁਹਾਡੇ ਭਰਾ ਨੂੰ ਫੋਨ ਆਇਆ? ਮੇਰੇ ਭਰਾ ਨੂੰ ਫੋਨ ਆਉਂਦਾ ਸੀ ਡੇਲੀ ਤੇ ਮੇਰੇ ਪਾਪਾ ਨਾਲ ਵੀ ਗੱਲ ਹੁੰਦੀ ਸੀ। ਓਕੇ, ਤੁਹਾਡੇ ਆਖਰੀ ਦਿਨ ਫੋਨ ਕਦੋਂ ਆਇਆ? ਸਰ ਮੈਨੂੰ ਤਾਂ ਮਤਲਬ ਕਿ ਜਦੋਂ ਆਇਆ ਸੀ 24 ਅਪ੍ਰੈਲ ਨੂੰ ਆਇਆ ਸੀ, ਜਦੋਂ ਫੌਰਨ ਪਹੁੰਚੇ ਸੀ। ਜੇ ਤੁਹਾਨੂੰ ਛੱਡੋ, ਤੁਹਾਡੇ ਭਰਾ ਨੂੰ ਕਦੋਂ ਆਇਆ ਆਖਰੀ ਫੋਨ? ਭਰਾ ਨੂੰ ਸਰ ਮੇਰੇ ਮਤਲਬ ਕਿ ਜਦੋਂ ਨਾ ਭਰਾ ਨੇ ਮਤਲਬ ਭਰਾ ਦਾ ਜਿਹੜਾ ਲਾਸਟ ਸੀ ਨਾ WhatsApp ਤੇ ਹਾਂ ਉਹ 11:59 AM ਦਾ ਸਰ। ਕਿਹੜੇ ਦਿਨ ਦਾ? ਕਿ ਡੇਟ ਕਿਹੜੀ ਹੈ? ਡੇਟ ਕਿਹੜੀ ਸੀ? ਡੇਟ ਸਰ 8 ਤਰੀਕ ਸੀਗੀ ਕੱਲ ਹੀ, 8 ਜੁਲਾਈ ਨੂੰ ਸਰ। ਅੱਛਾ, ਕੱਲ ਜਿਹੜੀ ਆ ਫੋਨ ਆਇਆ ਤੇ ਡੈਥ ਜਿਹੜੀ ਕੱਲ ਹੋਈ ਹੈ ਭਰਾ ਦੀ? ਕੱਲ ਹੋਈ ਹੈ ਜੀ ਡੈਥ। ਹਾਂਜੀ ਹਾਂਜੀ ਸਰ, ਫਿਰ ਪੋਸਟਮਾਰਟਮ ਕਰਨ ਕਰਕੇ ਅੱਜ ਸੰਸਕਾਰ ਹੋਇਆ ਜੀ। ਓ ਆਈ ਸੀ। ਕੱਲ ਕਿੰਨੇ ਵਜੇ ਸੁਸਾਈਡ ਕੀਤਾ ਭਰਾ ਨੇ? ਸਰ 11:59 ਤੇ ਦਾ ਲਾਸਟ ਸੀਨ ਸੀ ਭਰਾ ਦਾ। 11:59 ਤੇ ਸਰ ਮੈਨੂੰ ਮਿਸ ਕਾਲ ਆਈ ਸੀ WhatsApp ਤੇ ਮੇਰੀ ਭਰਜਾਈ ਦੀ। ਮੇਰਾ ਨੈਟ ਆਫ ਹੋਣ ਕਰਕੇ ਸਰ ਮੈਂ ਫੋਨ ਉਹਦਾ ਅਟੈਂਡ ਨਹੀਂ ਕਰ ਪਾਈ, ਮੇਰਾ ਨੈਟ ਆਫ ਸੀਗਾ WhatsApp ਤੇ। ਤੁਹਾਡੇ ਭਰਾ ਨੇ ਕੋਈ ਦੱਸਿਆ ਕਿ ਕਾਰਨ? ਤੁਹਾਡੇ ਫਾਦਰ ਨੇ ਦੱਸਿਆ ਭਰਾ ਨੂੰ, ਭਰਾ ਨੇ ਫਾਦਰ ਨੂੰ ਜਾਂ ਤੈਨੂੰ ਦੱਸਿਆ ਕਿ ਮੈਨੂੰ ਫੋਨ ਆਇਆ? ਸਰ ਇੱਕ ਮਿੰਟ ਪਹਿਲਾਂ ਗੱਲ ਸੁਣੋ, ਇੱਕ ਮਿੰਟ ਸਰ ਮੇਰੀ ਪਹਿਲਾਂ। 11:59 ਤੇ ਸਰ ਹੈ ਨਾ ਮਤਲਬ ਕਿ ਉਹਦਾ ਲਾਸਟ ਸੀਨ ਸੀ ਮੇਰੇ ਬ੍ਰਦਰ ਦੇ WhatsApp ਦਾ। 11:59 ਦੀ ਸਰ ਉਹਨੇ ਮੈਨੂੰ ਕਾਲ ਕੀਤੀ ਹੈ ਮੇਰੀ ਭਰਜਾਈ ਨੇ, ਮੇਰਾ ਨੈਟ ਆਫ ਹੋਣ ਕਰਕੇ। ਫਿਰ ਉਹਨੇ ਆਪਣੇ ਪਾਪਾ ਨੂੰ ਕਿਹਾ, ਉਹਦੇ ਪਾਪਾ ਨੇ ਮੈਨੂੰ ਫੋਨ ਕਰਕੇ ਕਿਹਾ, ਕਹਿੰਦੇ ਵੀ ਗਗਨਦੀਪ ਕਿੱਥੇ ਹੈ? ਕਹਿੰਦੇ ਉਹਦੇ ਨਾਲ ਮੇਰੀ ਤੁਰੰਤ ਗੱਲ ਕਰਵਾਓ। ਹਾਂ ਕਹਿੰਦੇ ਹਾਂਜੀ, ਕਹਿੰਦੇ ਉਹਨੂੰ ਜਾ ਕੇ ਦੇਖੋ। ਸਰ ਜੇ ਉਹਨਾਂ ਨੂੰ ਪਤਾ ਸੀਗਾ ਕਿ ਉੱਪਰ ਇਹਨਾਂ ਨੇ ਏਦਾਂ ਸੁਸਾਈਡ ਕਰਿਆ ਹੋਇਆ ਤਾਂ ਹੀ ਸਰ ਅਸੀਂ ਫਿਰ ਹੋ ਗਿਆ। ਮੇਰੇ ਚਾਚਾ ਜੀ ਦੀ ਬੇਟੀ ਜਾ ਗਈ ਉੱਪਰ, ਉਹਨੂੰ ਇੰਨੀਆਂ ਆਵਾਜ਼ਾਂ ਮਾਰੀਆਂ, ਜਦੋਂ ਉਹਨੇ ਗੇਟ ਨਹੀਂ ਖੋਲਿਆ ਸਰ ਫਿਰ ਮੈਂ ਗਈ ਸੀ, ਦੋਨਾਂ ਨੇ ਇੰਨੇ ਗੇਟ ਆਵਾਜ਼ਾਂ ਮਾਰੀਆਂ, ਫਿਰ ਆਂਢ ਗੁਆਂਢ ਨੂੰ ਇਕੱਠਾ ਕੀਤਾ ਸਰ। ਫਿਰ ਵੀਰੇ ਉਹਨਾਂ ਨੇ ਆ ਕੇ ਗੇਟ ਤੋੜਿਆ ਜੀ, ਫਿਰ ਉਹਨੂੰ ਓਦਾਂ ਪੱਖੇ ਨਾਲ ਲਟਕਦੇ ਹੋਏ ਕੱਢਿਆ। ਸੋ ਮਤਲਬ ਇਹ ਤੁਹਾਡੇ ਭਰਾ ਦੀ ਮੌਤ ਦਾ ਕਾਰਨ ਤੁਸੀਂ ਕਿਹਨੂੰ ਜ਼ਿੰਮੇਵਾਰ ਠਹਿਰਾਉਂਦੇ ਹੋ? ਕਾਰਨ ਸਰ ਏਦਾਂ ਸੀਗਾ, ਭਰਾ ਮਤਲਬ ਕਿ ਕਦੇ ਕਦੇ ਇਹਨਾਂ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਥੋੜਾ ਬਹੁਤਾ ਲੜਾਈ ਝਗੜਾ ਚੱਲਦਾ ਰਹਿੰਦਾ ਸੀਗਾ, ਫਿਰ ਇੱਕੋ ਜਿਹੇ ਹੋ ਜਾਂਦੇ ਸੀ ਸਰ। ਇਸ ਕਰਕੇ ਅਸੀਂ ਇੰਟਰਫੇਅਰ ਨਹੀਂ ਸੀ ਕਰਦੇ, ਨਾ ਮੇਰੇ ਪਾਪਾ ਕਰਦੇ ਸੀ ਨਾ ਮੈਂ ਇੰਟਰਫੇਅਰ ਕਰਦੀ ਸੀ, ਕਿ ਦੋਨਾਂ ਦਾ ਆਪਸ ਦੇ ਵਿੱਚ ਹੋਆ ਵੀ ਸਰ ਇੱਕ ਦਿਨ ਦੇ ਵਿੱਚ ਇੱਕੋ ਜਿਹੇ ਹੋ ਜਾਂਦੇ ਸੀਗੇ, 1 ਮਿੰਟ ਦੇ ਵਿੱਚ ਲੜ ਪੈਂਦੇ ਸੀ ਸਰ। ਪਰ ਹੈ ਨਾ ਸਰ ਮੇਰਾ ਭਰਾ ਕਹਿੰਦਾ ਵੀ ਮੈਨੂੰ ਟੌਰਚਰ ਕਰ ਰਹੀ ਹੈ ਕਿ ਮੈਂ ਸੁਸਾਈਡ ਕਰ ਲਈ। ਨਹੀਂ, ਮੇਰਾ ਸਵਾਲ ਸਾਫ਼ ਸਪਸ਼ਟ ਇਹ ਆ ਕਿ ਤੁਸੀਂ ਹੁਣ ਜ਼ਿੰਮੇਵਾਰ ਜਿਹੜਾ ਆ ਆਪਣੀ ਭਰਜਾਈ ਨੂੰ ਠਹਿਰਾਉਂਦੇ ਹੋ ਕਿ ਤੁਹਾਡੇ ਭਰਾ ਦੀ ਮੌਤ ਦਾ ਕਾਰਨ ਤੁਹਾਡੀ ਭਰਜਾਈ ਆ? ਸਰ ਏਦਾਂ ਹੈ, ਮੇਰੇ ਬ੍ਰਦਰ ਦੀ ਕਾਲ ਰਿਕਾਰਡਿੰਗ ਆ ਸਾਰੀ, ਉਹਦਾ ਫੋਨ ਲੌਕ ਅਜੇ ਖੁੱਲਿਆ ਨਹੀਂ, ਇਸ ਕਰਕੇ ਅਸੀਂ ਉਹ ਫੋਨ ਲੌਕ ਦੇ ਰਿਕਾਰਡਿੰਗ ਦੇ ਬੇਸ ਤੇ ਹੀ ਉਹ ਕਾਰਵਾਈ ਕਰਨਾ ਚਾਹੁੰਦੇ ਹਾਂ ਸਰ। ਉਹਦੇ ਚ ਸਾਰੀ ਰਿਕਾਰਡਿੰਗ ਆ ਵੀ ਲਾਸਟ ਟਾਈਮ ਤੇ ਉਹਦੀ ਕਿਹਦੇ ਨਾਲ ਗੱਲ ਹੋਈ, ਕੀ ਗੱਲ ਹੋਈ, ਵਾਪਸ ਆ ਰਹੇ ਨੇ ਬਣੀ ਹੈ। ਚਲੋ ਵੀ ਸਰ ਭਾਈ। ਅੱਛਾ, ਗਗਨਦੀਪ ਨੇ ਕਦੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿ ਜਸਪ੍ਰੀਤ ਕਿ ਮੇਰੀ ਵਾਈਫ ਮੈਨੂੰ ਪਰੇਸ਼ਾਨ ਕਰਦੀ ਹੈ ਅਤੇ ਜਾ ਕੇ ਮੈਨੂੰ ਜਵਾਬ ਦੇ ਜਾਂਦੀ ਹੈ, ਗੱਲ ਇਹੋ ਜਿਹਾ ਕਰਦੀ ਆ? ਨਹੀਂ ਸਰ, ਉਹਨੇ ਆਪਣੇ ਅੰਦਰ ਰੱਖੀਆਂ ਗੱਲਾਂ, ਸਾਨੂੰ ਕਦੀ ਦੱਸਿਆ ਨਹੀਂ ਹੈਗਾ ਸਰ। ਇਹ ਲੜਕੀ ਵਿਆਹ ਕਰਾ ਕੇ ਕਿੰਨਾ ਸਮਾਂ ਦੇ ਨਾਲ ਰਹੀ ਹੈ? ਜੀ ਸਰ, ਇਹ ਲੜਕੀ ਜਿਹੜੀ ਆ ਸਿਮਰਜੀਤ ਕੌਰ ਸ਼ਾਦੀ ਤੋਂ ਬਾਅਦ ਕਿੰਨਾ ਸਮਾਂ ਇਹ ਘਰ ਰਹੀ ਹੈ ਤੁਹਾਡੇ ਪਿੰਡ? ਕਿੰਨਾ ਸਮਾਂ ਰਹੀ ਹੈ ਤੁਹਾਡੇ ਘਰ 'ਚ? ਇਹ ਸਰ 5 ਮਹੀਨੇ ਰਹੀ ਆ ਘਰ। 5 ਮਹੀਨੇ ਰਹੀ ਹੈ। ਇਹਨਾਂ ਬੱਚਿਆਂ ਨੂੰ ਜਨਮ ਨਹੀਂ ਦਿੱਤਾ ਕਿਸੇ ਨੂੰ? 5-6 ਮਹੀਨੇ 6 ਮਹੀਨੇ। ਕਿਸੇ ਬੱਚੇ ਨੂੰ ਜਨਮ ਵੀ ਦਿੱਤਾ ਇਹਨਾਂ ਨੇ? ਨੋ ਸਰ। ਆਈ ਸੀ। ਓਕੇ, ਸੋ ਲਾਸਟ ਗੱਲਬਾਤ ਜਿਹੜੀ ਆ WhatsApp ਤੇ ਜਿਹੜੀ ਆ ਉਹ 8 ਤਰੀਕ ਨੂੰ 11:59 ਤੇ AM 11 ਜਾਂ PM? AM ਸਰ। 11:59 AM ਜੀ। ਜਿਹੜੀ ਕਿ ਦੁਪਹਿਰ ਦਾ ਸਮਾਂ ਸੀ? ਜੀ ਸਰ। 12 ਵਜੇ ਨਹੀਂ ਸੀ ਦੁਪਹਿਰ ਦੇ? ਹਾਂਜੀ ਹਾਂਜੀ ਸਰ, 1 ਮਿੰਟ ਰਹਿੰਦਾ ਸੀਗਾ 12 ਵਜੇ ਦੀ ਦੁਪਹਿਰ ਦੇ। ਜੀ ਸਰ।
8 ਜੁਲਾਈ ਜੀ ਹਾਂ, ਲੇਕਿਨ ਹੁਣ ਹਫ਼ਤਾ 10 ਦਿਨ ਤੋਂ ਸਰ ਅੰਡਰਸਟੈਂਡਿੰਗ ਚੱਲ ਰਹੀ ਸੀ ਇਹਨਾਂ ਦੀ। ਮਿਸ ਅੰਡਰਸਟੈਂਡਿੰਗ ਸੀ ਕਿਸੇ ਗੱਲ ਦੀ? ਜੀ ਸਰ। ਕਿਹੜੀ ਗੱਲ ਤੋਂ ਸੀ? ਇਹ ਸਰ ਜਦੋਂ 2 ਦਿਨ ਪਹਿਲਾਂ ਹੀ ਉਹਨੇ ਆਈਫੋਨ ਲਿਆ ਸਰ 13 Pro। ਹਾਂ ਤੇ ਉਹਦੀ ਜਿੱਦ ਕਰਕੇ ਪੈਸੇ ਮੰਗਾ ਰਹੀ ਸੀਗੀ ਕਿ ਮੈਨੂੰ ਪੈਸੇ ਭੇਜ। ਹਾਂ ਹਾਂ ਜਿਹੜੇ ਸਾਡੇ ਅੰਕਲ ਜੀ ਸੀਗੇ ਉਹ ਤੋਂ ਚੋਰੀ ਤੋਂ ਕਹਿੰਦੀ ਸੀ ਮੇਰੇ ਭਰਾ ਨੇ ਛੋਟੇ ਨੂੰ ਕਿ ਤੂੰ ਮੈਨੂੰ ਪੈਸੇ ਭੇਜ। ਹਾਂ ਏਦਾਂ ਸਰ। ਤੇ ਹੁਣ ਜਦੋਂ ਕੱਲ ਸੁਸਾਈਡ ਕੀਤਾ ਨੇ ਜੀ, ਉਸ ਤੋਂ ਪਹਿਲਾਂ ਇਹ ਝਗੜ ਰਹੇ ਸੀਗੇ ਫੋਨ ਤੇ ਜੀ। ਤੁਹਾਨੂੰ ਕਿਵੇਂ ਪਤਾ? ਤੁਸੀਂ ਕੋਲ ਸੀ? ਜੀ ਸਰ, ਕੁੜੀਆਂ ਕੋਲ ਸੀਗੀਆਂ ਜੀ। ਕੁੜੀ ਕੋਲ ਕੌਣ ਸੀ? ਇਹ ਪਹਿਲਾਂ ਜਿਹੜੀ ਕਿਰਨਜੀਤ ਕੌਰ ਨੇ ਪਹਿਲਾਂ ਗੱਲ ਕਰੀ ਤੁਹਾਡੇ ਨਾਲ ਜੀ। ਇਹਨੇ ਪੈਸੇ ਭੇਜੇ ਫਿਰ ਮੁੰਡੇ ਨੇ, ਗਗਨ ਨੇ ਆਪਣੀ ਵਾਈਫ ਨੂੰ? ਜਸਪ੍ਰੀਤ, ਤੁਹਾਡੇ ਭਰਾ ਨੇ ਜੀ ਸਰ। ਪੈਸੇ ਭੇਜੇ ਆ ਆਪਣੇ ਤੇਰਾ ਮਤਲਬ ਜਿਹੜਾ 13 Pro ਲੈਣ ਵਾਸਤੇ? ਨਹੀਂ ਸਰ, ਜਿਹੜੇ ਇਹਨੂੰ ਪਹਿਲਾਂ ਹੀ ਭੇਜੇ ਹੋਏ ਸੀ ਨਾ ਅਕਾਊਂਟ 'ਚ ਹੁੰਦੇ ਨੇ ਜਿਹੜੇ ਹੈਂਡ ਪੈਸੇ ਕੋਲ ਸੀਗੇ ਜਿਹੜੇ। ਹਾਂ ਹਾਂ ਵੀ ਲੈ ਲਾ ਤੂੰ। ਇਹਨੂੰ ਨਾਰਮਲ ਫੋਨ ਲੈਣ ਲਈ ਕਿਹਾ ਸੀ ਅਸੀਂ ਕਿ ਨਾਰਮਲ ਲੈ ਤੂੰ, ਲੇਕਿਨ ਇਹਨੇ 13 Pro ਲਿਆ। ਵੀ ਇਹਨੇ 13 Pro ਲੈ ਅਸੀਂ ਕਿਹਾ ਲਿਆ ਵੀ ਜਿਸ ਤੂੰ ਤਰ੍ਹਾਂ ਝਗੜਾ ਹੋਇਆ। ਫੋਨ ਲੈਣ ਲਈ ਨਹੀਂ ਗਈ ਇੱਥੇ, ਤੂੰ ਪੜ੍ਹਨ ਪੜ੍ਹਨ ਗਈ ਗਈ ਇੱਥੇ। ਠੀਕ ਹੈ। ਕੋਈ ਹੋਰ ਤਾਂ ਨਹੀਂ ਸ਼ੱਕ ਪੈਂਦੀ ਸੀ ਤੁਹਾਡੇ ਭਰਾ ਨੂੰ? ਨਹੀਂ ਸਰ, ਇਦਾਂ ਦੀ ਤਾਂ ਕੋਈ ਗੱਲ ਕਰੀ ਨਹੀਂ। ਬਾਕੀ ਪਤਾ ਕੁਛ ਨਹੀਂ ਹੈਗਾ ਜੀ, ਡਿਪਰੈਸ਼ਨ 'ਚ ਰਹਿੰਦਾ ਸੀ ਉਹ। ਨਹੀਂ ਹੁਣ ਤੁਸੀਂ ਤੁਹਾਡੇ ਭਰਾ ਨੇ ਸੁਸਾਈਡ ਕੀਤੀ ਹੈ, ਕੋਈ ਸੁਸਾਈਡ ਨੋਟ ਲਿਖਿਆ ਹੈ? ਕੋਈ ਉਹਨੇ ਕਿਹਾ ਹੈ? ਇਹਨੇ ਤੁਹਾਨੂੰ ਕਦੇ ਕਿਹਾ ਸਰ ਸੀ? ਨੋਟ ਇਦਾਂ ਸੀ ਸਰ, ਜਦੋਂ ਇਹਦੇ ਨਾਲ ਗੱਲ ਹੋਈ ਹੈ ਨਾ ਜੀ, ਇਹਦਾ ਵੀਡੀਓ ਕਾਲ ਲਾ ਕੇ ਦਿਖਾਇਆ ਜੀ ਇਹਨੂੰ। ਉਹ ਇਹਨੂੰ ਧਮਕੀਆਂ ਦਿੰਦੀ ਸੀਗੀ ਵੀ ਮੈਂ ਆਈਫੋਨ ਲੈਣਾ। ਉਹ ਆਪਣੀ ਬਾਂਹ ਕੱਟ ਕੇ ਦਿਖਾਉਂਦੀ ਸੀ ਕਦੇ ਜੀ ਵੀ ਮੈਂ ਕੱਟ ਲੂੰਗੀ ਬਾਂਹ ਆਪਣੀ, ਹਾਂ ਵੀ ਮੈਂ ਸੁਸਾਈਡ ਕਰ ਲੂੰਗੀ, ਹਾਂ ਵੀ ਮੈਨੂੰ ਇਦਾਂ ਤੁਸੀਂ ਫੋਨ ਨਾ ਕਰੀ ਜਾਓ। ਧਮਕੀਆਂ ਦਿੰਦੀ ਸੀਗੀ ਇਹਨੂੰ ਜੀ, ਮੁੰਡੇ ਨੂੰ। ਇਹ ਧਮਕੀਆਂ ਜਿਹੜੇ ਵੀਡੀਓ ਸੁਣਦੀਆਂ ਦੇਖਦੀ ਸੀਗੀ ਤੁਹਾਡੀ ਭੈਣ ਜਿਹੜੀ ਹੈ ਗਗਨਦੀਪ ਸਿਸਟਰ? ਨਹੀਂ, ਗਗਨ ਦੱਸਦਾ ਸੀਗਾ ਜੀ। ਗਗਨ ਨੇ ਕਿਉਂ ਦੱਸਿਆ? ਆਪਣੇ ਪੇ ਨੂੰ ਜਾਂ ਤੁਹਾਨੂੰ ਜਾਂ ਆਪਣੀ ਸਿਸਟਰ ਨੂੰ? ਭੈਣ ਨੂੰ, ਸਿਸਟਰ ਨੂੰ ਦੱਸਿਆ ਸੀਗਾ ਜੀ। ਸਿਸਟਰ ਨੂੰ ਦੱਸਿਆ। ਉਸ ਤੋਂ ਬਾਅਦ ਫੇਰ ਕੀ ਗੱਲ ਕੀਤੀ ਹਾਂਜੀ। ਹੈ? ਤੇ ਜਦੋਂ ਕੱਲ ਗੱਲ ਹੋਈ ਨਾ ਸਰ ਇਹਨਾਂ ਦੀ ਝਗੜ ਦੇ, ਇਹ ਪਹਿਲਾਂ ਤਾਂ ਕੋਲੇ ਬੈਠਾ ਸੀਗਾ ਸਾਡੇ ਜੀ ਥੱਲੇ। ਹੂੰ ਇਹ ਲੜਦਾ ਝਗੜਦਾ ਫੋਨ ਤੇ ਉੱਪਰ ਚਵਾਰੇ 'ਚ ਚੜ ਗਿਆ ਜੀ। ਓਕੇ। ਤੇ ਚਵਾਰੇ 'ਚ ਚੜ ਕੇ ਤੇ ਇਹਨੇ ਆਹ ਕੰਮ ਕਰ ਲਿਆ ਜੀ। ਤੁਸੀਂ Suicide ਕਰ ਲਿਆ ਜੀ। ਕਿੰਨੇ ਸਮੇਂ ਵਿੱਚ ਇਹਨੇ ਸੁਸਾਈਡ ਕਰ ਲਿਆ? ਤੁਸੀਂ ਥੱਲੇ ਜਦੋਂ ਗਏ ਆ ਕਿੰਨੇ ਮਿੰਟ ਬਾਅਦ ਤੁਸੀਂ ਉੱਪਰ ਗਏ ਦੁਬਾਰਾ? ਜਦੋਂ ਸਰ ਤੁਹਾਨੂੰ ਦੱਸਿਆ ਕਿ 11:59 ਤੇ ਫੋਨ ਆਇਆ ਉਹਦਾ ਭਰਜਾਈ ਦਾ ਜੀ, ਉਦੋਂ ਹੀ ਇਹਨੇ ਸੁਸਾਈਡ ਕੀਤਾ ਜੀ। ਨੇ 11:59 ਤੇ ਭਰਜਾਈ ਨੂੰ ਫੋਨ ਆਇਆ? ਭਰਜਾਈ ਨੂੰ? ਕਿਹੜੀ ਭਰਜਾਈ ਨੂੰ? ਸਿਮਰਨ ਕੁੜੀ ਨੂੰ ਜੀ। ਫੋਨ ਕਿਹਦਾ ਆਇਆ? ਫੋਨ ਸਿਮਰਨ ਦਾ ਆਇਆ ਜੀ ਇਹਨੂੰ ਜਦੋਂ ਇਹਨੇ ਸੁਸਾਈਡ ਕੀਤਾ ਜੀ ਮੁੰਡੇ ਨੇ। ਨਹੀਂ 11:59 ਤੇ ਫੋਨ ਜਿਹੜਾ ਆਇਆ ਸਿਮਰਨ ਕਰਦੀ ਆ ਆਪਣੇ ਪ੍ਰਾਹੁਣੇ ਨੂੰ, ਗਗਨਦੀਪ ਨੂੰ ਜੀ। ਗਗਨ ਨਾਲ ਪਹਿਲਾਂ ਗੱਲ ਹੋ ਰਹੀ ਸੀ ਜਦੋਂ ਸੁਸਾਈਡ ਕੀਤਾ। ਮੈਂ ਸਮਝ ਗਿਆ। ਤੇ ਉਹਨੇ ਹਾਂਜੀ ਸਰ, ਜਦੋਂ ਸਰ ਉਹਨੇ ਸੁਸਾਈਡ ਕਰ ਲਿਆ ਵੀਡੀਓ ਕਾਲ ਤੇ ਉਹਨੂੰ ਦਿਖਾ ਰਿਹਾ ਸੀਗਾ ਸੁਸਾਈਡ ਕਰਕੇ ਜੀ। ਓਕੇ ਜੀ ਮੈਂ ਸੁਸਾਈਡ ਕਰ ਲੂੰਗਾ, ਤੂੰ ਮੈਨੂੰ ਧਮਕੀਆਂ ਦੇਈ ਜਾਂਦੀ ਹੈ, ਮੈਂ ਹੀ ਸੁਸਾਈਡ ਕਰ ਰਹੇ ਹਾਂ। ਓਕੇ ਹਾਂਜੀ ਸਰ। ਤੇ ਜਦੋਂ ਜੀ ਸੁਸਾਈਡ ਕੀਤਾ ਉਹਨੇ, ਉਹ ਜਦੋਂ ਤੁਰੰਤ ਫੋਨ ਆ ਭੈਣ ਨੂੰ ਆਇਆ ਜੀ, ਕਿਰਨ ਨੂੰ। ਓਕੇ। ਤੇ ਭੈਣ ਥੱਲੇ ਸੀਗੀ? ਹਾਂਜੀ ਭੈਣ ਥੱਲੇ ਸੀਗੀ। ਇਹਦਾ ਡਾਟਾ ਆਫ ਸੀਗਾ ਜੀ ਫੋਨ ਦਾ, ਨੈਟ ਨਹੀਂ ਸੀ ਚੱਲਦਾ ਹੈਗਾ, ਉਸ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਜੀ। ਉਸ ਤੋਂ ਬਾਅਦ ਫੇਰ ਕੀ ਹੋਇਆ? ਤੇ ਇਹਨੇ ਕੁੜੀ ਨੇ ਜੀ ਆਪਣੇ ਪਿਓ ਨੂੰ ਫੋਨ ਕਰਿਆ ਜੀ, ਮੁੰਡੇ ਦੇ ਸਹੁਰੇ ਨੂੰ ਜੀ, ਸਾਡੇ ਦੇ। ਹਾਂ। ਤੇ ਉਹਨੇ ਫਿਰ ਸਾਨੂੰ ਦੱਸਿਆ ਕਿ ਤੁਸੀਂ ਚਵਾਰੇ ਤੇ ਜਾ ਕੇ ਦੇਖੋ ਉੱਪਰ, ਵੀ ਉੱਪਰ ਜਾ ਕੇ ਦੇਖੋ ਚਵਾਰੇ 'ਚ ਵੀ ਉਹ ਤੁਹਾਡਾ ਮੁੰਡਾ ਨੇ ਕਿਆ ਕਰਿਆ ਹੈ। ਕਿਹਨੇ ਕੀਤਾ ਫੋਨ? ਸਿਮਰਜੀਤ ਨੇ ਆਪਣੇ ਪੇ ਨੂੰ ਫੋਨ ਕੀਤਾ, ਆਪਣੇ ਫਾਦਰ ਨੂੰ? ਹਾਂਜੀ, ਕੀ ਏਦਾਂ ਕਰ ਰਿਹਾ ਉਹ। ਤੇ ਸਾਨੂੰ ਉਹਦੇ ਪਿਓ ਨੇ, ਸਿਮਰਨ ਦੇ ਨੇ ਸਾਨੂੰ ਫੋਨ ਕਰਿਆ ਜੀ। ਅੱਛਾ, ਗਰਜੰਟ ਨੂੰ ਫੋਨ ਕੀਤਾ? ਗਰਜੰਟ ਨੇ ਫੋਨ ਕਿਹਨੂੰ ਕੀਤਾ? ਕਿਰਨਾਂ ਨੂੰ ਜੀ।
ਕਰਨ ਨੂੰ ਫੋਨ ਕੀਤਾ? ਕਰਨਦੀਪ ਕੌਰ ਨੂੰ। ਓਕੇ, ਕਰਨ ਨੂੰ ਕਿਹਾ ਕਿ ਭੈਣ ਨੂੰ ਜੀ ਕਹਿੰਦਾ ਪਰਿਵਾਰ ਵੀ ਦੇਖੋ ਜਾ ਕੇ ਸੁਸਾਈਡ ਕਰ ਚੁੱਕਾ ਮੁੰਡਾ ਜਵਾਈ ਸਾਡਾ। ਹਾਂਜੀ ਹਾਂਜੀ, ਦੇਖੋ ਉੱਪਰ ਜਾ ਕੇ ਕਹਿੰਦੇ। ਇਹ ਕਿੰਨੇ ਮਿੰਟਾਂ ਬਾਅਦ ਫੋਨ ਆਉਂਦਾ ਆ? 12:25 ਤੇ ਦਾ ਫੋਨ ਆਇਆ ਜੀ, 25 ਮਿੰਟ ਬਾਅਦ। ਤੇ ਤੁਸੀਂ 25 ਮਿੰਟ ਜਦੋਂ ਇਹ ਮੁੰਡਾ ਉੱਪਰ ਗਿਆ ਆ ਤੇ ਤੁਸੀਂ ਜਦੋਂ ਲੜਦੇ ਝਗੜਦੇ ਸੀਗੇ ਤੇ ਇੱਕਦਮ ਸਾਇਲੈਂਟ ਹੋ ਜਾਂਦਾ ਆ, ਤੇ 25 ਮਿੰਟ ਤੁਸੀਂ ਕੋਈ ਥੱਲੇ ਉੱਪਰ ਗਿਆ ਹੀ ਨਹੀਂ? ਜੀ ਸਰ, ਸਾਨੂੰ ਇਦਾਂ ਸੀਗਾ ਕਿ ਡੇਲੀ ਇਹਦਾ ਮਾੜਾ ਮੋਟਾ ਚੱਲ ਪੈਂਦਾ, ਫੇਰ ਪਿਆਰ ਪੈ ਜਾਂਦਾ ਇਹਨਾਂ ਦਾ। ਨਾ ਆਈ ਅੰਡਰਸਟੈਂਡ, ਸਾਨੂੰ ਨਹੀਂ ਸੀ ਪਤਾ ਵੀ ਕਿ ਇਦਾਂ ਇਹ ਹਰਕਤ ਕਰ ਦੂਗਾ ਕੋਈ। ਨਹੀਂ 25 ਮਿੰਟ ਲਗਾਤਾਰ ਕੋਈ ਬੰਦਾ ਉੱਪਰ ਗਿਆ ਹੀ ਨਹੀਂ, ਕੋਈ ਤੁਹਾਨੂੰ ਆਵਾਜ਼ ਸੁਣੀ ਨਹੀਂ? ਨਹੀਂ ਸਰ, ਉਹਨੇ ਸਾਨੂੰ ਇਦਾਂ ਕਿਹਾ ਵੀ ਤੁਸੀਂ ਰੋਟੀ ਪਾ ਕੇ ਲਿਆਓ, ਤੇ ਮੈਂ ਆਇਆ ਪੱਗ ਬੰਨ ਕੇ ਉੱਪਰ। ਜੀ ਰੋਟੀ ਪਾ ਕਿੱਥੇ ਲੈ ਕੇ ਆਓ? ਚੁਬਾਰੇ ਚ ਲੈ ਕੇ ਆਓ, ਥੱਲੇ ਰੱਖੋ? ਨਹੀਂ, ਕਹਿੰਦੇ ਮੈਂ ਥੱਲੇ ਤੁਸੀਂ ਰੋਟੀ ਪਾ ਕੇ ਰੱਖੋ, ਮੈਂ ਆਇਆ ਉੱਪਰ ਪੱਗ ਬੰਨਿਆ ਮੈਂ। ਤੇ ਤੁਸੀਂ ਕੋਲ ਸੀਗੇ, ਤੁਸੀਂ ਘਰ ਵਿੱਚ ਸੀਗੇ ਉਸ ਵੇਲੇ? ਜੀ ਸਰ, ਘਰ ਵਿੱਚ ਸੀਗੇ ਕੁੜੀਆਂ ਤੇ ਮੈਂ ਘਰ ਤੋਂ ਬਾਹਰ ਖੜਾ ਸੀਗਾ, ਸਾਹਮਣੇ ਇੱਕ ਘਰ ਆ ਜੀ ਆਪਣੇ, ਮੈਂ ਉਹਦੇ ਵਿੱਚ ਸੀਗਾ ਜੀ। ਇਹ ਕੋਈ ਸਸਪੀਸ਼ੀਅਸ ਲੱਗ ਰਿਹਾ ਮੈਡੀਸਨ ਸਾਹਿਬ, ਆਈ ਕੈਨ ਅੰਡਰਸਟੈਂਡ ਹੈ ਕਿ ਮੈਟਰ ਸਸਪੀਸ਼ੀਅਸ 25 ਮਿੰਟ ਜਿਹੜਾ ਹੈ ਕੌਣ ਉਲਟੀ ਦੀ ਵੇਟ ਕਰਦਾ ਤੇ ਨਾ ਉੱਪਰ ਗਿਆ ਹੋਵੇ, ਇਹ ਦੱਸਣ ਦੇ ਵਿੱਚ ਕਿ ਇਹਨਾਂ ਦੀ ਜਿਹੜੀ ਗੱਲਬਾਤ ਜਿਹੜੀ ਹੈ ਮੈਨੂੰ ਡਾਊਟ ਹੈ। ਕਿੱਦਾਂ ਸਰ? ਮੈਂ ਜਿਹੜੀ ਤੁਸੀਂ ਸਾਨੂੰ ਸਟੇਟਮੈਂਟ ਦੇ ਰਹੇ ਹੋ ਇਹਦੇ ਵਿੱਚ ਮੈਨੂੰ ਯਕੀਨ ਜਿਹੜਾ ਹੈ ਕੁਝ ਆਨ ਰਿਹਾ ਡਾਊਟ ਲੱਗਦਾ ਤੁਹਾਡੇ ਇਸ ਮੈਟਰ ਦੇ ਵਿੱਚ। ਸਰ ਡਾਊਟ ਸਰ ਅਸੀਂ ਕਿੱਦਾਂ ਕਲੀਅਰ ਕਰੀਏ? ਮਤਲਬ ਸਰ ਜਦੋਂ ਇਹ ਰੋਜ਼ ਡੇਲੀ ਝਗੜਦੇ ਸੀਗੇ ਫੋਨ ਤੇ ਸਾਨੂੰ ਇਦਾਂ ਸੀਗਾ ਕਿ ਕੋਈ ਗੱਲ ਨਹੀਂ ਵੀ ਝਗੜ ਰਹੇ ਨੇ ਹੁਣ। ਨਹੀਂ, ਝਗੜਨ ਦਾ ਕਾਰਨ ਕੀ ਸੀਗਾ? ਲੜਾਈ ਦਾ ਕਾਰਨ ਮੇਨ ਕੀ ਸੀਗਾ? ਇਹ ਲੜਕੀ ਸਪਾਂਸਰ ਨਹੀਂ ਸੀ ਕਰਦੀ ਜਾਂ ਲੜਕੀ ਕਿਸੇ ਹੋਰ ਮੁੰਡੇ ਨਾਲ ਗੱਲ ਕਰਦੀ ਸੀ, ਲੜਕਾ ਇਹਦੇ ਨਾਲ ਗੱਲ ਨਹੀਂ ਸੀ ਕਰਨਾ ਚਾਹੁੰਦੀ? ਇਦਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਕਿਉਂ ਕਿਸੇ ਮਸਲੇ ਤੇ ਝਗੜਦੇ ਸੀਗੇ। ਇਹ ਕਿਵੇਂ ਹੋ ਸਕਦਾ ਕਿ ਲੜਕੇ ਨਾਲ ਤੇਰੇ ਨਾਲ ਗੱਲ ਕੀਤੀ ਹੋਵੇ? ਸਾਡੇ 2 ਸਾਲ ਦਾ ਫਰਕ ਆ, ਇਹਨੇ ਆਪਣੇ ਮਾਂ ਪਿਓ ਨਾਲ ਗੱਲ ਨਾ ਕੀਤੀ ਹੋਵੇ, ਮਾਂ ਹੈ ਨਹੀਂ, ਭੈਣ ਨਾਲ ਕੀਤੀ ਹੋਵੇ, ਭੈਣ ਭਰਜਾਈ ਨੇ ਨਹੀਂ ਕੀਤੀ ਹੋਵੇ, ਕਿਸੇ ਗੱਲ ਕੀਤੀ ਹੋਵੇਗੀ ਇਹਨਾਂ ਆਪਸ ਵਿੱਚ ਕੋਈ ਨਾ ਕੋਈ। ਸਰ ਜਮਾ ਹੀ ਨਹੀਂ, ਬਿਲਕੁਲ ਵੀ ਨਹੀਂ ਕੀਤੀ ਅਸੀਂ। ਹੁਣ ਐਨੀਵੇ ਤੁਸੀਂ ਓਕੇ ਟੂ ਦੀ ਪੁਆਇੰਟ ਹੈ ਜਸਪ੍ਰੀਤ, ਤੁਸੀਂ ਜਦੋਂ ਸੁਸਾਈਡ ਕਰ ਲਿਆ, ਜਦੋਂ ਤੁਸੀਂ ਡੋਰ ਜਾ ਕੇ ਖੋਲੀ ਜਾਂ ਕਿਹਨ ਖੋਲੀ ਡੋਰ ਖਲਾਈ ਆ, ਇਹਨਾਂ ਅੰਦਰ ਲੌਕ ਲਾਇਆ ਹੋਇਆ ਸੀਗਾ? ਜੀ ਸਰ, ਕੁੰਡੀ ਲਾਈ ਸੀ, ਲੌਕ ਕਰਿਆ ਸੀਗਾ ਜੀ। ਅੱਛਾ, ਤੋੜ ਕੇ ਖੋਲਿਆ ਜੀ ਲੌਕ ਅਸੀਂ। ਓਕੇ, ਲੌਕ ਕਿਹਨੇ ਤੋੜਿਆ? ਦਰਵਾਜ਼ਾ ਲੌਕ ਜੀ ਮੁੰਡੇ ਸੀਗੇ ਇੱਕ ਦੋ ਨਾਲ ਹੋਰ, ਉਹਨਾਂ ਨੇ ਜਦੋਂ ਕੁੜੀਆਂ ਨੇ ਚੀਕਾਂ ਮਾਰੀਆਂ ਫਿਰ ਉੱਪਰ ਜਾ ਕੇ ਖੋਲਿਆ ਜੀ ਲੌਕ, ਉਹਦਾ ਤੋੜਿਆ ਦਰਵਾਜ਼ਾ। ਨਹੀਂ ਤੁਹਾਨੂੰ ਦੂਰ ਤਾਂ ਨਹੀਂ ਦੱਸਿਆ ਸੀ ਕਿ ਮਤਲਬ ਇਹਨੇ ਸੁਸਾਈਡ ਕਰ ਲਿਆ? ਸਰ ਜਦੋਂ ਕੁੜੀਆਂ ਉੱਥੇ ਦੇਖਣ ਗਈਆਂ ਕਿ ਮੁੰਡਾ ਆਇਆ ਨਹੀਂ, 25 ਮਿੰਟ ਹੋ ਗਏ, ਹਾਂ, ਇਹ ਦੇਖਣ ਗਈਆਂ ਉੱਪਰ, ਜਦੋਂ ਟਾਕੀ ਦੇ ਵਿੱਚ ਦੇਖਿਆ ਕਿ ਪੱਖੇ ਨਾਲ ਲਮਕਦਾ ਜੀ, ਤਾਂ ਇਹਨਾਂ ਨੇ ਰੌਲਾ ਪਾਇਆ। ਮਤਲਬ ਟਾਕੀ ਇੱਕ ਖੁੱਲੀ ਸੀ ਔਰ ਉਹਦੇ ਰਾਹੀਂ ਦੇਖਿਆ ਕਿ ਇਹ ਮਤਲਬ ਬੋਡੀ ਜਿਹੜੀ ਹੈ ਜਿਹੜੀ ਲਮਕ ਰਹੀ ਆ, ਤਾਂ ਇਹ ਫਿਰ ਪੱਖੇ ਦੇ ਨਾਲ ਇਹਨੇ ਸੁਸਾਈਡ ਕਰ ਲਿਆ। ਆਪਣੀ ਪੱਗ ਬੰਨ ਲਈ, ਪੱਗ ਸੀਗੀ ਉਹਦਾ ਇਸਤੇਮਾਲ ਕੀਤਾ ਗਿਆ? ਜੀ ਸਰ, ਆਪਣੀ ਪੱਗ ਨਾਲ ਕਰ ਲਿਆ ਜੀ। ਐਸੀ ਇਹਦੀ ਕਿੰਨੀ ਹਾਈਟ ਹੈ ਮੁੰਡੇ ਦੀ? ਹਾਈਟ ਮੁੰਡੇ ਦੀ ਹੈਗੀ ਹੈ ਜੀ 5 ਫੁੱਟ 11 ਇੰਚ ਹੈਗੀ ਹੈ ਜੀ। 5 ਫੁੱਟ 11 ਇੰਚ ਮੁੰਡੇ ਦੀ ਆ? 5 ਫੁੱਟ ਹੋਊਗੀ ਜੀ, 8-9 ਇੰਚ ਹੈਗੀ ਹੈ ਜੀ। ਤੁਹਾਨੂੰ ਇਹ ਨਹੀਂ ਪਤਾ ਲੜਕਾ ਸਿਰਫ 5 ਫੁੱਟ ਕਿੰਨੇ ਇੰਚ ਦਾ ਹੈ। ਖੈਰ ਐਨੀਵੇ, ਸੋ ਵੈਰੀ ਸੈਡ ਪਾਰਟ। ਉਸ ਤੋਂ ਬਾਅਦ ਫਿਰ ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਮਤਲਬ ਇਸ ਬੋਡੀ ਨੂੰ ਉਤਾਰਨ ਤੋਂ ਪਹਿਲਾਂ? ਨਹੀਂ ਸਰ, ਸਾਨੂੰ ਇਦਾਂ ਸੀਗਾ ਕਿ ਅਸੀਂ ਲੈ ਜਾਈਏ ਇਹਨੂੰ ਹਸਪੀਟਲ, ਲੈ ਜਾਈਏ ਸਰ, ਹਸਪੀਟਲ ਲੈ ਗਏ ਜੀ, ਲਾ ਕੇ ਜਦੋਂ ਜੀ ਓਕੇ ਸਾਡੇ ਨਾਲੇ ਨੀਅਰ ਬਰਵਾਲੀ ਹੈ ਜੀ। ਜਦੋਂ ਤੁਸੀਂ ਲਾਇਆ ਉਸ ਵੇਲੇ ਕੋਈ ਸਾਹ ਲੈ ਰਿਹਾ ਸੀਗਾ? ਨਹੀਂ ਸਰ, ਲੱਗ ਤਾਂ ਰਿਹਾ ਨਹੀਂ ਸੀਗਾ, ਲੇਕਿਨ ਫਿਰ ਵੀ ਲੈ ਕੇ ਗਏ ਸੀਗੇ ਅਸੀਂ ਜੀ। ਤੇ ਪੁਲਿਸ ਨੂੰ ਇਨਫੋਰਮ ਕਿਹੜੇ ਵੇਲੇ ਕੀਤਾ? ਅਸੀਂ ਪੁਲਿਸ ਨੂੰ ਇਨਫੋਰਮ ਕਰਿਆ ਜੀ 1.5-2 ਘੰਟੇ ਬਾਅਦ ਕਰਿਆ ਜੀ। ਨਹੀਂ, ਜਦੋਂ ਤੁਸੀਂ ਘਰੋਂ ਲੈ ਕੇ ਆਏ ਆ ਉਸ ਵੇਲੇ ਪੁਲਿਸ ਨੂੰ ਫੋਨ ਨਹੀਂ ਕੀਤਾ ਕਿ ਇਸ ਤਰ੍ਹਾਂ ਅਸੀਂ ਮਤਲਬ? ਨਹੀਂ ਸਰ, ਇੱਥੇ ਕੋਈ ਮਤਲਬ ਹੈ ਨਹੀਂ ਸੀ ਨਾ ਉਦੋਂ ਕੋਈ ਸਿਆਣਾ ਬੰਦਾ ਜੀ ਘਰ ਦੇ ਵਿੱਚ। ਨਹੀਂ, ਤੁਸੀਂ 24-25 ਸਾਲ ਦੇ ਹੋ, ਤੁਹਾਡੇ ਨਾਲ ਹੋਰ 2 ਮੁੰਡੇ ਸੀ, ਤੁਸੀਂ ਜਦੋਂ ਪੁਲਿਸ ਸਟੇਸ਼ਨ ਗਏ, ਆਪਣੇ ਗਏ ਡਾਕਟਰ ਦੇ ਕੋਲ ਗਏ ਹੋ, ਡਾਕਟਰ ਨੇ ਫੋਨ ਕੀਤਾ ਇਲਾਜ ਕਰਨ ਤੋਂ ਪਹਿਲਾਂ? ਨਹੀਂ ਸਰ, ਉਹਨਾਂ ਨੇ ਵੀ ਨਹੀਂ ਕਰਿਆ ਹੈਗਾ ਜੀ। ਇਹ ਕਿਵੇਂ ਹੋ ਸਕਦਾ ਹੈ? ਇਹ ਕਿਵੇਂ ਡਾਕਟਰ ਇੱਕ ਕਲੀਨਿਕ, ਲੇਕਿਨ ਵੱਡਾ ਹਸਪਤਾਲ ਨਹੀਂ, ਇੱਕ ਕਲੀਨਿਕ ਸੀਗਾ ਛੋਟਾ ਸਰ, ਉੱਥੇ ਗਏ ਸੀਗੇ। ਡਾਕਟਰ ਕਦੇ ਵੀ ਕਿਸ ਤਰ੍ਹਾਂ ਇਹੋ ਜਿਹੇ ਹਾਲਾਤਾਂ ਵਿੱਚ ਤੁਹਾਡਾ ਉਹ ਇਲਾਜ ਨਹੀਂ ਕਰ ਸਕਦਾ? ਡਾਕਟਰ ਜਦ ਪਤਾ ਕਿ ਹੈਂਗ ਕੀਤਾ ਹੋਇਆ, ਡਾਕਟਰ ਕਿਵੇਂ ਪੁਲਿਸ ਤੋਂ ਗੈਰ ਹਾਜ਼ਰੀ ਜਿਹੜੀ ਆ ਪੁਲਿਸ ਦੀ ਉਹ ਤੋਂ ਬਗੈਰ ਜਿਹੜੀ ਟ੍ਰੀਟਮੈਂਟ ਦੇਵੇਗਾ? ਟ੍ਰੀਟਮੈਂਟ ਕੀ ਕੀਤੀ ਪੁਲਿਸ ਨੇ? ਜੀ ਸਰ, ਪੁਲਿਸ ਨੇ ਟ੍ਰੀਟਮੈਂਟ ਕਿਹੋ ਜਿਹੀ ਦਿੱਤੀ ਆ? ਸੌਰੀ, ਆਪ ਡਾਕਟਰ ਨੇ? ਪੁਲਿਸ ਨੇ ਸਰ ਇਦਾਂ ਉਹ ਕਹਿੰਦੇ ਕੋਈ ਨਹੀਂ, ਜੋ ਵੀ ਦੋਸ਼ੀ ਹੈ ਕਾਰਵਾਈ ਕਰਾਂਗੇ ਜੀ। ਨਹੀਂ, ਡਾਕਟਰ ਨੇ ਜੋ ਤੁਸੀਂ ਹਸਪੀਟਲ ਲੈ ਕੇ ਗਏ ਹੋ, ਹਸਪੀਟਲ ਕਿੱਥੇ ਹੈ, ਕਿਹੜੇ ਪਿੰਡ? ਹਾਂਜੀ ਪਿੰਡ 'ਚ ਹੀ ਆ? ਨਹੀਂ ਸਰ, 2 ਕਿਲੋਮੀਟਰ ਤੇ ਹੈ ਜੀ।
ਦੂਜੇ ਪਿੰਡ ਆ ਜੀ। ਕਿਹੜਾ ਨਾਂ ਹੈ ਹਸਪੀਟਲ ਦਾ, ਨਾਂ ਕੀ ਹੈ ਉਸਦਾ? ਡਾਕਟਰ ਅੰਮ੍ਰਿਤਾ ਮੈਡਮ ਆ ਜੀ। ਉਹ ਡਾਕਟਰ ਨੇ ਜਾਂ ਫਿਰ ਜੋ ਪਿੰਡਾਂ ਵਿੱਚ ਆਮ ਮੈਡੀਸਨ ਵਗੈਰਾ ਦਿੰਦੇ ਨੇ? ਇਹ ਡਾਕਟਰ ਆ ਸਰ ਉਹ। ਡਾਕਟਰ ਨੇ। ਇਹ ਸਰਕਾਰੀ ਹਸਪੀਟਲ ਹੈ? ਨੋ ਸਰ, ਸਰਕਾਰੀ ਨਹੀਂ, ਪ੍ਰਾਈਵੇਟ, ਜਿੱਦਾਂ ਕਲੀਨਿਕ ਹੁੰਦੇ ਨੇ ਜੀ ਉਦਾਂ ਕਲੀਨਿਕ ਆ ਜੀ। ਪਰ ਇਹ ਡਾਕਟਰ ਦਾ ਸਰਟੀਫਿਕੇਟ ਇਹਨਾਂ ਕੋਲ ਹੈ? ਸਰ ਇੰਨਾ ਨਹੀਂ ਸਾਨੂੰ ਪਤਾ ਹੈਗਾ ਜੀ, ਮਤਲਬ ਕਾਫੀ ਹੈਗਾ ਜੀ ਪ੍ਰਬੰਧ। ਜਸਪ੍ਰੀਤ, ਤੁਸੀਂ ਮੈਨੂੰ ਦੱਸਿਓ ਕਿ ਤੁਸੀਂ ਜਦੋਂ ਬੋਡੀ ਲੈ ਕੇ ਗਏ ਹੋ, ਬੋਡੀ ਕਾਹਦੇ ਵਿੱਚ ਲੈ ਕੇ ਗਏ ਤੁਸੀਂ? ਕਾਰ ਵਿੱਚ? ਕਾਰ ਵਿੱਚ ਹਾਂਜੀ। ਓਕੇ, ਤੁਸੀਂ ਕਾਰ ਵਿੱਚ ਲਗਾਏ ਆ, ਰਸਤੇ ਵਿੱਚ ਤੁਸੀਂ ਕਿਸੇ ਨੇ ਵੀ ਪੁਲਿਸ ਨੂੰ ਇਨਫੋਰਮ ਨਹੀਂ ਕੀਤਾ? ਨਹੀਂ ਸਰ। ਤੇ ਨਾ ਹੀ ਨਾ ਜਿਹੜਾ ਡਾਕਟਰ ਆ, ਲੇਡੀ ਡਾਕਟਰ ਆ, ਉਹਨੇ ਕਾਲ ਕੀਤਾ ਜਾਂ ਨਰਸ ਨੇ? ਤੁਸੀਂ 1.5 ਘੰਟਾ ਕਾਲ ਨਹੀਂ ਸਰ, ਉਹਨਾਂ ਨੇ ਨਹੀਂ ਕਰਿਆ ਹੈਗਾ ਜੀ। ਵਾਈ ਇਜ਼ ਦੈਟ? ਤੁਸੀਂ ਪੁਲਿਸ ਨੂੰ ਕਿਉਂ ਨਹੀਂ ਇਨਵੋਲਵ ਕੀਤਾ ਰਾਈਟ ਵੇ? ਉਦੋਂ ਸਰ ਸਾਡੇ ਸੁੱਝ ਹੀ ਨਹੀਂ ਰਿਹਾ ਸੀਗਾ ਕੁਝ, ਅਸੀਂ ਕੀ ਕਰੀਏ ਜੀ। I don't understand। ਇਹ ਜਿਹੜੀ ਫਿਸ਼ੀ ਹੈ, ਮਿਸਟਰ ਸੰਧੂ ਪਲੀਜ਼ ਕਮ ਟੂ ਦੀ ਪੁਆਇੰਟ, ਥੋੜਾ ਜਿਹਾ ਧਿਆਨ ਦਿਓ ਇੱਧਰ, ਜਿਹੜਾ ਕਿ ਬਹੁਤ ਜ਼ਰੂਰੀ ਹੈ। ਜੀ ਸਰ। ਔਰ ਕਿਉਂਕਿ ਇਸ ਕੇਸ ਦੇ ਵਿੱਚ ਫਿਸ਼ੀ ਟੂ ਮੱਚ ਹੈ, ਕਿਉਂਕਿ ਤੁਸੀਂ ਮਰਡਰ ਹੁੰਦਾ ਆ, 25 ਮਿੰਟ ਤੁਸੀਂ ਦੇਖਦੇ ਨਹੀਂ ਹੈ, ਉਸ ਤੋਂ ਬਾਅਦ ਰੋਟੀ ਦੀ ਗੱਲ ਕਰਦੇ ਹੋ, ਫਿਰ ਤੁਸੀਂ 3-4 ਦੋਸਤ ਇਕੱਠੇ ਹੋ ਕੇ ਡੋਰ ਖੋਲ ਲੈਂਦੇ ਹੋ, ਆਪਣੇ ਆਪ ਤੁਸੀਂ ਮ੍ਰਿਤਕ ਦੇਹ ਨੂੰ ਉਤਾਰ ਕੇ ਲੈ ਜਾਂਦੇ ਹੋ, ਡਾਕਟਰ ਲੈ ਕੇ ਜਾਂਦੇ ਹੋ ਨਾਲ। ਜਿਹੜਾ ਡਾਕਟਰ ਆ ਉਹ ਵੀ ਪੁਲਿਸ ਨੂੰ ਫੋਨ ਨਹੀਂ ਕਰਦਾ, ਪੁਲਿਸ ਕਿਵੇਂ ਟ੍ਰੀਟਮੈਂਟ ਸ਼ੁਰੂ ਕਰ ਸਕਦਾ? ਇਹ ਸਾਰਾ ਕੁਝ ਫਿਸ਼ੀ ਆ। ਸੋ ਇਹ ਹੁਣ ਅਸੀਂ ਕਿਵੇਂ ਕਹਿ ਸਕਦੇ ਆ ਕਿ ਇਹ ਤੁਸੀਂ ਹੁਣ ਕੀ ਡਾਕਟਰ ਨੇ ਅਤੇ ਕੀ ਰਿਪੋਰਟ ਤੁਹਾਡੇ ਜਿੱਦੇ ਤੁਸੀਂ ਕੀ ਆਇਆ ਇਹ? ਜੀ ਬਿਲਕੁਲ। ਤੇ ਨਾਲੇ ਜਦੋਂ ਤੁਸੀਂ ਸੰਸਕਾਰ ਕੀਤਾ ਫਿਰ ਉਦੋਂ ਸਹੁਰੇ ਉਹਦੇ ਆਏ, ਕਿਉਂਕਿ ਸਹੁਰਿਆਂ ਦਾ ਨੰਬਰ 1 ਲੱਗ ਨਹੀਂ ਰਿਹਾ ਜੀ। ਜਿਹੜਾ ਇਹਨਾਂ ਨੇ ਕੁੜੀ ਦਾ ਨੰਬਰ ਦਿੱਤਾ ਇੰਡੀਆ ਵਾਲਾ, ਇਹ ਕਹਿੰਦੇ ਕੈਨੇਡਾ ਦੇ ਵਿੱਚ ਚੱਲਦਾ ਉਹਦਾ, ਸੋ ਉਹਦੇ ਤੇ ਘੰਟੀ ਵੱਜ ਰਹੀ, ਉਹਨੂੰ ਚੱਕ ਕੋਈ ਨਹੀਂ ਰਿਹਾ। ਵਾਲਾ ਨੰਬਰ ਬੰਦ। ਕੁੜੀ ਦੱਸਿਆ ਕਿ ਡੈਥ ਹੋ ਗਈ ਹੈ, ਤੁਸੀਂ ਫੋਨ ਕੀਤਾ ਕੁੜੀ ਨੂੰ ਵਾਪਸ? ਜੀ ਕੁੜੀ ਨੂੰ ਫੋਨ ਆ ਗਿਆ, ਪਤਾ ਸੀਗਾ ਜੀ ਉਹਨੂੰ ਉਦੋਂ ਹੀ। ਤੁਸੀਂ ਕੁੜੀ ਨੂੰ ਦੱਸਿਆ ਕਿ ਡੈਥ ਹੋ ਗਈ ਆ? ਸਰ ਸਾਨੂੰ ਤਾਂ ਕੁੜੀ ਨੇ ਦੱਸਿਆ ਵੀ ਉਹਨੇ ਇਦਾਂ ਦੀ ਕੋਈ ਹਰਕਤ ਕੀਤੀ। ਓਕੇ ਫਾਈਨ, ਠੀਕ ਹੈ, ਪਹਿਲਾਂ ਜੀ। ਆਲਰਾਈਟ। ਤੁਸੀਂ ਉਸ ਤੋਂ ਬਾਅਦ ਕੁੜੀ ਨਾਲ ਗੱਲਬਾਤ ਕੀਤੀ? ਕੁੜੀ ਨੇ ਦੁਬਾਰਾ ਤੁਹਾਨੂੰ ਫੋਨ ਕੀਤਾ? ਸਾਨੂੰ ਅਸੀਂ ਬਹੁਤ ਫੋਨ ਕਰੇ ਨੇ, ਲੇਕਿਨ ਅਸੀਂ ਚੱਕਿਆ ਨਹੀਂ ਹੈਗਾ ਉਹਦਾ ਫੋਨ ਜੀ। ਓਕੇ, ਜਿਹੜੇ ਸੰਸਕਾਰ ਕੀਤੇ ਅੱਜ ਸੰਸਕਾਰ ਤੇ ਕੁੜੀ ਦੇ ਮਤਲਬ ਜਿਹੜਾ ਮਾਂ ਪਿਓ ਸੀ ਉਹ ਆਏ ਨੇ? ਜੀ ਸਰ ਆਏ ਸੀਗੇ ਜੀ। ਓਕੇ, ਪੁਲਿਸ ਨੂੰ ਤੁਸੀਂ ਕੇਸ ਦਿੱਤਾ ਤੇ ਪੁਲਿਸ ਜਿਹੜੀ ਆ ਪੋਸਟਮਾਰਟਮ ਪੁਲਿਸ ਨੇ ਕਰਕੇ ਬੋਡੀ ਤੁਹਾਨੂੰ ਦੇ ਦਿੱਤੀ ਆ? ਜੀ ਸਰ। ਓਕੇ, ਤਾਂ ਪੁਲਿਸ ਨੂੰ ਤੁਸੀਂ ਕੀ ਕੰਪਲੇਂਟ ਕੀ ਕੀਤੀ ਆ ਹੁਣ? ਸਰ ਇਦਾਂ ਹੀ ਕੀਤੀ ਹੈ ਜੀ, ਵੀ ਇਹਨੇ ਸੁਸਾਇਡ ਕੀਤਾ ਕੁੜੀ ਦੇ ਚੱਕਰ ਜੀ, ਧੋਖਾ ਹੋਇਆ ਇਹਦੇ ਨਾਲ ਜੀ। ਤੁਸੀਂ ਹੁਣ ਦੋਸ਼ ਕੀ ਲਾਇਆ ਪੁਲਿਸ ਕੋਲ ਕਿ ਕੁੜੀ ਜ਼ਿੰਮੇਵਾਰ ਹੈ ਇਸ ਮੌਤ ਦਾ? ਜੀ ਸਰ, ਕੁੜੀ ਜ਼ਿੰਮੇਵਾਰ ਹੈ ਜੀ, ਦੋਸ਼ੀ ਹੀ ਲਾਇਆ ਜੀ। ਸੋ ਆਓ ਅਸੀਂ ਪਬਲਿਕ ਅਪੀਲ ਲੈਣੀ ਚਾਹਾਂਗੇ। ਇਹ ਲੜਕੀ ਰਹਿੰਦੀ ਕਿੱਥੇ ਹੈ? ਇਹ ਇੱਕ ਲੜਕੀ ਸਰ BC ਚ ਰਹਿੰਦੀ ਹੈ ਜੀ। ਓਕੇ, BC ਵਿੱਚ ਰਹਿੰਦੀ ਹੈ। ਨਾਰਦਰਨ ਲਾਈਟ ਕਾਲਜ ਹੈ ਜੀ, ਨਾਰਦਰਨ ਲਾਈਟ ਕਾਲਜ ਹੈ ਸੋ ਸਾਹਿਬ, ਇਹ 8 ਤਰੀਕ ਦੀ ਗੱਲ ਕਰਦੇ, 8 ਤਰੀਕ ਕੱਲ ਨੈਟ ਬੰਦ ਸੀ ਸਾਰੇ ਕੈਨੇਡਾ ਵਿੱਚ ਬੰਦ ਸੀ ਜਾਂ ਫਿਰ ਆਪਣਾ ਅੰਟਾਰੀਓ ਦਾ ਬੰਦ ਸੀ ਨੈਟ? ਕਿ 12:11 ਤੇ ਕੋਈ ਡਿਟੇਲ ਹੈ? ਮੇਰੇ ਖਿਆਲ ਵੈਨਕੂਵਰ ਚੱਲਦਾ ਸੀ ਨੈਟ ਉਸ ਵੇਲੇ। ਪਹਿਲਾਂ ਦਾ ਨਿਊਜ਼ ਹੈ ਜੀ। ਵੈਨਕੂਵਰ ਵਾਲਾ BC ਨਹੀਂ ਸਰ, ਇਹ ਬ੍ਰਿਟਿਸ਼ ਕੋਲੰਬੀਆ ਜੀ। ਬੇਟਾ ਵਹੀ ਵੈਨਕੂਵਰ ਵਾਲਾ। ਸੋ ਜੀ ਸਰ। ਸੋ ਸਭ ਇਹ ਅਸੀਂ ਬਹੁਤ ਫਿਸ਼ੀ ਸਟੋਰੀ ਨੂੰ ਕੈਚ ਕੀਤਾ ਹੈ ਔਰ ਸਾਡੇ ਲਈ ਬੜਾ ਮੁਸ਼ਕਲ ਹੈ ਕਿ ਇਹ ਕੇਸ ਜਿਹੜਾ ਕਿੰਨੇ ਲੱਖ ਰੁਪਏ ਲਾਇਆ ਤੁਸੀਂ ਇਸ ਕੁੜੀ ਨੂੰ ਭੇਜਣ ਲਈ? ਸਰ 25-26 ਲੱਖ ਰੁਪਏ ਲੱਗ ਗਏ ਜੀ। 26 ਲੱਖ ਰੁਪਏ ਤੁਸੀਂ ਲਾਇਆ ਆ? ਜੀ ਸਰ। ਤੇ ਕੱਲ ਕੁੜੀ ਦੇ ਜਿਹੜੇ ਮਾਂ-ਬਾਪ ਆਏ ਕਿੰਨਾ ਸਮਾਂ ਰਹੇ ਨੇ ਉੱਥੇ? ਸਰ ਇਹ ਆਏ ਨੇ ਜਦੋਂ ਜੀ ਕੱਲ, ਮਾਂ ਪਿਓ ਤਾਂ ਇੱਥੇ ਰਹਿ ਪਿਆ ਸੀਗਾ ਜੀ, ਮਾਂ ਚਲੇ ਗਈ ਸੀਗੀ ਜੀ। ਪਿਓ ਸਾਰੀ ਰਾਤ ਕੋ ਰਿਹਾ ਇੱਥੇ? ਹਾਂਜੀ, ਪਿਓ ਵੀ ਕੀ ਰਿਹਾ ਤੇ ਇਹਦਾ ਜੀ ਸਾਲਾ ਵੀ ਰਿਹਾ ਮੁੰਡੇ ਦਾ ਜੀ। ਤਾਂ ਉਹ ਮਤਲਬ ਸੰਸਕਾਰ ਦੀ ਰਸਮ ਕਰਕੇ ਅੱਜ ਗਏ ਨੇ ਉਹ ਵਾਪਸ? ਜੀ ਸਰ ਜੀ। ਸੋ ਤੁਸੀਂ ਪੁਲਿਸ ਨੂੰ ਰਿਪੋਰਟ ਕੀ ਕੀਤਾ ਹੈ? ਪੁਲਿਸ ਨੂੰ ਕੀ ਕਿਹਾ, ਬਿਆਨ ਕੀ ਦਿੱਤੇ ਨੇ ਪੁਲਿਸ ਨੂੰ? ਸਰ ਪੁਲਿਸ ਨੂੰ ਬਿਆਨ ਏਦਾਂ ਹੀ ਦਿੱਤੇ ਨੇ ਕਿ ਜਦੋਂ ਇਹਨੇ ਸੁਸਾਈਡ ਕੀਤਾ ਇਹਦਾ ਫੋਨ ਚੱਲ ਰਿਹਾ ਸੀਗਾ, ਵੀਡੀਓ ਕਾਲ ਕਰ ਰਹੀ ਸੀਗੀ ਇਹਦੇ ਨਾਲ ਜੀ ਕੁੜੀ। ਪੁਲਿਸ ਨੂੰ ਬਿਆਨਾਂ ਦੇ ਵਿੱਚ ਤੁਸੀਂ ਪੁਲਿਸ ਨੂੰ ਬਿਆਨਾਂ ਦੇ ਵਿੱਚ ਕਿਹਦੇ ਨਾਂ ਦਰਜ ਕਰਾਇਆ ਆ? ਕੁੜੀ ਦਾ ਜਾਂ ਮਾਂ-ਬਾਪ ਦਾ ਵੀ? ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਪਣਾ ਸਿਮਰਨਜੀਤ ਬੋਲ ਰਹੇ ਹੋ ਜੀ? ਹਾਂਜੀ ਹਾਂਜੀ ਭੈਣ ਜੀ, ਅਸੀਂ BBC ਟੋਰਾਂਟੋ ਗਾਉਂਦਾ ਪੰਜਾਬ ਰੇਡੀਓ TV ਹੈੱਡਕੁਆਟਰ ਤੋਂ ਬੋਲ ਰਹੇ ਹਾਂ, ਟੋਰਾਂਟੋ ਤੋਂ, ਜੋਗਿੰਦਰ ਬਾਸੀ ਸਾਹਿਬ ਦੇ ਆਫਿਸ ਤੋਂ। ਹੈਲੋ
ਹੈਲੋ, ਹਾਂਜੀ ਸੁਮਨ ਜੀ, ਉੱਚੀ ਬੋਲੋ ਨਾ। ਮੈਂ ਤਾਂ ਬਹੁਤ ਉੱਚੀ ਬੋਲ ਰਿਹਾ ਜੀ, ਉਹਨਾਂ ਨੇ ਮਿਊਟ ਕਰ ਦਿੱਤੀ ਕਾਲ। ਉਹਨਾਂ ਨੂੰ ਦੁਬਾਰਾ ਬੋਲੋ ਕਿ ਤੁਹਾਡੀ ਅਸੀਂ ਲਾਈਨ ਜਿਹੜੀ ਆ ਇਹ ਤੇ ਡਿਲੀਵਰ ਕਰ ਚੁੱਕੇ ਆ। ਸਿਮਰ ਜੀ, ਤੁਸੀਂ ਭਾਵੇਂ ਮਿਊਟ ਕਰਤਾ ਪਰ ਮੇਰੀ ਆਵਾਜ਼ ਫਿਰ ਵੀ ਤੁਹਾਡੇ ਕੋਲੇ ਪਹੁੰਚ ਰਹੀ ਹੈ। ਸੋ ਅਸੀਂ ਜਿਹੜੇ ਤੁਹਾਡੇ ਹਸਬੈਂਡ ਨੇ ਸੁਸਾਈਡ ਕੀਤਾ, ਜੇ ਤੁਹਾਡੇ ਜਿਹੜੇ ਸਹੁਰਾ ਪਰਿਵਾਰ ਵੱਲੋਂ ਦੋਸ਼ ਲਾਏ ਜਾ ਰਹੇ ਆ ਕਿ ਤੁਹਾਡਾ ਕਾਰਨ ਉਹਨਾਂ ਨੇ ਜਿਹੜਾ ਸੁਸਾਈਡ ਕੀਤਾ, ਉਹਦੇ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹ ਰਹੇ ਹਾਂ। ਸੋ ਮੇਰੀ ਆਵਾਜ਼ ਤੁਹਾਨੂੰ ਸੁਣ ਰਹੀ ਹੈ, ਭਾਵੇਂ ਤੁਸੀਂ ਆਪਦਾ ਪੱਖ ਜਿਹੜਾ ਮਿਊਟ ਕਰ ਚੁੱਕੇ ਹੋ ਆਪਦੇ ਵਾਲੇ ਪਾਸੇ ਮੋਬਾਈਲ ਨੂੰ। ਸੋ ਉਹਦੇ ਬਾਰੇ ਤੁਹਾਡੇ ਨਾਲ ਅਸੀਂ ਗੱਲ ਕਰਨ ਦੀ ਲਗਾਤਾਰ ਕੋਸ਼ਿਸ਼ ਦੇ ਵਿੱਚ। ਤੁਹਾਡਾ ਇੰਡੀਆ ਵਾਲਾ ਨੰਬਰ WhatsApp ਤੇ ਚੱਲ ਰਿਹਾ ਕਰਕੇ ਕਾਲ ਕਰ ਰਹੇ ਹਾਂ। ਸਾਨੂੰ ਪਲੀਜ਼ ਆਪਣਾ ਜਿਹੜਾ ਕੈਨੇਡਾ ਵਾਲਾ ਨੰਬਰ ਪ੍ਰੋਵਾਈਡ ਕੀਤਾ ਜਾਵੇ ਜੀ। ਬਸ ਅਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਗੁੱਡੀ ਸੁਣ ਰਹੀ ਹੈ। ਸਿਮਰਜੀਤ, ਤੇ ਤੁਸੀਂ ਗੱਲਬਾਤ ਕੀਤੀ ਸੀ। ਮੈਂ ਜੋਗਿੰਦਰ ਬਾਸੀ ਬੋਲ ਰਿਹਾ ਔਰ ਅਨਮਿਊਟ ਕੀਤਾ ਉਹਨਾਂ ਨੇ। ਹੈੱਡਕੁਆਟਰ ਤੋਂ ਮੈਂ ਗੱਲ ਕਰ ਰਿਹਾ। ਅਸੀਂ ਇਸ ਵੇਲੇ ਇੱਕ ਸਟੋਰੀ ਨੂੰ ਕਵਰ ਕਰ ਰਹੇ ਹਾਂ। ਇਸ ਸਟੋਰੀ ਦੇ ਵਿੱਚ ਤੁਹਾਡੀ ਇਨਵੋਲਵਮੈਂਟ ਹੈ ਕਿ ਜਦੋਂ ਸੁਸਾਈਡ ਕਰਦਾ ਉਸ ਵੇਲੇ ਤੁਸੀਂ ਇੱਕ ਵੀਡੀਓ ਕਾਨਫਰੰਸ ਤੇ ਹੋ। ਜਦੋਂ ਸੁਸਾਈਡ ਕੀਤਾ ਉਸ ਤੋਂ ਬਾਅਦ ਤੁਸੀਂ ਇਨਫੋਰਮ ਕਰਦੇ ਹੋ ਆਪਣੀ ਭਰਜਾਈ ਨੂੰ, ਆਪਣੇ ਹਸਬੈਂਡ ਦੇ ਸਕੀ ਸਿਸਟਰ ਕਿਰਨਦੀਪ ਨੂੰ ਦੱਸਦੇ ਹੋ ਕਿ ਉੱਪਰ ਜਾ ਕੇ ਵੇਖੋ ਕਿ ਮੇਰੇ ਘਰ ਵਾਲਾ ਜਿਹੜਾ ਹੈ ਉਹ ਡੈਥ ਹੋ ਚੁੱਕੀ ਹੈ। ਬਟ ਉਹ ਕਹਿੰਦੀ ਫੋਨ ਨਹੀਂ ਚੁੱਕਦੀ ਕਿਉਂਕਿ ਉਹਦਾ ਫੋਨ ਡੈਡ ਆ। ਤੂੰ ਆਪਣੇ ਫਾਦਰ ਨੂੰ ਫੋਨ ਕਰਦੀ ਗਰਜੰਟ ਨੂੰ। ਗਰਜੰਟ ਫਿਰ ਕੋਈ 20-25 ਮਿੰਟ ਬਾਅਦ ਫੋਨ ਕਰਦਾ ਆ ਤੇਰੇ ਸਹੁਰੇ ਪਰਿਵਾਰ ਨੂੰ। ਔਰ ਆਪਣੇ ਜਸਮੀਤ ਜਿਹੜਾ ਸਹੁਰਾ ਗਰਜੰਟ ਆ ਉਹ ਕਿਹਨੂੰ ਫੋਨ ਕਰਦਾ ਹੈ? ਤੈਨੂੰ ਫੋਨ ਕਰਦਾ ਹੈ, ਕੁੜੀ ਨੂੰ ਫੋਨ ਕਰਦਾ ਹੈ, ਜਾਂ ਕੁੜੀ ਦੇ ਪੇ ਨੂੰ ਫੋਨ ਕਰਦਾ ਹੈ? ਕਿਹਨੂੰ ਕਾਲ ਕਰਦਾ? ਤੁਸੀਂ ਸੌਰੀ ਜਸਪ੍ਰੀਤ ਨਹੀਂ, ਸਿਮਰਨਜੀਤ ਜੀ, ਤੁਸੀਂ ਗੱਲ ਕਰੋ ਜੀ। ਸਾਨੂੰ ਆਪਣਾ ਨੰਬਰ ਜਿਹੜਾ ਦਿਓ ਤੁਸੀਂ। ਸੋ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਜਿਹੜੇ ਤੁਹਾਡੇ ਪਤੀ ਨੇ ਸੁਸਾਈਡ ਕੀਤਾ ਪੰਜਾਬ ਦੇ ਵਿੱਚ, ਤੇ ਕਿਹਾ ਜਾ ਰਿਹਾ ਕਿ ਤੁਸੀਂ ਆਈਫੋਨ 13 ਪ੍ਰੋ ਲੈਣ ਦੀ ਜਿੱਦ ਕਰਦੇ ਸੀਗੇ, ਉਹ ਪੈਸੇ ਨਹੀਂ ਭੇਜ ਰਿਹਾ ਸੀ ਜਾਂ ਭੇਜ ਰਿਹਾ ਸੀ, ਜਾਂ ਕੀ ਹੋਇਆ ਤੁਹਾਡੇ ਤਕਰਾਰ ਦੇ ਵਿੱਚ? ਸੋ ਉਹਦੇ ਬਾਰੇ ਤੁਹਾਡੇ ਨਾਲ ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਵੀਰ ਜੀ, ਇਹ ਜਿਹੜਾ ਕੁਝ ਵੀ ਕਿਹਾ ਜਾ ਰਿਹਾ ਨਾ, ਇਹ ਸਾਰਾ ਕੁਝ ਝੂਠ ਹੈ। ਸਾਰੇ ਬਿਆਨ ਦਿੱਤੇ ਨੇ ਜਿਹੜੇ ਇਹ ਗਲਤ ਦਿੱਤੇ ਨੇ। ਤੁਸੀਂ ਉਹੀ ਪੁੱਛ ਰਹੇ ਬੇਟਾ? ਹਾਂ ਬਿਲਕੁਲ, ਮੈਂ ਬਸ ਇਹਨਾਂ ਦਾ ਨੰਬਰ ਲੈਣਾਗਾ ਤੇ ਮੈਂ ਫਿਰ ਕਾਲ ਕਰਦਾ ਇਹਨਾਂ ਨੂੰ। ਇੱਕ ਸੈਕਿੰਡ ਦੀ ਲਾਈਨ ਚਲਾਓ, ਇੱਕ ਲਾਈਨ ਨਾ ਕੱਟ ਜਾਣ। ਨੰਬਰ ਆਪਣਾ ਮੈਨੂੰ ਇੱਧਰਲਾ ਦਿਓ ਜੀ, ਆਪਣਾ ਜਿਹੜੇ ਤੇ ਤੁਹਾਡਾ ਗੱਲ ਹੋ ਸਕੇ। ਮੇਕ ਸ਼ੋਰ ਕਿ ਤੁਸੀਂ ਸਾਡਾ ਸਾਥ ਦਿਓ ਕਿਉਂਕਿ ਅਸੀਂ ਇੱਕ ਮਿੰਟ ਅਸੀਂ ਤੁਹਾਡੀ ਸਟੋਰੀ ਨੂੰ ਕਵਰ ਕਰ ਰਹੇ ਹਾਂ। ਸੋ ਸਾਹਿਬ ਇਹਨਾਂ ਦਾ ਫੋਨ ਨੰਬਰ ਲੈ ਲਓ ਔਰ ਸਮਝੀ ਮੇਕ ਸ਼ੋਰ ਕਿ ਸਟੋਰੀ ਜਿਹੜੀ ਆ ਅਸੀਂ ਬਾਪ ਸਾਹਿਬ ਨੇ ਹੁਣ ਅਸੀਂ ਪਬਲਿਕ ਓਪੀਨੀਅਨ ਲੈਣ ਤੋਂ ਪਹਿਲਾਂ ਆਪਣੇ ਸਰੋਤਿਆਂ ਨੂੰ ਦੱਸੀਏ ਕਿ ਇੰਡੀਅਨ ਸਬਜ਼ੀ ਬਾਜ਼ਾਰ ਜਿਹੜਾ ਹੈ ਇਹ ਗ੍ਰੋਸਰੀ ਸਟੋਰ 15 ਜਨ ਖੁੱਲੇਗਾ ਆਉਣ ਵਾਲੇ ਸ਼ੁੱਕਰਵਾਰ ਨੂੰ। ਪਰ ਅੱਜ ਇਸ ਦੇ ਵਿੱਚ ਇੱਕ ਮੀਟ ਸ਼ਾਪ ਹੈ, ਉਹ ਸੈਕਸ਼ਨ ਖੋਲ੍ਹ ਦਿੱਤਾ ਗਿਆ ਹੈ ਜੋ ਕਿ ਅੱਜ ਰਾਤ ਦੇ 10 ਵਜੇ ਤੱਕ 15% ਛੋਟ ਤੇ ਤੁਹਾਨੂੰ ਬਣਿਆ ਮੀਟ ਜਾਂ ਫਿਰ ਕੱਚਾ ਮੀਟ ਤੁਸੀਂ ਲਿਆ ਕੇ ਪਕਾ ਸਕਦੇ ਹੋ, ਬਾਰਬੀਕਿਊ ਕਰ ਸਕਦੇ ਹੋ। ਸੋ ਅਸੀਂ ਬਹੁਤ ਜਲਦੀ ਸਟੋਰੀ ਨੂੰ ਕਵਰ ਕਰ ਰਹੇ ਹਾਂ ਔਰ ਸਟੋਰੀ ਦੇ ਵਿੱਚ ਅਸੀਂ ਪੱਖ ਲੈਣਾ ਚਾਹਾਂਗੇ ਦੋਨਾਂ ਧਿਰਾਂ ਦਾ, ਕੀ ਹੈ ਕੀ ਨਹੀਂ ਹੈ। ਇਹਦੇ ਵਿੱਚ ਲੜਕੀ ਕੁਝ ਹੋਰ ਕਹਿ ਰਹੀ ਹੈ, ਜਸਪ੍ਰੀਤ ਕੁਝ ਹੋਰ ਕਹਿ ਰਿਹਾ। ਸੋ ਸਾਨੂੰ ਡਾਊਟ ਹੈ, ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੇ ਉੱਪਰ ਗਲਤ ਐਲੀਗੇਸ਼ਨ ਲਗਾਏ ਜਾਣ। ਔਰ ਇਹਦੇ ਬਾਰੇ ਵਿੱਚ ਪੁਲਿਸ ਦੀ ਨਜ਼ਰ ਕੀ ਹੈ, ਮੈਂ ਹੈਰਾਨ ਹਾਂ ਕਿ ਜੇ ਬੋਡੀ ਨੂੰ ਉਤਾਰਿਆ ਜਾਂਦਾ ਤਾਂ ਪੁਲਿਸ ਨੂੰ ਇਨਫੋਰਮ ਕਿਉਂ ਨਹੀਂ ਕੀਤਾ ਜਾਂਦਾ? ਔਰ ਉਹ ਕਿਹੜੀ ਐਸੀ ਡਾਕਟਰ ਹੈ ਜਿਹਨੂੰ ਪਤਾ ਕਿ ਸੁਸਾਈਡ ਕੀਤਾ ਕਿ ਉਹਦੇ ਵਾਸਤੇ 1.5 ਘੰਟਾ ਪੁਲਿਸ ਨੂੰ ਇਨਫੋਰਮ ਕਿਉਂ ਨਹੀਂ ਕੀਤਾ ਗਿਆ? 1.5 ਘੰਟੇ ਬਾਅਦ ਕਿਉਂ ਕੀਤਾ ਗਿਆ? ਕਿਹਨੇ ਕੀਤਾ 1.5 ਘੰਟੇ ਬਾਅਦ? ਇਹ ਸਾਡਾ ਸਵਾਲ ਹੈ। ਅਸੀਂ ਜਾਣਨਾ ਚਾਹੁੰਦੇ ਹਾਂ। ਗੁੱਡੀ ਲਾਈਨ ਤੇ ਸਿਮਰਪ੍ਰੀਤ, ਤੁਹਾਡੀ ਸ਼ਾਦੀ ਜਿਹੜੀ ਹੈ ਗਗਨਪ੍ਰੀਤ ਨਾਲ ਹੋਈ ਕਿਹੜੇ ਸਾਲ ਵਿੱਚ ਹੋਈ, ਤੁਹਾਨੂੰ ਯਾਦ ਹੈ ਬੇਟਾ? ਹਾਂਜੀ, ਮੇਰੀ ਮੈਰਿਜ ਨੂੰ ਹਾਲੇ ਸਾਲ ਤੱਕ ਨਹੀਂ ਹੋਇਆ ਹੈਗਾ। ਬੇਟੇ ਸਾਨੂੰ ਬੜਾ ਦੁੱਖ ਹੈ ਕਿ ਤੁਸੀਂ ਆਪਣੇ ਪਤੀ ਪਰਮੇਸ਼ਰ ਨੂੰ ਗਵਾ ਚੁੱਕੇ ਹੋ। ਤੁਹਾਨੂੰ ਆਪਣੇ ਪਤੀ ਪਰਮੇਸ਼ਰ ਦੇ ਨਾਲ ਲਈਆਂ ਜਿਹੜੀਆਂ ਲਾਮਾਂ ਤੁਹਾਨੂੰ ਯਾਦ ਆ ਰਿਹਾ ਹੋਵੇਗਾ ਉਹ ਦਿਨ। ਤੁਹਾਡੀ ਲਵ ਮੈਰਿਜ ਸੀ ਜਾਂ ਅਰੇਂਜ ਮੈਰਿਜ ਸੀ? ਅਰੇਂਜ ਮੈਰਿਜ ਸੀ ਸਰ। ਅਰੇਂਜ ਮੈਰਿਜ ਦਾ ਕਾਰਨ ਕਿ ਤੁਸੀਂ ਆਪਣੀ ਆਈਲਟ ਦੀ ਫੀਸ ਤੁਹਾਡੇ ਸਹੁਰੇ ਪਰਿਵਾਰ ਨੇ ਭਰਨੀ ਸੀ ਤਾਂ ਜਿਸ ਕਰਕੇ ਤੁਸੀਂ ਸ਼ਾਦੀ ਕੀਤੀ। ਕੈਨੇਡਾ ਆਉਣ ਦੀ ਖਾਤਰ ਇਹ ਰਿਸ਼ਤਾ ਹੋਇਆ ਸੀ ਤੁਹਾਡਾ? ਹਾਂਜੀ। ਕਿ ਤੁਸੀਂ ਘਰੋਂ ਗਰੀਬ ਸੀਗਾ ਤੇ ਇਹ ਘਰੋਂ ਅਮੀਰ ਸੀਗੇ ਤੇ ਇਹਨਾਂ ਨੇ ਕੋਈ 22 ਤੋਂ 24 ਲੱਖ ਰੁਪਈਆ ਦੇ ਕੇ ਤੁਹਾਨੂੰ ਕੈਨੇਡਾ ਭੇਜਿਆ। ਹਾਂਜੀ। ਤੁਸੀਂ ਬਿਲਕੁਲ ਠੀਕ ਠਾਕ ਰਹੇ। ਤੁਹਾਡੀ ਪਿਛਲੇ ਕੁਝ ਕੁ ਹਫ਼ਤਿਆਂ ਤੋਂ ਆਪਸ ਵਿੱਚ ਹੀ ਟੈਲੀਫੋਨ ਤੇ ਰੋਜ਼ਾਨਾ ਹੀ ਲੜਾਈ ਹੋਣ ਦਾ ਕਾਰਨ ਉਹ ਕਹਿੰਦੇ ਆ ਕਿ ਤੁਸੀਂ 13 ਪ੍ਰੋ ਫੋਨ ਦੀ ਮੰਗ ਕਰ ਰਹੇ ਸੀ। ਸਰ ਇੱਕ ਮਿੰਟ ਸਰ, ਮੈਨੂੰ ਮੇਰੀ ਗੱਲ ਕਲੀਅਰ ਕਰਨ ਦਿਓ। ਜੋ ਮੈਂ ਸਵਾਲ ਪੁੱਛ ਰਿਹਾ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰੋ, ਉਸ ਤੋਂ ਬਾਅਦ ਮੈਂ ਤੁਹਾਨੂੰ ਦੇਵਾਂਗਾ ਕਿ ਆਪਣਾ ਪੱਖ ਪੇਸ਼ ਕਰਨ ਦੇ ਵਾਸਤੇ। ਤੁਹਾਡੀ ਆਪਸ ਵਿੱਚ ਹੀ ਲੜਾਈ ਦਾ ਕਾਰਨ ਇੱਕ ਟੈਲੀਫੋਨ ਹੈ ਬੇਟਾ? ਭੈਣ ਜੀ, ਮੈਨੂੰ ਲੱਗਦਾ ਤੁਹਾਨੂੰ ਪਿੱਛੋਂ ਕੋਈ ਗਾਈਡ ਵੀ ਕਰ ਰਿਹਾ। ਸੋ ਪਲੀਜ਼ ਉਹਨਾਂ ਦਾ ਜਾਂ ਤਾਂ ਨਾਮ ਦੱਸ ਕੇ ਦੱਸ ਦਿੱਤਾ ਜਾਵੇ ਕੌਣ ਕਰ ਰਿਹਾ ਤੁਹਾਨੂੰ ਗਾਈਡ, ਗੱਲਬਾਤ ਕੌਣ ਕਰ ਰਿਹਾ, ਤਾਂ ਜੋ ਉਹਨਾਂ ਦਾ ਵੀ ਕੇਸ ਦੇ ਵਿੱਚ ਬਣਦੀ ਇਨਵੋਲਵਮੈਂਟ ਪੇਸ਼ ਕੀਤੀ ਜਾ ਸਕੇ। ਜਿਹੜਾ ਤੁਹਾਨੂੰ ਕੋਈ ਗਾਈਡ ਕਰ ਰਿਹਾ ਉਹਨਾਂ ਕੋ ਪਲੀਜ਼ ਕਿਸੇ ਕਿਸਮ ਦੀ ਇੰਟਰਵਿਊ ਨਾ ਕਰੇ ਇਸ ਇੰਟਰਵਿਊ ਵਿੱਚ, ਕਿਉਂਕਿ ਕੋਈ ਨਹੀਂ ਹੈਗਾ ਮੇਰੇ ਕੋਲੇ। ਤੁਹਾਡੇ ਨਾਲ ਪਿੱਛੇ ਆਵਾਜ਼ ਆ ਰਹੀ ਹੈ, ਤੁਸੀਂ ਝੂਠ ਬੋਲਣ ਦੀ ਕੋਸ਼ਿਸ਼ ਕਰਦੇ ਹੋ ਔਰ ਯੂ ਵਿਲ ਬੀ ਇਨ ਟਰਬਲ। ਸੋ ਅਸੀਂ ਇੱਥੇ ਆਰਸੀਪੀ ਨੂੰ ਕੇਸ ਦੇ ਰਹੇ ਹਾਂ।
ਕਿਉਂਕਿ ਇਹਦੇ ਵਿੱਚ ਮਰਡਰ ਦਾ ਕੇਸ ਹੈ, ਤੁਸੀਂ ਇਨਵੋਲਵ ਹੋ, ਕਿਉਂਕਿ ਤੁਹਾਡੀ ਇੱਕ ਵੀਡੀਓ ਜਿਹੜੀ ਆ ਉਹ ਆਲਰੇਡੀ ਕਾਨਫਰੰਸ ਹੋ ਰਹੀ ਜਿਸ ਵੇਲੇ ਉਹ ਸੁਸਾਈਡ ਕਰ ਰਿਹਾ, ਔਰ ਤੁਸੀਂ ਆਪ ਇਨਫੋਰਮ ਕਰਦੇ ਹੋ ਪੰਜਾਬ ਦੇ ਵਿੱਚ ਕਿ ਮੇਰੇ ਘਰ ਵਾਲੇ ਨੇ ਸੁਸਾਈਡ ਕਰ ਲਿਆ ਆ। ਤੁਹਾਨੂੰ ਕਿਵੇਂ ਪਤਾ ਕਿ ਸੁਸਾਈਡ ਕਰ ਲਿਆ ਉਹਨੇ? ਤੁਸੀਂ ਖੁਦ ਆਪ ਦੱਸਿਆ ਉਹਨਾਂ ਨੂੰ, ਪਹਿਲਾਂ ਆਪ ਨਨਾਣ ਨੂੰ ਫੋਨ ਕੀਤਾ, ਚੁੱਕਿਆ, ਫਿਰ ਤੁਸੀਂ ਆਪਣੇ ਫਾਦਰ ਨੂੰ ਫੋਨ ਕੀਤਾ, ਗੁਰਜੰਟ ਸਿੰਘ ਨੂੰ। ਹਾਂਜੀ ਮੈਂ ਫੋਨ ਜ਼ਰੂਰ ਕੀਤਾ ਸੀ, ਪਰ ਮੈਂ ਇਹ ਕਹਿਣ ਲਈ ਕਰਿਆ ਸੀ ਕਿ ਮੇਰਾ ਫੋਨ ਚੱਕਿਆ ਨਹੀਂ ਜਾ ਰਿਹਾ ਹੈਗਾ। ਪਹਿਲਾਂ ਜਦੋਂ ਤੁਸੀਂ ਗੱਲਬਾਤ ਹੁੰਦੀ ਸੀ ਤੁਹਾਡੀ ਕਿੰਨਾ ਲੰਬਾ ਸਮਾਂ ਗੱਲਬਾਤ ਹੋਈ ਉਸ ਦਿਨ, ਤੇ ਕਿਹੜਾ ਮਿੰਟ ਸੀ ਆਖਰੀ ਜਦੋਂ ਗੱਲਬਾਤ ਹੋਈ ਤੁਹਾਡੇ ਨਾਲ? ਕੀ ਗੱਲਬਾਤ ਹੋਈ ਤੁਹਾਡੀ ਆਪਸੀ ਲੜਾਈ ਕਾਹਤੋਂ ਹੋ ਰਹੀ ਸੀ? ਇੱਕ ਟੈਲੀਫੋਨ ਤੇ ਹੋ ਰਹੀ ਸੀ, ਉਹ ਕਹਿੰਦਾ ਸੀ ਸੈਂਪਲ ਫੋਨ ਲੈ ਲਓ, ਤੁਸੀਂ ਪੜ੍ਹਾਈ ਕਰ ਲਓ? ਨਹੀਂ ਸਰ ਫੋਨ ਦੇ ਪਿੱਛੇ ਸਾਡੀ ਕੋਈ ਲੜਾਈ ਹੋਈ ਨਹੀਂ ਹੋਈ। ਅੱਛਾ, ਹੋਰ ਕਿਹੜੀ? ਸਿਮਰਪ੍ਰੀਤ, ਕਿਸ ਕਰਕੇ ਲੜਾਈ ਹੋ ਰਹੀ ਸੀ ਆਪ ਜੀ ਦੀ? ਸਾਡੀ ਸਰ ਕੋਈ ਲੜਾਈ ਨਹੀਂ ਸੀ ਹੋ ਰਹੀ। ਉਹਨਾਂ ਨੇ ਮੈਨੂੰ ਸਿਰਫ ਇੰਨੀ ਗੱਲ ਕਹੀ ਆ ਵੀ ਮੈਂ ਤੇਰੀ ਏਜੰਟ ਨਾਲ ਗੱਲ ਕਰਵਾਉਣਾ, ਜਾ ਕੇ ਉੱਥੇ ਡਾਕੂਮੈਂਟ ਹੋਣਗੇ ਜਿਹੜੇ ਮੈਨੂੰ ਦੱਸਦੀ ਵੀ ਮੈਨੂੰ ਪਤਾ ਨਹੀਂ ਲੱਗਣੀ ਏਦਾਂ ਵੀ ਤੇਰੀ ਮੈਂ ਏਜੰਟ ਨਾਲ ਜਾ ਕੇ ਗੱਲ ਕਰਵਾਉਣਾ, ਵੀ ਮੈਂ ਹੁਣੀ ਖੰਨੇ ਨਹੀਂ ਜਾ ਰਿਹਾ। ਨਹੀਂ, ਏਜੰਟ ਦੇ ਨਾਲ ਡਾਕੂਮੈਂਟ ਜਿਹੜੇ ਤੁਸੀਂ ਦੇਣੇ ਆ, ਉਹ ਕਾਹਦੇ ਡਾਕੂਮੈਂਟ ਦੀ ਗੱਲ ਕਰ ਰਿਹਾ ਆ? ਫਾਈਲ ਲਗਵਾਉਣ ਦੀ ਸਰ। ਫਾਈਲ ਦੀ? ਤੁਸੀਂ ਉਹਨਾਂ ਨੂੰ ਸਪਾਂਸਰ ਨਹੀਂ ਸੀ ਕਰ ਰਹੇ ਆਪ ਜੀ? ਹੁਣ ਸਰ ਮੈਂ ਉਹਨਾਂ ਦੀ ਫਾਈਲ ਲਗਾ ਰਹੀ ਸੀ। ਫਾਈਲ ਲਗਾ ਰਹੀ ਸੀ, ਪਰ ਕਈ ਦਿਨਾਂ ਦੀ ਆਪਸ ਵਿੱਚ ਹੀ ਤੁਹਾਡਾ ਟਕਰਾਅ ਸੀਗਾ। ਇਹ ਤੁਹਾਡਾ ਜਿਹੜਾ ਜੇਠ ਆ, ਉਹਦਾ ਨਾਂ ਜਸਪ੍ਰੀਤ ਹੈ, ਤੁਹਾਡੀ ਫੈਮਿਲੀ ਵਿੱਚੋਂ, ਉਹਨੇ ਦੱਸਿਆ ਕਿ ਇਹ ਆਪਸ ਵਿੱਚ ਹੀ ਕਈ ਹਫ਼ਤਿਆਂ ਤੋਂ ਤੂੰ ਮੈਂ ਰੋਜ਼ਾਨਾ ਕਰ ਰਹੀ ਸੀ, ਤੇ ਕਈ ਮਿੰਟ ਗੱਲਾਂ ਕਰ ਰਹੇ ਸੀ, ਅਕਸਰ ਲੜਦੇ ਰਹਿੰਦੇ ਸੀ। ਕਾਰਨ ਕੀ ਸੀ ਲੜਾਈ ਦਾ? ਤੁਹਾਡੀ ਲੜਾਈ ਦਾ ਸਿਰਫ ਸਪਾਂਸਰ ਤੁਸੀਂ ਲੇਟ ਹੋ ਰਹੇ ਸੀ ਕਰਨ ਤੋਂ, ਉਹ ਜਲਦੀ ਚਾਹੁੰਦੇ ਸੀਗੇ ਕੀਤਾ ਜਾਵੇ, ਕਾਰਨ ਕੀ ਸੀਗਾ? ਸਰ ਸਾਡੀ ਕੋਈ ਲੜਾਈ ਨਹੀਂ ਸੀ ਹੁੰਦੀ, ਜਿਹੜੇ ਵੀ ਕਹਿ ਰਹੇ ਆ ਉਹ ਸਾਰੇ ਗਲਤ ਕਹਿ ਰਹੇ ਆ। ਕੌਣ ਕਹਿ ਰਹੇ ਨੇ? ਕੌਣ ਕਹਿ ਰਹੇ ਨੇ? ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਨਾ ਜੇਠ ਆ ਜਿਹੜਾ, ਮੈਂ ਹਾਲੇ ਤੱਕ ਉਹਨੂੰ ਜਾਣਦੀ ਵੀ ਨਹੀਂ, ਮੈਂ ਉਹਨੂੰ ਦੇਖਿਆ ਵੀ ਨਹੀਂ ਹੈਗਾ। ਇਹ ਕਿਵੇਂ ਹੋ ਸਕਦਾ ਤੁਹਾਡਾ ਜੇਠ ਹੋਵੇ? 6 ਮਹੀਨੇ ਆਪਣੇ ਸਹੁਰੇ ਰਹਿ ਕੇ ਆਏ, ਤੁਸੀਂ ਜੇਠ ਨੂੰ ਜਾਣਦੇ ਨਹੀਂ ਆਪਣੇ ਨੂੰ? ਸਰ ਇੱਕ ਮਿੰਟ, ਜਿਹੜੇ ਮੇਰੀ ਨਜ਼ਰ 'ਚ ਨੇ ਨਾ ਉਹ ਤਾਂ ਹੈ ਹੀ ਨਹੀਂ। ਇੱਕ ਦਾ ਨਾਮ ਤਾਂ ਮਨੀ ਹੈ, ਉਹੀ ਰਹਿੰਦਾ ਉੱਥੇ, ਹੋਰ ਤਾਂ ਕੋਈ ਜਾਣਦੀ ਨਹੀਂ ਮੈਂ ਕਿਸੇ ਨੂੰ। ਇਹ ਜਸਪ੍ਰੀਤ ਕੌਣ ਹੈ? ਜਸਪ੍ਰੀਤ ਹੈਲੋ ਬੋਲ। ਹਾਂਜੀ ਮੈਂ ਜਸਪ੍ਰੀਤ ਆ, ਸਾਹਮਣੇ ਘਰ ਵਾਲਾ ਸਿਮਰਨ। ਵੀਰੇ ਸਾਹਮਣੇ ਜਿਹੜਾ ਜੱਸਾ? ਹਾਂ ਜੱਸਾ। ਓਕੇ। ਇਹ ਗੱਲ ਜਿਹੜੀ ਕਿਰਨਾ ਗੱਲ ਕਰ ਰਹੀ ਸੀ, ਇਹ ਤਾਂ ਹੋਰ ਨਹੀਂ ਰਹੀ ਸੀ। ਇਹਨੇ ਜੋ ਦੱਸਿਆ ਸੀਗਾ ਨਾ ਮੈਨੂੰ, ਮੈਂ ਉਹ ਗੱਲਾਂ ਦੱਸ ਰਿਹਾ ਸੀਗਾ। ਵੀਰੇ ਤੁਸੀਂ ਗੱਲ ਤੇ ਮਤਲਬ ਯਕੀਨ ਕਰਿਆ, ਜਿਹੜੀ ਗੱਲ ਉਹਨਾਂ ਨੇ ਕਹੀ, ਤੁਸੀਂ ਕਦੇ ਉਹਨਾਂ ਨੂੰ ਖੁਦ ਪੁੱਛਿਆ ਸੀ ਵੀ ਉਹ ਮੇਰੇ ਨਾਲ ਕਿਵੇਂ ਸੀ? ਕੌਣ? ਗਗਨ? ਹਾਂਜੀ। ਨਹੀਂ ਮੈਂ ਕਦੇ ਇਹਨੂੰ ਪੁੱਛਿਆ ਨਹੀਂ, ਨਾ ਉਹਨੇ ਮੇਰੇ ਗੱਲ ਕਰੀ ਕਦੀ ਮੇਰੇ ਕੋਲੇ। ਮੁੰਡੇ ਦੀ ਭੈਣ ਨਾਲ ਗੱਲ ਕਰੋ ਬਸ। ਆਈ ਸੀ ਕਰਨਦੀਪ ਨਾਲ ਗੱਲ ਕਰੋ ਸਾਡੀ ਜਲਦੀ ਨਾਲ, ਕਿਉਂਕਿ ਸਾਨੂੰ ਦੁੱਖ ਹੈ, ਔਰ ਸਿਮਰਜੀਤ ਦਾ ਵੀ ਸਾਨੂੰ ਦੁੱਖ ਹੈ ਕਿਉਂਕਿ ਵਿਧਵਾ ਹੋ ਚੁੱਕੀ ਹੈ, ਔਰ ਦੂਜਾ ਕਰਨਦੀਪ ਲਾਈਨ ਤੇ ਹੋ? ਹਾਂਜੀ ਸਰ। ਕਰਨਦੀਪ, ਤੁਹਾਡੀ ਭਰਜਾਈ, ਤੁਹਾਡੀ ਲਾਡਲੀ ਭਰਜਾਈ ਜਿਹੜੀ ਹੈ, ਨਨਾਣ ਭਰਜਾਈ ਦਾ ਬੜਾ ਪਵਿੱਤਰ ਰਿਸ਼ਤਾ ਹੁੰਦਾ ਜਿਹੜਾ ਕਿ ਰੱਬ ਨੇ ਖਤਮ ਕਰ ਦਿੱਤਾ। ਔਰ ਕਰਨਦੀਪ ਤੁਹਾਡੇ ਨਾਲ ਕਿਹੋ ਜਿਹਾ ਬਿਹੇਵ ਕਰਦੀ ਸੀ ਇਹ ਲੜਕੀ ਸਿਮਰਜੀਤ? ਤੁਹਾਡੇ ਨਾਲ ਪਿਆਰ ਨਾਲ ਗੱਲ ਕਰਦੀ ਸੀ? ਹਾਂਜੀ ਸਰ, ਮਤਲਬ ਅਸੀਂ ਘਰ ਦੇ ਵਿੱਚ ਬਹੁਤ ਵਧੀਆ ਰਹੇ ਹਾਂ। ਓਕੇ। ਮੈਰਿਜ ਤੋਂ ਮਤਲਬ ਬਾਅਦ ਬਹੁਤ ਵਧੀਆ ਰਹੇ ਹਾਂ। ਕੈਨੇਡਾ ਜਾ ਕੇ ਵੀ ਬਾਅਦ ਚ ਰਹੇ ਠੀਕ? ਮਤਲਬ ਕਿ ਜਦੋਂ ਇਹ ਉੱਥੇ ਕੈਨੇਡਾ ਪਹੁੰਚੇ ਨੇ, ਇਹਨਾਂ ਨੇ ਮੈਨੂੰ ਕਾਲ ਕੀਤੀ ਹੈ ਦੂਸਰੇ ਦਿਨ ਪਹੁੰਚ ਕੇ। ਹਾਂ। ਵਧੀਆ ਦੱਸਿਆ ਕਿ ਮੈਂ ਏਦਾਂ ਦਾ ਪਹੁੰਚ ਗਈ ਹਾਂ। ਉਸ ਤੋਂ ਬਾਅਦ ਫਿਰ ਕੀ ਹੋਇਆ? ਸਰ ਹੈ ਨਾ, ਉਸ ਤੋਂ ਬਾਅਦ ਮੇਰੇ ਮਤਲਬ ਪਾਪਾ ਦੀ ਰਿਟਾਇਰਮੈਂਟ ਪਾਰਟੀ ਸੀਗੀ। ਹਾਂ। ਹਾਂਜੀ ਸਰ, ਪਾਰਟੀ ਤੇ ਨਾ ਮਤਲਬ ਮੇਰੇ ਤੋਂ ਇਹਨਾਂ ਨਾਲ ਗੱਲ ਨਹੀਂ ਹੋਈ ਹੈਗੀ। ਮੇਰੇ ਕੋਲ ਟਾਈਮ ਨਹੀਂ ਸੀ ਕਿਉਂਕਿ ਮੰਮਾ ਨਹੀਂ ਹੈਗੇ, ਤਾਂ ਕਰਕੇ ਰਿਸਪੌਂਸਿਬਿਲਿਟੀ ਸੀਗੀ ਮੇਰੀ ਸਾਰੀ ਉਸ ਟਾਈਮ। ਓਕੇ, ਫਿਰ ਕੀ ਹੋਇਆ? ਮੈਨੂੰ ਤਾਂ ਇਹਨਾਂ ਨੂੰ ਵੀਡੀਓ ਕਾਲ ਤੇ ਫੰਕਸ਼ਨ ਨਹੀਂ ਦਿਖਾ ਹੋਇਆ। ਹਾਂ। ਇਹਨਾਂ ਨੂੰ ਗੁੱਸਾ ਲੱਗਿਆ ਉਹ ਚੀਜ਼ ਦਾ ਕਿ ਮੈਂ ਇਹਨਾਂ ਨੂੰ ਫੰਕਸ਼ਨ ਨਹੀਂ ਦਿਖਾਇਆ। ਅੱਛਾ, ਉਸ ਤੋਂ ਬਾਅਦ ਫਿਰ ਤੁਹਾਡਾ ਆਪਸ ਵਿੱਚ ਅਣਬਣ ਹੋ ਗਈ? ਹਾਂਜੀ ਸਰ, ਫਿਰ ਮੈਂ ਦੂਸਰੇ ਦਿਨ ਹਨਾ ਮਤਲਬ ਕਿ ਇਹਨਾਂ ਨੂੰ 11 ਕਾਲਾਂ ਕੀਤੀਆਂ, ਇੰਸਟਾ ਤੇ 11 ਕਾਲਾਂ ਕੀਤੀਆਂ ਸਰ। ਇਹਨਾਂ ਨੇ ਸਰ ਮੇਰੀ ਫਿਰ ਕੋਈ ਕਾਲ ਨਹੀਂ ਅਟੈਂਡ ਕੀਤੀ, ਤੇ WhatsApp ਤੇ ਮੈਸੇਜ ਕੀਤਾ ਕਿ ਹੁਣ ਮੈਨੂੰ ਨਾ ਕਾਲ ਕਰਨ ਦੀ ਲੋੜ ਨਹੀਂ। ਅੱਛਾ, ਸਿਮਰਜੀਤ ਮੈਂ ਗੁੱਸੇ ਵਿੱਚ ਆ ਗਿਆ ਕਿ ਮੈਨੂੰ ਕਾਲ ਕਰਨ ਦੀ ਲੋੜ ਨਹੀਂ, ਤੁਸੀਂ ਉਸ ਵੇਲੇ ਫੰਕਸ਼ਨ ਨੂੰ ਮੈਨੂੰ ਦਿਖਾਇਆ? ਨਹੀਂ, ਮੈਂ ਨਹੀਂ ਕਿਹਾ, ਇੱਧਰ ਇਹਨਾਂ ਨੇ WhatsApp ਤੇ ਮੈਸੇਜ ਕਰਕੇ ਕਿਹਾ ਸੀ ਕਿ ਕਾਲ ਕਰਨ ਦੀ ਲੋੜ ਨਹੀਂ ਹੁਣ। ਓਕੇ, ਐਨੀਵੇ ਹੁਣ ਇਹਨੂੰ ਕਿਉਂ ਕਾਲ ਕਰਦੇ ਹੋ? ਉਸ ਤੋਂ ਬਾਅਦ ਕਰਨਦੀਪ, ਤੁਹਾਡੇ ਭਰਾ ਨੇ ਦੱਸਿਆ ਕਿ ਤੁਹਾਡੀ ਜਿਹੜੀ ਉਹਦੀ ਵਾਈਫ ਹੈ ਉਹਨਾਂ ਲੜਦੀ ਹੈ, ਝਗੜਦੀ ਹੈ ਕੋਈ ਟੈਲੀਫੋਨ ਦੀ ਗੱਲ ਤੋਂ ਜਾਂ ਕੋਈ ਹੋਰ ਗੱਲ ਤੋਂ?
ਸਾਰੇ ਦੋਨੋਂ ਜਾਣੇ ਆਪਸ ਦੇ ਵਿੱਚ ਝਗੜਦੇ ਸੀ, ਪਿਆਰ ਨਾਲ ਰਹਿੰਦੇ ਸੀ, ਫਿਰ ਇੱਕੋ ਜਿਹੇ ਹੋ ਜਾਂਦੇ ਸੀਗੇ ਲੜ ਕੇ। ਸਰ ਇਹਨਾਂ ਦੇ ਵਿੱਚ ਅਸੀਂ ਇੰਟਰਫੇਅਰ ਹੀ ਨਹੀਂ ਸੀ ਕਰਦੇ ਕਿ ਅਸੀਂ ਵੀ ਦੋਨੋਂ ਹੀ ਜਦੋਂ ਆਪਸ ਦੇ ਵਿੱਚ ਲੜ ਝਗੜ ਕੇ ਇੱਕੋ ਜਿਹੇ ਹੋ ਜਾਂਦੇ। ਸਰ ਮੈਂ ਸਾਈਡ ਤੇ ਰਹਿੰਦੀ ਸੀ, ਮੈਂ ਇਹਨਾਂ ਦੀ ਗੱਲ 'ਚ ਕਦੇ ਇੰਟਰਫੇਅਰ ਨਹੀਂ ਕਰਿਆ, ਕਦੇ ਮੇਰੀ ਫੋਨ ਤੇ ਇਹਨਾਂ ਨਾਲ ਗੱਲ ਨਹੀਂ ਹੋਈ, ਕਦੇ ਨਹੀਂ ਗੱਲ ਹੋਈ, ਕਦੇ ਮੈਂ ਇਹਨਾਂ ਨੂੰ ਵੀਡੀਓ ਕਾਲ। ਲੜਾਈ ਦਾ ਕਾਰਨ ਕੀ ਸੀਗਾ? ਉਸ ਦਿਨ ਲੜਾਈ ਇਹਨਾਂ ਦੀ ਕਾਹਦੀ ਸੀ ਜਿਸ ਦਿਨ ਇਹਨਾਂ ਨੇ ਫਾਹਾ ਲਿਆ ਮੁੰਡੇ ਨੇ? ਸਰ ਲੜਾਈ ਦਾ ਕਾਰਨ ਨਹੀਂ ਪਤਾ, ਮਤਲਬ ਕਿ ਮੈਨੂੰ ਇਹਨਾਂ ਦੀ ਉਸ ਟਾਈਮ ਕਾਲ ਆਈ ਆ, ਮੇਰਾ ਨੈਟ ਆਫ ਸੀ, ਫਿਰ ਮੈਨੂੰ ਇਹਨਾਂ ਦੇ ਪਾਪਾ ਵਾਲਾ ਫੋਨ ਆਇਆ। ਉਹ ਮੈਂ ਸਮਝ ਗਿਆ, ਪਰ ਮੈਂ ਚਾਹੁੰਦਾ ਕਿ ਮੌਤ ਤੋਂ ਪਹਿਲਾਂ ਦੀ ਮੈਂ ਗੱਲ ਕਰ ਰਿਹਾ, ਤੁਸੀਂ ਬਾਅਦ ਵਿੱਚ ਪਾਣੀ 'ਚ ਮਧਾਣੀ ਨਾ ਪਾ, ਮੇਰੇ ਸਵਾਲ ਦਾ ਜਵਾਬ ਨਹੀਂ ਤੁਸੀਂ ਦੇ ਰਹੇ ਸਾਫ਼। ਮੈਂ ਜਾਣਨਾ ਚਾਹੁੰਦਾ ਹਾਂ ਕਿ ਮੌਤ ਦਾ ਕਾਰਨ ਕੀ ਬਣਿਆ ਕਿ ਜਿਹੜੀ ਲੜਾਈ ਹੋ ਰਹੀ ਸੀ 20-25 ਮਿੰਟ ਇਹ ਚੁਬਾਰੇ 'ਚ ਰਿਹਾ, 20-25 ਮਿੰਟਾਂ ਬਾਅਦ ਇਹਨਾਂ ਦਾ ਡੈਡੀ ਦਾ ਕਾਲ ਆਉਂਦਾ ਤੁਹਾਡੇ। ਸਰ ਮਤਲਬ ਏਦਾਂ ਸੀ, ਇਹ ਨੀਚੋਂ ਲੜਾਈ ਕਰਦਾ ਉੱਪਰ ਚੜੇ ਗਿਆ। ਕਿਹੜੀ ਗੱਲ ਤੋਂ ਲੜਾਈ ਕਰ ਸੀ? ਪ੍ਰੋਫੋਨ ਦੀ ਕੀ ਗੱਲ ਸੀ? ਟੈਲੀਫੋਨ ਦੀ ਕੀ ਲੜਾਈ ਸੀ? ਗੱਲ ਦਾ ਨਹੀਂ ਮੈਨੂੰ ਪਤਾ ਹੈਗਾ, ਉਹ ਸਾਤੋਂ ਗੱਲ ਕਰਾਉਣ ਲਈ ਇਹਨਾਂ ਦੋਨਾਂ ਭੈਣਾਂ ਤੋਂ ਉਹ ਉੱਪਰ ਚਲਾ ਗਿਆ। ਉਹ ਅਕਸਰ ਇਹਨਾਂ ਸਰ ਉੱਪਰ ਜਾ ਕੇ ਵੀਡੀਓ ਕਾਲ ਵਗੈਰਾ ਤੇ ਗੱਲ ਕਰਦਾ ਹੁੰਦਾ ਸੀ, ਥੱਲੇ ਬਹੁਤ ਘੱਟ ਸਾਡੇ ਸਾਹਮਣੇ ਗੱਲ ਕਰਦਾ ਸੀਗਾ। ਅਸੀਂ ਕਦੇ ਵੀ ਇਹਨਾਂ ਰੂਮ ਦੇ ਵਿੱਚ ਇਨਵੋਲਵ ਨਹੀਂ ਸੀ ਹੁੰਦੇ ਹੈਗੇ ਜਿੱਥੇ ਉਹ ਕਾਲ ਕਰਦਾ ਹੁੰਦਾ ਸੀ, ਕਿਉਂਕਿ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਪਰਸਨਲ ਗੱਲਬਾਤ ਰਹਿੰਦੀ ਸੀਗੀ, ਝਗੜਦੇ ਰਹਿੰਦੇ ਸੀ, ਪਿਆਰ ਨਾਲ ਗੱਲਬਾਤ ਕਰਦੇ ਰਹਿੰਦੇ ਸੀ। ਨਹੀਂ ਕਿਹੜੀ ਗੱਲ ਤਾਂ ਕੁਝ ਪਤਾ ਹੋਊਗਾ ਤੁਹਾਨੂੰ ਆਪਣੇ ਸਿਮਰਜੀਤ ਹੈ, ਤੁਸੀਂ ਟੈਲ ਅਸ ਟਰੂ। ਅਸੀਂ ਚਾਹੁੰਦੇ ਕਿ ਤੁਹਾਡੇ ਤੇ ਕੋਈ ਐਸਾ ਪਰਚਾ, ਤੁਹਾਡੇ ਤੇ ਕੋਈ ਐਸਾ ਐਲੀਗੇਸ਼ਨ ਲਾਇਆ ਜਾਵੇ ਜਿਹਨਾਂ ਤੁਹਾਡੀ ਜ਼ਿੰਦਗੀ ਬਰਬਾਦ ਹੋ ਜਾਵੇ, ਤੁਹਾਨੂੰ ਕੈਨੇਡਾ ਤੋਂ ਵਾਪਸ ਜਾਣਾ ਪੈ ਜਾਵੇ। ਅਸੀਂ ਜਾਣਨਾ ਚਾਹੁੰਦੇ ਮੇਕ ਸ਼ੋਰ ਕਿ ਤੁਹਾਡਾ ਆਖਰੀ ਦਿਨ ਜਿਹੜੀ ਗੱਲਬਾਤ ਹੋਈ ਹੈ ਉਹ ਲੜਾਈ ਇੰਨੀ ਵੱਧ ਗਈ ਕਿ ਉਹਨੂੰ ਸੁਸਾਈਡ ਕਰਨਾ ਪਿਆ। ਕਿਹੜੀ ਐਸੀ ਗੱਲ ਹੈ ਤੁਹਾਡੇ ਕੋਲ ਗਲਤੀ ਹੋਈ ਹੈ? ਸਰ ਮੇਰੀ ਕੋਈ ਗਲਤੀ ਨਹੀਂ, ਨਾ ਮੈਂ ਕੁਝ ਕਿਹਾ ਤੇ ਨਾ ਹੀ ਸਾਡੀ ਲੜਾਈ ਹੋਈ। ਸਿਮਰਨ ਇਹ ਨਹੀਂ ਕਹਿ ਰਹੇ ਕਿ ਤੁਹਾਡੇ ਕਰਕੇ ਡੈਥ ਹੋਈ ਹੈ ਉਹਨਾਂ ਦੀ, ਸਾਫ਼ ਮੈਂ ਤੁਹਾਨੂੰ ਗੱਲ ਦੱਸਦਾ, ਤੁਹਾਡੇ ਪਤੀ ਦੀ ਡੈਥ ਹੋਈ ਆ, ਸਾਰਿਆਂ ਨੂੰ ਦੁੱਖ ਆ, ਉਹਦੇ ਘਰਦਿਆਂ ਨੂੰ, ਤੁਹਾਨੂੰ ਵੀ ਦੁੱਖ ਆ, ਸਾਨੂੰ ਵੀ ਸੁਣ ਕੇ ਬਹੁਤ ਦੁੱਖ ਲੱਗਿਆ ਨਾ। ਤੁਹਾਡੀ ਮੁੰਡੇ ਦੀ ਭੈਣ ਦੇ ਨਾਲ ਬਹੁਤ ਘੱਟ ਗੱਲ ਹੁੰਦੀ, ਤੁਹਾਡੀ ਨਨਾਣ ਦੇ ਨਾਲ, ਹਨਾ। ਜਾਣਨਾ ਇਹ ਚਾਹ ਰਹੇ ਆ ਕਿ ਤੁਹਾਨੂੰ ਕੋਈ ਆਈਡੀਆ ਹੈ ਕਿ ਤੁਹਾਡਾ ਘਰ ਵਾਲਾ ਕਿਉਂ ਸਟ੍ਰੈਸ ਦੇ ਵਿੱਚ ਰਹਿੰਦਾ ਸੀ, ਜਾਂ ਤੁਹਾਨੂੰ ਕੀ ਲੱਗਦਾ ਕਿ ਕਾਹਤੋਂ ਉਹਨੇ ਇਦਾਂ ਕਰ ਲਿਆ ਹੋਣਾ? ਤੇ ਬਾਕੀ ਜਿਹੜੀ ਆਈਫੋਨ 13 ਵਾਲੀ ਗੱਲ ਆ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਸਰ ਆਈਫੋਨ 13 ਤਾਂ ਹੈ ਹੀ ਨਹੀਂ ਮੇਰੇ ਕੋਲੇ। ਆਈਫੋਨ 13 ਦੀ ਗੱਲ ਜਿਹੜੀ ਆ ਇਹ ਕਿੱਥੋਂ ਆਈ ਹੈ? ਫਿਰ ਲੈਟ ਮੀ ਸਪੀਕ ਟੂ ਜਸਪ੍ਰੀਤ ਨਾਲ। ਇਹ ਕੁਝ ਕਪੜਾ ਆ, ਇਹਦੇ ਵਿੱਚ ਕੁਝ ਨਾ ਕੁਝ ਹਾਈਡ ਕੀਤਾ ਜਾ ਰਿਹਾ। ਆਪਣੇ ਕਰਨਦੀਪ ਗੱਲ ਕਰਾਓ ਜਸਪ੍ਰੀਤ ਨਾਲ ਪਲੀਜ਼। ਹਾਂਜੀ ਸਰ। ਕਿਉਂਕਿ ਜਿਹੜੀ ਕੁੜੀ ਆ ਕਰਨਦੀਪ, ਇਹ ਵੀ ਕੋਈ ਗੱਲ ਸਾਫ਼ ਨਹੀਂ ਦੱਸ ਰਹੀ। ਇਹਨਾਂ ਨੂੰ ਪਿੱਛੇ ਕੋਈ ਗਾਈਡ ਕਰ ਰਿਹਾ ਸਰ। ਮੈਨੂੰ ਸਮਝ ਨਹੀਂ ਲੱਗ ਰਹੀ ਵੀ ਕੁੜੀ ਦੇ ਕੰਨਾਂ 'ਚ ਕੌਣ ਬੋਲੀ ਜਾਂਦਾ। ਸਿਰਫ ਵੀ ਤੁਹਾਨੂੰ ਕੌਣ ਗਾਈਡ ਕਰ ਰਹੀ ਕੁੜੀ ਜਿਹੜੀ ਆ? ਇੱਥੇ ਕੋਲੇ ਕੋਈ ਨਹੀਂ, ਨਹੀਂ। ਤੁਹਾਡੇ ਨਾਲ ਕੌਣ ਬੈਠਾ ਹੈ? ਦੀਦੀਆਂ ਮਿਲ ਜਾਂਦੀਆਂ ਨਾ ਬਾਅਦ ਚੋਂ ਇੱਥੇ ਆ ਕੇ। ਕੈਨੇਡਾ ਜਦੋਂ ਨਿਆਣੇ ਆਉਂਦੇ ਨਾ ਦੀਦੀਆਂ ਬਹੁਤ ਮਿਲ ਜਾਂਦੀਆਂ ਇੱਥੇ। ਜਿਹੜੀਆਂ ਦੀਦੀਆਂ ਕੈਨੇਡਾ ਵਾਲੀਆਂ ਨਾ ਕਈ, ਇਹ ਬਹੁਤ ਘਰ ਪੱਟਦੀਆਂ ਜੀ। ਇਸ਼ਾਰਾ ਮੇਰਾ ਟਰਬਲ ਵਿੱਚ ਆ ਸਕਦੇ ਹੋ ਕਾਨੂੰਨ ਦੇ ਮੁਤਾਬਕ। ਤੁਸੀਂ ਮੇਰੀ ਗੱਲ ਦਾ ਜਵਾਬ ਦਿਓ, ਤੁਹਾਡੇ ਨਾਲ ਜਿਹੜੀ ਕੁੜੀ ਬੈਠੀ ਆ ਉਹਨੂੰ ਬਾਹਰ ਕੱਢ ਦਿਓ ਰੂਮ ਚੋਂ। ਸਰ ਕੋਈ ਨਹੀਂ ਹੈ, ਉਹ ਬਾਹਰ ਨਹੀਂ ਗਏ। ਨਹੀਂ ਉਹ ਤੁਹਾਨੂੰ ਗਾਈਡ ਕਰ ਰਹੀ ਹੈ, ਸਾਨੂੰ ਆਵਾਜ਼ ਸੁਣ ਰਹੀ ਆ। ਮੇਰੇ ਦੋਨੇ ਕੰਨ ਜਿਹੜੇ ਮੈਂ ਟੈਸਟ ਕਰਾਇਆ, ਇਹ ਤੋਂ ਮੈਂ ਗੁੱਡੀ ਤੋਂ ਨੰਬਰ ਲੈਣਾ ਨਾ। ਆਈ ਵਾਂਟ ਮੇਕ ਸ਼ੋਰ ਕਿ ਵਾਟਸ ਕੁਕਿੰਗ ਐਨੀਵੇ। ਜਸਪ੍ਰੀਤ ਲਾਈਨ ਤੇ ਹੋ? ਜੀ ਸਰ। ਓਕੇ ਉੱਚੀ ਬੋਲੋ। ਇਹ ਤੁਹਾਡੀ ਜਿਹੜੀ ਆ ਸਿਸਟਰ ਕਹਿ ਰਹੀ ਹੈ, ਕਜ਼ਨ, ਕਿ ਮੈਨੂੰ ਕਿਸੇ ਗੱਲ ਦਾ ਪਤਾ ਨਹੀਂਗਾ ਔਰ ਆਸ ਵਿੱਚ ਠੀਕ ਹੈ, ਆਈ ਡੋਂਟ ਅੰਡਰਸਟੈਂਡ ਹੈ। ਤੁਸੀਂ ਕਹਿ ਰਹੇ ਹੋ ਕਿ ਜਿਹੜਾ ਟੈਲੀਫੋਨ ਆ ਪ੍ਰੋ 13 ਉਹਦੀ ਗੱਲ ਹੋ ਰਹੀ ਆ, ਤੁਹਾਨੂੰ ਕਿਵੇਂ ਪਤਾ ਹੈ? ਉਸ ਕਰਕੇ ਲੜਾਈ ਹੋਈ ਆ? ਹੈਲੋ ਜਸਪ੍ਰੀਤ ਗੱਲ ਕਰੋ। ਹਾਂਜੀ ਸਰ। ਬਸ ਸਰ ਜੇ ਜਿਵੇਂ ਹਰਕਤਾਂ ਸਾਰੇ ਹੀ, ਸੌਰੀ ਟੂ ਸੇ, ਮੁੰਡੇ ਦੀ ਭੈਣ ਵੀ, ਉਹ ਜੱਸਾ ਵੀ ਤੇ ਇਹ ਗੁੱਡੀ ਵੀ ਕਰ ਰਹੇ ਨਾ, ਇਹਨਾਂ ਨੇ ਜਵਾਕ ਮੱਤ ਜੀ ਕਰੀ ਜਾਂਦੇ। ਪਰ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਜਿਹੜੀ ਵੀ ਤੁਹਾਡੀ ਗੱਲਬਾਤ ਹੋ ਰਹੀ ਹੈ ਸਾਰੀ ਰਿਕਾਰਡਿੰਗ ਹੋ ਰਹੀ ਹੈ। ਕਿਤੇ ਵੀ ਕੱਲ ਨੂੰ ਇਹ ਪ੍ਰੋਸੀਡ ਹੋ ਸਕਦੀ ਹੈ ਨਾ ਇਸ ਕੇਸ ਦੇ ਵਿੱਚ। ਤੁਸੀਂ ਹਜੇ ਜ਼ਿੰਦਗੀ ਦੇਖਣੀ ਅਗਲੀ। ਤੁਸੀਂ ਉਹ ਮੁੰਡੇ ਕੋਲੇ ਸੀ ਜੱਸੇ, ਤੂੰ ਤੇ ਇਹ ਗੁੱਡੀ ਕਰਨਦੀਪ, ਉਹ ਮੁੰਡੇ ਦੀ ਭੈਣ, ਹਨਾ। ਤੇ ਗੁੱਡੀ ਤੂੰ ਜਿਹੜੀ ਕੈਨੇਡਾ 'ਚ ਬੈਠੀ ਆ, ਤੂੰ ਉਹਦੀ ਘਰ ਵਾਲੀ ਆ ਵੀਰ। ਤੈਨੂੰ ਇਹ ਪਤਾ ਹੋ ਸਕਦਾ ਕਿ ਕਿਉਂ ਸਟ੍ਰੈਸ 'ਚ ਰਹਿੰਦਾ ਸੀ। ਇਹਨਾਂ ਨੂੰ ਉਸ ਦਿਨ ਦਾ ਪਤਾ ਹੋ ਸਕਦਾ ਕਿ ਉਹਦੇ ਪੌਣੇ ਘੰਟੇ ਦੇ ਵਿੱਚ ਕੀ ਹੋਇਆ ਸੀ। ਤੁਸੀਂ ਜਵਾਕ ਮੱਤ ਵਾਲੀਆਂ ਗੱਲਾਂ ਨਾ ਕਰੋ। ਸਾਰੇ ਹੀ ਤੁਸੀਂ 21 22 23 24 ਸਾਲਾਂ ਦੇ ਆ ਸਾਰੇ, ਹਨਾ। ਕਿਉਂ ਤੁਸੀਂ ਐਂ ਕਰੀ ਜਾਂਦੇ ਹੋ? ਦੂਜੀ ਜਿਹੜੀ ਇਨਵੋਲਵਮੈਂਟ ਸੀ ਇਹਦੇ ਗੁੱਡੀ ਦੇ ਸਿਮਰਨ ਦੇ ਡੈਡੀ ਦੀ, ਸਿਮਰਨ ਤੁਹਾਡੇ ਫਾਦਰ ਸਾਹਿਬ ਦਾ ਫੋਨ ਕਿਉਂ ਬੰਦ ਹੈ? ਸਰ ਉਹਨਾਂ ਦਾ ਫੋਨ ਚਾਰਜਰ ਨਹੀਂ ਹੋਇਆ। ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਕਿ ਚਾਰਜਰ ਨਹੀਂ ਹੋਇਆ? ਕਿਉਂਕਿ ਮੈਂ ਆਪਦੇ ਵੀਰੇ ਨਾਲ ਗੱਲ ਕਰੀ ਆ, ਉਹਨੇ ਉਹਦੇ ਫੋਨ ਤੇ ਗੱਲ ਕਰੀ ਆ ਮੈਂ। ਨਹੀਂ ਮੇਰਾ ਸਵਾਲ ਇਹ ਆ, ਜਸਪ੍ਰੀਤ ਆਪਣੇ ਗੁਰਪ੍ਰੀਤ, ਜਸਪ੍ਰੀਤ ਮੇਰੀ ਗੱਲ ਕਰਾਓ ਕਿਉਂਕਿ ਇਹ ਸਟੋਰੀ ਜਿਹੜੀ ਆ ਅਸਪਲ ਲੇਟ ਹੋ ਰਹੀ ਕਾਫੀ। ਜਸਪ੍ਰੀਤ ਤੁਸੀਂ ਲਾਈਨ ਤੇ ਹੋ? ਹੈਲੋ
ਜਸਪ੍ਰੀਤ ਹੈਲੋ ਜੀ ਸਰ ਲਾਈਨ ਤੇ ਹੈ ਉੱਚੀ ਬੋਲ ਬੇਟਾ, ਤੂੰ ਉੱਚੀ ਕਿਉਂ ਨਹੀਂ ਬੋਲ ਰਿਹਾ? ਤੂੰ ਇੱਕ ਮਰਡਰ ਦਾ ਕੇਸ ਹੈ ਜੀ ਸਰ ਲਾਈਨ ਤੇ ਹੈ ਜੀ ਹਾਂ, ਬਸ ਸਪੀਕ ਅਪ ਲਿਟਲ। ਮੈਂ ਜਾਣਨਾ ਚਾਹ ਰਿਹਾ ਤੁਹਾਨੂੰ ਕਿਵੇਂ ਪਤਾ ਇਹਨਾਂ ਲੜਾਈ ਦਾ ਕਾਰਨ ਉਸ ਦਿਨ ਟੈਲੀਫੋਨ ਹੈ? ਤੁਹਾਨੂੰ ਕਿਵੇਂ ਪਤਾ ਹੈ? ਤੂੰ ਸੁਣਿਆ ਇਸ ਗੱਲ ਨੂੰ? ਜੀ ਸਰ ਇਹ ਕੁੜੀਆਂ ਨੇ ਦੱਸਿਆ ਸੀਗਾ ਕਿ ਗੱਲਾਂ ਕਰ ਰਹੇ ਨੇ ਸੀਗੇ ਜੀ, ਕੁੜੀ- ਆਪਣੇ ਲੜਾਈ ਕਰ ਰਹੇ ਸੀਗੇ। ਕੁੜੀਆਂ ਕਿਹੜੀਆਂ ਦੱਸਿਆ? ਕਿਹੜੀਆਂ ਕੁੜੀਆਂ ਦੱਸਿਆ? ਇਹ ਜਦੋਂ ਲੜ ਰਿਹਾ ਸੀਗਾ ਨਾ ਜਿਹੜੀ ਕਿਰਨ ਨਾਲ ਗੱਲ ਕਰ ਰਹੇ ਸੀਗੇ ਨਾ ਤੁਸੀਂ ਆ ਕੁੜੀ ਨਾਲ ਜੀ, ਇੱਕ ਕਰਨ ਕਹਿੰਦਾ ਮੈਨੂੰ ਪਤਾ ਨਹੀਂ ਗੱਲ ਦਾ। ਇਹ ਕਿਰਨ ਝੂਠ ਬੋਲਦੀ ਹੈ ਫਿਰ? ਕੌਣ ਕਹਿੰਦੀ? ਕਿਰਨ ਕਹਿ ਰਹੀ ਹੈ ਕਿ ਮੈਨੂੰ ਤਾਂ ਪਤਾ ਨਹੀਂ ਕਿਸੇ ਗੱਲ ਦੇ ਨਾਲ ਲੜਾਈ ਦਾ। ਨਹੀਂ ਸਰ ਲੜਾਈ ਤਾਂ ਇਦਾਂ ਕਹਿ ਰਹੇ ਸੀਗੇ ਕਿ ਮੈਨੂੰ ਲੜਾਈ ਦਾ ਕਿਸੇ ਦਾ ਪਤਾ ਨਹੀਂ ਕਿ ਕਿਹੜੀ ਗੱਲ ਤੋਂ ਲੜ ਰਹੇ ਨੇ, ਇਦਾਂ ਨਹੀਂ ਪਤਾ, ਲੇਕਿਨ ਲੜਦਾ ਰਹੇ ਸੀ ਨਾ ਸਰ। ਨਹੀਂ ਪਤਾ ਕਿਸ ਗੱਲ ਤੋਂ ਤੁਸੀਂ ਕਹਿ ਰਹੇ ਕਿ ਫੋਨ ਤੋਂ ਲੜਾਈ ਸੀ, ਕਿ ਫੋਨ ਜਿਹੜਾ ਹੈ ਤੁਸੀਂ ਸੈਂਪਲ ਲੈ ਲਾ। ਇਹ ਕਹਿੰਦੀ ਹੈ ਕਿ ਤੂੰ ਕਹਿ ਰਿਹਾ ਕਿ ਕਰਨਦੀਪ ਨੂੰ ਪਤਾ ਹੈ ਉਹਦੀ ਭੈਣ ਨੂੰ, ਉਹ ਕਹਿੰਦੀ ਮੈਨੂੰ ਤਾਂ ਪਤਾ ਹੀ ਨਹੀਂ ਹੈ ਕਿਹੜੀ ਗੱਲ ਹੈ। ਇਹ ਤਾਂ ਲੜਦੇ ਆ ਫਿਰ ਠੀਕ ਹੋ ਜਾਂਦੇ, ਲੜਦੇ ਠੀਕ ਹੋ ਜਾਂਦੇ ਆ। ਉਦਾਂ ਹੀ ਸਰ, ਉਦਾਂ ਤਾਂ ਮੈਂ ਵੀ ਤੁਹਾਨੂੰ ਕਿਹਾ ਕਿ ਲੜਦੇ ਆ ਠੀਕ ਹੋ ਜਾਂਦੇ ਆ, ਲੇਕਿਨ ਕਿਸ ਗੱਲ ਤੇ ਮਤਲਬ ਅੱਜ ਕੱਲ ਕਿਸ ਗੱਲ ਤੇ ਲੜ ਰਹੇ ਸੀ ਇਹ ਨਹੀਂ ਸੀ ਪਤਾ ਸੀਗਾ। ਇਹ ਕਿਹਨੂੰ ਪਤਾ? ਇਹ ਕਿਹਨੂੰ ਪਤਾ ਆ ਕਿ 29 ਮਿੰਟ ਬਾਅਦ ਤੁਸੀਂ ਉੱਪਰ ਜਾਂਦੇ ਹੋ? ਇਹ ਕਿਹਨੂੰ ਪਤਾ ਕਿ ਉਸ ਲੜਾਈ ਦਾ ਕਾਰਨ ਕੀ ਆ? ਸਰ ਸਾਨੂੰ ਤਾਂ ਪਤਾ ਨਹੀਂ ਕਿ ਲੜਾਈ ਦਾ ਕਾਰਨ ਕੀ ਸੀਗਾ ਇਹਨਾਂ ਦਾ। ਨਾ ਤੁਸੀਂ ਕਹਿ ਰਹੇ ਹੋ ਕਿ ਇੱਕ ਟੈਲੀਫੋਨ ਦੇ ਕਰਕੇ ਸਭ ਕੁਝ ਹੋਇਆ। ਪਤਾ ਨਹੀਂ ਸਰ ਕੀ ਇਹਨਾਂ ਦਾ ਇਹਦਾ ਹੈਲੋ ਇਹਦਾ ਮਤਲਬ ਕਿ ਤੁਸੀਂ ਹਾਂਜੀ ਸਿਮਰਨ ਬੁੱਗੇ ਮਤਲਬ ਜਦੋਂ ਤੋਂ ਅਸੀਂ ਆਪਸ ਚ ਬਹਿਸ ਕਰ ਰਹੇ ਸੀਗੇ, ਮਤਲਬ ਕਿਸ ਲੜਾਈ ਹੋ ਰਹੀ ਸੀ, ਕਿਸੇ ਗੱਲ ਤੇ ਹੋ ਰਹੀ ਤੁਸੀਂ ਸੀ ਸਿਮਰਨ ਨੂੰ ਬੁੱਗਾ ਕਾਹਤੋਂ ਕਹਿੰਦੇ ਹੋ? ਸਰ ਉਹ ਚਲੋ ਫੇਰ ਵੀ ਛੋਟੀ ਭੈਣ ਕਰਕੇ ਕਹਿ ਦੀਦਾ ਜੀ ਸਰ। ਛੋਟੀ ਭੈਣ ਨੂੰ ਬੁੱਗੇ ਕਹਿੰਦਾ? ਸੌਰੀ ਸਰ। ਹਾਂਜੀ ਦੱਸੋ। ਵਾਟ ਇਜ਼ ਦਿਸ ਨੌਨਸੈਂਸ? ਇੱਕ ਪਾਸੇ ਮਰਡਰ ਹੋਇਆ ਹੋਵੇ, ਤੂੰ ਗੁਆਂਢ ਦਾ ਮੁੰਡਾ ਹੋਵੇ, ਤੇ ਲੱਗੇ ਭਰਜਾਈ ਹੋਵੇ, ਤੁਹਾਨੂੰ ਇਹ ਮੈਨਰਸ ਨਹੀਂ ਗਏ? ਮੈਂ ਤੇਰੇ ਸਵਾਲ ਪੁੱਛ ਰਿਹਾ ਮਾਲਕ ਕਿ ਤੁਸੀਂ ਜ਼ਿੰਮੇਵਾਰ ਆਈ ਥਿੰਕ ਕਿ ਕੇਸ ਜਿਹੜਾ ਹੈ ਆਈਫੋਨ ਦੀ ਗੱਲ ਕਿੱਥੋਂ ਆਈ? ਆਈਫੋਨ ਦੀ ਗੱਲ ਕਿੱਥੋਂ ਆਈ ਹੈ? ਜੈਸੇ ਕਿਹਨੇ ਦੱਸਿਆ ਤੁਹਾਨੂੰ? ਅਰੇ ਗੱਲ ਕਰ ਰਹੇ ਸੀਗੇ ਬੱਚੇ ਆ ਕੁੜੀਆਂ ਜੀ। ਕੌਣ ਗੱਲ ਕਰ ਰਿਹਾ ਸੀ? ਬਾਰੇ ਵੀ ਗੱਲ ਹੋ ਰਹੀ ਸੀ ਇਹਨਾਂ ਦੀ। ਨਹੀਂ ਕਿਉਂ ਕਿਹਨੇ ਗੱਲ ਕੀਤੀ ਆ ਇਹਦੇ ਬਾਰੇ? ਕਰਨ ਨਹੀਂ ਕਹਿ ਰਹੇ ਨੇ ਸਰ। ਨਹੀਂ ਕਰਨ ਤਾਂ ਕਹਿੰਦੀ ਮੈਨੂੰ ਪਤਾ ਨਹੀਂ। ਐਨੀਵੇ ਲੈਟ ਮੀ ਸਪੀਕ ਟੂ ਸਿਮਰਨ। ਉਸ ਬਾਰੇ ਅਸੀਂ ਪਬਲਿਕ ਓਪੀਨੀਅਨ ਲੈਣੀ ਚਾਹਾਂਗੇ। ਪਬਲਿਕ ਓਪੀਨੀਅਨ ਵਾਸਤੇ ਦੇਖਦੇ ਕਿ ਸਾਡੇ ਨਾਲ ਕੀ ਕਹਿਣਾ ਚਾਹੁੰਦੇ। ਅਸੀਂ ਨਹੀਂ ਚਾਹੁੰਦੇ ਕਿ ਸਿਮਰਨ ਜੀਤ ਕੁੜੀ ਜਿਹੜਾ ਹਸਬੈਂਡ ਦੀ ਮੌਤ ਹੋ ਚੁੱਕੀ ਹੈ ਔਰ ਇੱਥੇ ਕੋਈ ਗਲਤ ਜਿਹੜੇ ਦੋਸ਼ ਲਾਏ ਜਾਣ ਔਰ ਵਿਚਾਰੀ ਇਹ ਆਪਣਾ ਜ਼ਿੰਦਗੀ ਦਾ ਫਿਊਚਰ ਖਰਾਬ ਕਰੇ। ਸਿਮਰਨ ਮੈਨੂੰ ਟੈਲ ਮੀ ਟਰੂ ਕਿ ਕੋਈ ਨਾ ਕੋਈ ਤੁਹਾਡਾ ਜਿਹੜਾ ਚੱਕਰ ਹੈ ਉਸ ਦਿਨ ਦਾ ਕਿਹੜੀ ਗੱਲ ਤੋਂ ਇੰਨਾ ਗੁੱਸਾ ਆਇਆ ਉਹਨੂੰ ਤੇ ਉਹਨੇ ਸੁਸਾਈਡ ਕਰ ਲਿਆ। ਤੇ ਤੁਸੀਂ ਗੱਲਬਾਤ ਜਿਹੜੀ ਆ ਵੀਡੀਓ ਕਾਨਫਰੰਸ ਰਾਹੀਂ ਕਰ ਰਹੇ ਸੀ, ਇਹ ਟਰੂ ਹੈ? ਹਾਂਜੀ ਸਾਡੀ ਗੱਲ ਸੀ। ਤੇ ਜਦ ਤੂੰ ਵੀਡੀਓ ਕਾਨਫਰੰਸ ਕਰ ਰਹੇ ਸੀ ਤੇ ਤੈਨੂੰ ਕਹਿੰਦੇ ਪਹਿਲਾਂ ਤੂੰ ਕਹਿ ਰਿਹਾ ਸੀ ਕਿ ਮੈਂ ਆਪਣਾ ਹੱਥ ਕੱਟਣ ਲੱਗੀ ਆ ਕਿ ਜੇ ਮੈਨੂੰ ਨਹੀਂ ਫੋਨ ਲੈ ਕੇ ਦੇਣਾ। ਨੋ ਸਰ ਸਾਡੀ ਗੱਲ ਹੀ ਨਹੀਂ ਹੋਈ। ਇਹ ਵੀਡੀਓ ਦੇ ਵਿੱਚ ਆਈ ਤੁਹਾਡੀ ਆਵਾਜ਼, ਤੁਸੀਂ ਜਦ ਹੱਥ ਕੱਟਦੇ ਆ ਕੱਟਣ ਲੱਗੇ ਬਾਹ ਤਾਂ ਵੀਡੀਓ ਦੇ ਵਿੱਚ ਆਈ ਹੋਈ ਆ। ਸਰ ਇਹ ਸਾਰੀਆਂ ਗੱਲਾਂ ਝੂਠ ਨੇ। ਨਹੀਂ ਉਹ ਵੀਡੀਓ ਵਿੱਚ ਕਿਵੇਂ ਆ ਗਈ ਤੁਹਾਡੀ ਗੱਲ? ਸਰ ਮੈਨੂੰ ਇਹ ਚੀਜ਼ਾਂ ਦਾ ਪਤਾ ਉਹ ਚੀਜ਼ ਵੀ ਕਹੀ ਜਾ ਰਹੀ ਆ। ਨਹੀਂ ਵੀਡੀਓ ਦੇ ਵਿੱਚ ਕਿਵੇਂ ਆ ਗਿਆ ਕਿ ਮੈਂ ਹੱਥ ਕੱਟਣ ਲੱਗੀ ਆਪਣਾ ਜੇ ਮੈਨੂੰ ਨਹੀਂ ਫੋਨ ਲੈ ਕੇ ਦੇਣਾ? ਪਰ ਫੋਨ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ ਹੈਗੀ। ਫੋਨ ਜਿਹੜੀ ਇਹ ਗੱਲ ਕਹਿ ਰਹੇ ਆ ਨਾ ਫੋਨ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ। ਫੋਨ ਦਾ ਤਾਂ ਉਹਨਾਂ ਨੇ ਮੈਨੂੰ ਖੁਦ ਕਿਹਾ, ਕਹਿੰਦੇ ਤੂੰ ਫੋਨ ਲੈ ਜਾ ਕੇ। ਓਕੇ ਐਨੀਵੇ ਨਾਲੇ 13 Pro ਦੀ ਤਾਂ ਕੋਈ ਗੱਲ ਹੀ ਨਹੀਂ ਹੋਈ। ਓਕੇ ਸਮਝੀ ਤਾਂ ਗੱਲ ਕਿਹੜੀ ਹੋਈ ਹੈ ਜਿਸ ਕਰਕੇ ਉਹਨੇ ਗੁੱਸੇ ਵਿੱਚ ਆਣ ਕੇ ਆਖਰੀ ਬੋਲ ਕੀ ਬੋਲੇ ਜਦੋਂ ਉਹਨੇ ਹੈਂਗ ਕੀਤਾ? ਉਹਨੇ ਕਹਿਤਾ ਕਿ ਤੂੰ ਕਹਿੰਦਾ ਮੈਂ ਮਰ ਲੱਗੀ ਆ, ਉਹ ਕਹਿੰਦਾ ਮੈਂ ਮਰ ਲੱਗਾ, ਸੁਸਾਈਡ ਕਰਨ ਲੱਗਾ। ਜੇ ਸੁਸਾਈਡ ਕਰਨ ਲੱਗਾ ਤਾਂ ਤੁਸੀਂ ਦੇਖਿਆ ਸੀਗਾ ਕਿ ਸੁਸਾਈਡ ਕਰਨ ਲੱਗਾ ਕੋਈ ਆਪਣੇ ਆਪ ਨੂੰ ਹੈਂਗ ਕਰਨ ਲੱਗਾ ਪੱਖੇ ਨਾਲ? ਤੁਸੀਂ ਦੇਖਦੇ ਉਹ ਸੀਨ ਦੇਖਿਆ ਸੀਗਾ? ਨੋ ਸਰ ਮੇਰੀ ਉਹਨਾਂ ਨੇ ਫੋਨ ਕੱਟਤਾ ਸੀ ਪਹਿਲਾਂ ਹੀ। ਉਹਨੇ ਪਹਿਲਾਂ ਕਰ ਦਿੱਤਾ ਸੁਸਾਈਡ ਹੋਣ ਤੋਂ ਪਹਿਲਾਂ। ਉਹਨੇ ਸੁਸਾਈਡ ਕਰਨ ਤੋਂ ਪਹਿਲਾਂ ਕੀ ਕਿਹਾ ਤੁਹਾਨੂੰ? ਸਭ ਕੁਝ ਰਿਕਾਰਡਡ ਹੈ ਸਰ। ਉਹਨਾਂ ਨੇ ਸਿਰਫ ਮੈਨੂੰ ਇਹੀ ਗੱਲ ਕਹੀ ਵੀ ਮੈਂ ਹੁਣ ਖੰਨੇ ਜਾਣ ਲੱਗਾ ਏਜੰਟ ਕੋਲੇ, ਜਿਹੜੇ ਡਾਕੂਮੈਂਟ ਨੇ ਉਹਨਾਂ ਨੂੰ ਦੱਸਦੀ ਵੀ ਕਿਹੜੇ ਕਿਹੜੇ ਚਾਹੀਦੇ ਆ ਤੇ ਮੈਨੂੰ ਪਤਾ ਨਹੀਂ ਲੱਗਣੀ ਏਦਾਂ ਵੀ ਤੈਨੂੰ ਮੈਂ ਉੱਥੇ ਜਾ ਕੇ ਗੱਲ ਕਰਾ ਦੂੰ। ਨਹੀਂ ਇਹ ਕਦੇ ਨਹੀਂ ਹੋ ਸਕਦਾ, ਇਹ ਕਾਰਨ ਨਹੀਂ ਹੋ ਸਕਦਾ। ਇਹ ਕਿਵੇਂ ਹੋ ਸਕਦਾ ਕਿ ਸੁਸਾਈਡ ਵੇਲੇ ਬਿਲਕੁਲ ਉਹ ਆਪਣਾ ਮਾਈਕ ਆਫ ਬੰਦ ਕਰ ਦੋ। ਮੈਂ ਜਾਣਨਾ ਚਾਹੁੰਦਾ ਤੁਹਾਡੇ ਕੋਲੋਂ ਕਿ ਸੁਸਾਈਡ ਕਰਨ ਤੋਂ ਪਹਿਲਾਂ ਉਹਨੇ ਤਲਖੀ ਦੇ ਵਿੱਚ ਕਿਹੜਾ ਸ਼ਬਦ ਤੈਨੂੰ ਕਿਹਾ ਜਾਂ ਤੂੰ ਤਲਖੀ ਵਿੱਚ ਕੀ ਬੋਲੀ ਆ? ਸਰ ਇਹਨਾਂ ਗੱਲਾਂ ਦਾ ਨਹੀਂ ਮੈਨੂੰ ਪਤਾ ਵੀ ਉਹਨਾਂ ਦੇ ਦਿਮਾਗ 'ਚ ਕੀ ਆਇਆ, ਉਹਨੇ ਕਿਉਂ ਸੁਸਾਈਡ ਕੀਤੀ, ਬਟ ਇਹਨਾਂ ਮੈਨੂੰ ਜ਼ਰੂਰ ਪਤਾ ਵੀ ਉਹ ਸਿਰਫ ਮੈਨੂੰ ਇੱਕੋ ਗੱਲ ਕਹਿੰਦੇ ਸੀ ਵੀ ਮੈਂ ਘਰੋਂ ਬਹੁਤ ਜ਼ਿਆਦਾ ਦੁਖੀ ਆ। ਕਿਹੜੀ ਗੱਲ ਤੋਂ ਗੁੱਸੀ ਆ? ਕਿਹੜੀ ਗੱਲ ਤੋਂ ਦੁਖੀ ਹੈ? ਕਾਰਨ ਕੀ ਹੈ ਮੈਨੂੰ ਦੱਸੋ। ਸਰ ਮਤਲਬ ਜਿਵੇਂ ਨਾ ਇਹਨਾਂ ਦੇ
ਘਰ 'ਚ ਹੁਣ ਕਹਿਣਾ ਤਾਂ ਨਹੀਂ ਚਾਹੀਦਾ, ਪਰ ਜਿਹੜੀਆਂ ਗੱਲਾਂ ਉਹ ਮੇਰੇ ਨਾਲ ਸ਼ੇਅਰ ਕਰਦੇ ਸੀ ਉਹ ਸਿਰਫ ਮੈਨੂੰ ਪਤਾ ਹੁਣ। ਨਹੀਂ ਮੈਨੂੰ ਤਾਂ ਦੱਸਣਾ ਬੇਟਾ, ਤੂੰ ਬੜੀ ਲੱਕੀ ਆ। ਬਸ ਉਹ ਆਫੇਅਰ ਕੱਲ੍ਹ ਵੀ ਇਸੇ ਗੱਲ ਬਾਰੇ ਆ ਰਹੀਆਂ ਜਿਹੜੀ ਹੁਣ ਦੱਸਣ ਲੱਗੇ। ਇੱਕ ਸੈਕਿੰਡ, ਬਹੁਤ ਵੱਡੀ ਸਟੋਰੀ ਬੇਟਾ। ਮੈਂ ਨਹੀਂ ਚਾਹੁੰਦਾ ਤੇਰਾ ਫਿਊਚਰ ਖਰਾਬ ਹੋਵੇ। ਮੈਂ 40 ਸਾਲ ਤੋਂ ਬ੍ਰਾਡਕਾਸਟਿੰਗ ਦੇ ਵਿੱਚ ਹਾਂ, ਮੈਂ ਇੱਕ ਜਰਨਲਿਸਟ ਨੂੰ ਕੈਨੇਡੀਅਨ। ਆਈ ਮੇਕ ਸ਼ੋਰ ਕਿ ਪੁਲਿਸ ਨੂੰ ਦਿੱਤੀ ਹੋਈ ਰਿਪੋਰਟ ਜਿਹੜੀ ਆ ਠੀਕ ਹੋਣੀ ਚਾਹੀਦੀ ਹੈ। ਪਰ ਆੜਾ ਜਸਪ੍ਰੀਤ ਆ, ਮੈਨੂੰ ਡਾਊਟ ਲੱਗਦੀ ਇਸ ਲੜਕੇ ਤੇ ਕੁਛ ਨਾ ਕੁਛ। ਸੋ ਇਹ ਡਾਊਟ ਦੇ ਵਿੱਚ ਇਹ ਬਹੁਤ ਕੁਝ ਬਾਹਰ ਨਿਕਲਣਾ। ਜਸਪ੍ਰੀਤ ਟੈਲ ਮੀ ਟਰੂ। ਸਿਮਰਪ੍ਰੀਤ, ਕੀ ਤੇਰਾ ਹਸਬੰਡ ਕੀ ਕਹਿੰਦਾ ਸੀਗਾ, ਕਿਉਂ ਦੁਖੀ ਸੀਗਾ ਘਰ ਦੇ ਵਿੱਚੋਂ? ਕਿਉਂਕਿ ਤੇਰੀ ਸੱਸ ਨਹੀਂ ਸੀ, ਸਹੁਰਾ ਸੀ, ਤੇਰੀ ਨਨਾਣ ਸੀ ਕੱਲੀ ਵਿਆਹੀ ਅਣਵਿਆਹੀ, ਔਰ ਕੀ ਕਾਰਨ ਸੀ, ਕਿਹੜੇ ਗੱਲੋਂ ਦੁਖੀ ਸੀ? ਟੈਲ ਮੀ ਟਰੂ ਬੇਟਾ। ਸਰ ਉਹਨਾਂ ਨੂੰ ਮਤਲਬ ਕਿ ਕੋਈ ਢੰਗ ਨਾਲ ਰੋਟੀ ਤੱਕ ਨਹੀਂ ਸੀ ਮਿਲਦੀ ਉੱਥੇ। ਜੇ ਮਤਲਬ ਮੈਨੂੰ ਵੀ ਉਹ ਮੇਰੇ ਨਾਲ ਗੱਲ ਕਰਦੇ ਸੀ ਤਾਂ ਸਿਰਫ ਇਹ ਕਹਿੰਦੇ ਸੀ ਵੀ ਹੁਣ ਮੈਂ ਆਪਦਾ ਕੁਰਕਰੇ ਖਾ ਰਿਹਾ ਜਾਂ ਲੇਜ਼ ਲੈ ਕੇ ਆਇਆ, ਕਦੇ ਪਕੌੜੀਆਂ ਲੈ ਕੇ ਆਉਣੀਆਂ, ਆਪੇ ਚਾਹ ਬਣਾਉਂਦੇ ਸੀ, ਉਹ ਆਪਦੇ ਆਪ ਕੱਪੜੇ ਧੋਂਦੇ ਸੀ, ਉੱਥੇ ਆਪਦਾ ਕੰਮ ਵੀ ਸਾਰਾ ਉਹ ਆਪ ਕਰਦੇ ਸੀ। ਉਹ ਇੰਨੇ ਜ਼ਿਆਦਾ ਦੁਖੀ ਆਈ ਅੰਡਰਸਟੈਂਡ, ਦੁਖੀ ਸੀ, ਪਰ ਕਿਹੜੀ ਗੱਲ ਤੋਂ? ਉਹਦੀ ਭੈਣ ਸੀ ਘਰ 'ਚ ਬੈਠੀ, ਰੋਟੀ ਨਹੀਂ ਬਣਾ ਕੇ ਦਿੰਦੀ ਭਰਾ ਨੂੰ? ਪਰ ਉਹ ਕਰਦੀ ਹੀ ਨਹੀਂ ਸੀ। ਉਹਦੀ ਮੇਨ ਗੱਲ ਇਹ ਸੀ ਵੀ ਉਹਨੇ ਰੋਟੀ ਬਣਾ ਕੇ ਦੇਖੀ, ਟਾਈਮ ਤਾਂ ਦੇਖਦੀ ਨਹੀਂ ਸੀ। ਉਹਨਾਂ ਨੇ ਸਾਰੀ ਦਿਹਾੜੀ ਐਵੇਂ ਭੁੱਖੇ ਰਹਿਣਾ, ਰਾਤ ਨੂੰ ਜਾ ਕੇ ਕਿਤੇ ਰੋਟੀ ਮਿਲਦੀ ਸੀ। ਨਹੀਂ, ਤੁਹਾਡੀ ਜਿਹੜੀ ਇਹ ਨਨਾਣ ਹੈ ਉਹ ਕੀ ਕਰਦੀ ਸੀ ਘਰ 'ਚ ਫਿਰ ਸਾਰਾ ਦਿਨ? ਫਿਰ ਪਰ ਉਹਦਾ ਮੈਨੂੰ ਨਹੀਂ ਪਤਾ। ਤੇ ਇਹਨਾਂ ਨੇ ਇੱਕ ਚਾਚੇ ਦੀ ਕੁੜੀ ਰੱਖੀ ਹੋਈ ਆ, ਉਹਨੇ ਵੀ ਮਤਲਬ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਕੀਤਾ ਹੋਇਆ ਸੀ। ਤੇ ਉਹ ਮਤਲਬ ਜਦ ਮੈਂ ਉੱਥੇ ਹੀ ਸੀ ਉਦੋਂ ਮਤਲਬ ਇਹ ਵੀ ਕਹਿ ਰਹੀ ਸੀ, ਕਹਿੰਦੀ ਮੈਂ ਇਹਨਾਂ ਨਾਲ ਦੋਨਾਂ ਨਾਲ ਕੋਈ ਲਿੰਕ ਨਹੀਂ ਰੱਖਣਾ। ਉਹ ਤੋਂ ਬਾਵਜੂਦ ਵੀ ਉਹ ਉੱਥੇ ਹੀ ਸੀ। ਕਿਹਦੇ ਨਾਲ ਲਿੰਕ ਨਹੀਂ ਰੱਖਣਾ ਉਹ ਕਹਿੰਦੀ ਸੀ? ਕਿਹਦੇ ਨਾਲ ਨਹੀਂ ਲਿੰਕ ਰੱਖਣਾ? ਜਿਹੜੀ ਇਹਨਾਂ ਦੀ ਚਾਚੇ ਦੀ ਕੁੜੀ ਹੈ ਨਾ, ਉਹਨੇ ਇਹ ਕਿਹਾ ਸੀ, ਕਹਿੰਦੀ ਮੈਂ ਗਗਨ ਤੇ ਸਿਮਰਨ ਨਾਲ ਕੋਈ ਲਿੰਕ ਨਹੀਂ ਰੱਖਣਾ ਹੈਗਾ, ਸਾਡੇ ਦੋਨਾਂ ਨਾਲ। ਕਾਹ ਤੋਂ? ਰੀਜ਼ਨ ਕੀ ਹੈ ਪਿੱਛੇ, ਕਾਰਨ ਕੀ ਸੀਗਾ? ਇਹਨਾਂ ਦੇ ਮਤਲਬ ਜਿਵੇਂ ਪਹਿਲਾਂ ਗੱਲਾਂ ਹੁੰਦੀਆਂ ਸੀ ਨਾ, ਉਵੇਂ ਇਹਨਾਂ ਦੀਆਂ ਗੱਲਾਂ ਹੋਈਆਂ ਤੇ ਲੜਾਈ ਹੋਈ ਗਈ। ਮਤਲਬ ਮੇਰਾ ਇਹਦੇ ਵਿੱਚ ਕੋਈ ਇਹਨਾਂ ਦਾ ਕੋਈ ਲਿੰਕ ਨਹੀਂ ਸੀ। ਇਹਨਾਂ ਦਾ ਭੈਣ ਭਾਈਆਂ ਦੀ ਲੜਾਈ ਸੀ, ਇਹਨਾਂ ਨੇ ਵਿੱਚ ਮਤਲਬ ਮੈਨੂੰ ਲੈ ਕੇ ਆਏ ਵੀ ਹਾਂ ਇਹਦੇ ਕਰਕੇ। ਸਿਮਰਜੀਤ, ਮੇਰਾ ਸਵਾਲ ਇਹ ਪੈਦਾ, ਜਿਹੜੀ ਚਾਚੇ ਦੀ ਲੜਕੀ ਆ, ਜਿਹੜੀ ਚਾਚੇ ਦੀ ਲੜਕੀ ਆ, ਉਹਦਾ ਫਾਦਰ ਤੇ ਉਹਦੀ ਮਦਰ ਉਹ ਕਿੱਥੇ ਰਹਿੰਦੇ ਆ? ਪਰ ਉਹ ਮਤਲਬ ਉਹ ਆਪਦੇ ਘਰੇ ਹੁੰਦੇ ਨੇ ਤੇ ਇਹ ਇੱਧਰ ਰਹਿੰਦੀ ਆ ਸਾਰਾ ਟਾਈਮ। ਉਹ ਕੁੜੀ ਉਹਦੀ ਕਿੰਨੀ ਉਮਰ ਹੈ? ਉਹਦੀ ਸ਼ਾਇਦ 24-25 ਹੋਣੀ ਹੈ। ਜੱਸੇ ਦੀ ਉਮਰ ਕਿੰਨੀ ਹੈ ਜੀ? ਹੈਲੋ, ਜੱਸੇ ਦੀ ਉਮਰ ਕਿੰਨੀ ਹੈ? ਜੱਸੂ ਕੀ ਹੈ ਨਾਮ? ਜੱਸੇ ਦੀ ਉਮਰ ਕਿੰਨੀ ਹੈ? ਪਰ ਉਹਨਾਂ ਦਾ ਨਹੀਂ ਮੈਨੂੰ ਪਤਾ। ਅਸੀਂ ਉਹ ਤੁਹਾਡੇ ਘਰ ਆਉਣੇ ਦਿੰਦਾ ਆ? ਪਰ ਮਤਲਬ ਕਦੇ ਹੋਇਆ ਵੀ ਜੇ ਕੋਈ ਕੰਮ ਹੋਵੇ ਤਾਂ? ਨਹੀਂ, ਮੈਨੂੰ ਇਹ ਦੱਸੋ, ਟੈਲ ਮੀ ਟਰੂ, ਕਿ ਕਿਹੜੀ ਐਸੀ ਗੱਲ ਜਿਹੜੀ ਤੁਸੀਂ ਛੁਪਾ ਰਹੇ ਹੋ, ਜਿਹੜੀ ਕਿ ਤੁਹਾਡੇ ਹਸਬੰਡ ਨੇ ਤੁਹਾਨੂੰ ਦੱਸੀ ਹੋਈ ਆ, ਉਹ ਤੁਸੀਂ ਦੱਸਣਾ ਨਹੀਂ ਚਾਹੁੰਦੇ, ਲੁਕੋ ਰਹੇ ਹੋ? ਇੱਕ ਦਿਨ ਬਾਹਰ ਆਉਣੀ ਆ, ਬੈਟਰ ਇਹੀ ਆ ਕਿ ਸਾਨੂੰ ਦੱਸ ਦੋ ਤਾਂ ਤੁਹਾਡੀ ਜ਼ਿੰਦਗੀ ਸਫਲ ਹੋ ਸਕਦੀ ਹੈ। ਜੋ ਵਾਪਰਨਾ ਸੀ ਵਾਪਰ ਚੁੱਕਾ ਹੈ। ਸੌਰੀ ਬਾਸੀ ਸਰ, ਇੱਕ ਮਿੰਟ ਗੱਲ ਸੁਣਿਓ ਜੀ। ਕਿਉਂਕਿ ਹੈਰਾਨੀ ਇਸ ਚੀਜ਼ ਦੀ ਹੈ ਕਿ ਜਦੋਂ ਮਰਡਰ ਹੁੰਦਾ ਆ ਔਰ ਤੁਸੀਂ ਬੋਡੀ ਨੂੰ ਲੈ ਕੇ ਜਾਂਦੇ ਹੋ, ਪੁਲਿਸ ਨੂੰ ਰਿਪੋਰਟ ਨਹੀਂ ਕਰਦੇ, 1.5 ਘੰਟਾ ਪੁਲਿਸ ਤੱਕ ਇਨਫੋਰਮੇਸ਼ਨ ਨਹੀਂ ਹੈ ਕਿ ਡੈਥ ਹੋ ਚੁੱਕੀ ਹੈ ਕੀਤਾ ਗਿਆ ਹੈ। ਔਰ ਜਿਹੜੇ ਡਾਕਟਰ ਆ ਉਹ ਵੀ ਅੱਛਾ, ਪੁਲਿਸ ਨੂੰ ਫੋਨ ਕਿਹਨੇ ਕੀਤਾ ਹੈ? ਡਾਕਟਰ ਨੇ ਕੀਤਾ, ਨਰਸ ਨੇ ਕੀਤਾ, ਜਾਂ ਜੱਸੇ ਤੂੰ ਕੀਤਾ, ਜਾਂ ਕਿਹਨੇ ਕਾਲ ਕੀਤਾ ਪੁਲਿਸ ਨੂੰ? ਪੁਲਿਸ ਨੂੰ ਸਰ ਕਾਲ ਫਾਦਰ ਸਾਹਿਬ ਨੇ, ਸ਼ਾਇਦ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੇ ਕੀਤਾ ਜਦੋਂ ਆ ਗਏ ਸੀਗੇ ਜੀ। ਸ਼ਾਇਦ ਜਦੋਂ ਮਤਲਬ ਘਰ ਆਏ ਉਦੋਂ ਕੀਤਾ? ਹਾਂਜੀ। ਤੇ ਤੁਸੀਂ ਮੈਨੂੰ ਕਹਿੰਦੇ ਆ ਕਿ ਅਸੀਂ ਕੀਤਾ ਨਹੀਂਗਾ, ਅਸੀਂ ਤਾਂ ਚਲੇ ਗਏ ਸੀ ਉੱਥੇ ਹਸਪੀਟਲ ਲੈ ਕੇ। ਸਹੁਰਾ ਸਾਹਿਬ ਕਦੋਂ ਆਉਂਦੇ ਆ? ਕਿੰਨੇ ਘੰਟੇ ਚ ਆਉਂਦੇ ਆ? ਸਹੁਰਾ ਸਾਹਿਬ ਸਰ 2-2.5 ਘੰਟੇ ਬਾਅਦ ਸ਼ਾਇਦ ਆ ਗਏ ਸੀਗੇ ਜੀ। 2-2.5 ਘੰਟੇ ਬਾਅਦ? ਤੁਸੀਂ ਕਹਿੰਦੇ 1.5 ਘੰਟੇ ਬਾਅਦ ਪੁਲਿਸ ਆਏ। ਪੁਲਿਸ ਜਿਹੜੀ ਆ ਉਹ ਕਿੰਨੇ ਚਿਰ ਵਿੱਚ ਆਉਂਦੀ ਆ ਹਸਪੀਟਲ ਚ? ਹਸਪੀਟਲ ਚ ਨਹੀਂ ਸਾਰਾ ਜੀ, ਪੁਲਿਸ ਘਰੇ ਬੁਲਾਈ ਸੀਗੀ ਸਰ, ਜਦੋਂ ਅਸੀਂ ਡੈਡ ਬੋਡੀ ਤਾਂ ਘਰੇ ਲਾਇਆ ਸੀਗੇ, ਜਦੋਂ ਉਹਨਾਂ ਨੇ ਮ੍ਰਿਤਕ ਕਰਾਰ ਕਰਦਾ ਸੀਗਾ ਇਹਨਾਂ ਨੇ ਸਰ। ਨਹੀਂ, ਹੋਲਡ on ਬਸ, ਇੱਕ ਸਮਥਿੰਗ ਫਿਸ਼, ਇੱਕ ਹੋਲਡ, ਲੈਟ ਮੀ ਹੈਂਡਲ ਸਰ, ਪਲੀਜ਼ ਲੈਟ ਮੀ ਹੈਂਡਲ, ਕੋਈ ਸਸਪੀਸ਼ੀਅਸ ਮੈਟਰ ਇਹ ਆ, ਜਦੋਂ ਤੁਸੀਂ ਮ੍ਰਿਤਕ ਦੇਹ ਨੂੰ ਲੈ ਜਾਂਦੇ ਹੋ ਹਸਪੀਟਲ ਦੇ ਵਿੱਚ ਤਾਂ ਡਾਕਟਰ ਦੀ ਜ਼ਿੰਮੇਵਾਰੀ ਬਣਦੀ ਆ ਪੁਲਿਸ ਨੂੰ ਇਨਫੋਰਮ ਕਰਨਾ, ਤੇ ਪੁਲਿਸ ਨੂੰ ਇਨਫੋਰਮ ਉਦੋਂ ਕਦੇ ਕਿਉਂ ਨਹੀਂ ਕੀਤਾ? ਸਰ ਸਾਨੂੰ ਇਹਨਾਂ ਦਾ ਸੋਚਦਾ ਹੀ ਨਹੀਂ ਸੀ। ਓਕੇ ਫਾਈਨ। ਉਸ ਤੋਂ ਬਾਅਦ ਇੱਕ ਮਿੰਟ ਜੀ, ਉਸ ਤੋਂ ਬਾਅਦ ਪੋਸਟਮਾਰਟਮ ਇੱਕਦਮ ਡਾਕਟਰ ਕਿਵੇਂ ਕਰ ਦਊਗਾ? ਨਹੀਂ ਸਰ, ਉਹ ਪੋਸਟਮਾਰਟਮ ਸਰ ਜਦੋਂ ਸਵੇਰੇ ਅੱਜ ਹੋਇਆ ਪੋਸਟਮਾਰਟਮ ਸਰ, ਬੋਡੀ ਰਾਤ ਨੂੰ ਲੈ ਗਏ ਸੀਗੇ ਜੀ ਹਸਪੀਟਲ ਜਿਸ ਸਮਰਾਲੇ ਸਿਵਲ ਹਸਪਤਾਲ। ਤੁਸੀਂ ਬੋਡੀ ਚਲ ਗਈ ਆ, ਜਦੋਂ ਬੋਡੀ ਹਸਪੀਟਲ ਚਲ ਜਾਂਦੀ ਆ ਪੁਲਿਸ ਕਿੱਥੇ ਆਉਂਦੀ ਆ? ਘਰ ਆਉਂਦੀ ਆ ਜਾਂ ਪੁਲਿਸ ਜਿਹੜੀ ਸਰ ਪੁਲਿਸ ਨਾਲੇ ਲੈ ਕੇ ਗਈ ਸੀਗੀ ਬੋਡੀ ਜੀ। ਮੈਂ ਤੁਹਾਨੂੰ ਪੁੱਛ ਰਿਹਾ ਕਿ ਮੈਂ ਤੁਹਾਨੂੰ ਪਹਿਲਾਂ ਪੁੱਛਿਆ ਕਿ ਪੁਲਿਸ ਕਦੋਂ ਆਈ ਆ, ਤੁਸੀਂ ਕਹਿੰਦੇ ਸੀ ਬੋਡੀ ਲੈ ਕੇ ਚਲੇ ਗਏ ਆ। ਸਰ ਉਹੀ
ਉਹ 1.5-2 ਘੰਟੇ ਬਾਅਦ ਆਈ ਹੈ ਨਾ ਸਰ ਪੁਲਿਸ। ਜਦ 1 ਘੰਟਾ ਕਿ ਇੱਥੇ ਰਹੀ ਹੈ ਪੁਲਿਸ ਜੀ, ਉਹਨਾਂ ਨੇ ਦੇਖਿਆ ਵੀ ਕਿੱਥੇ ਕੀ ਹੋਇਆ। ਨਹੀਂ, ਜਦੋਂ ਤੁਸੀਂ ਬੋਡੀ ਲੈ ਕੇ ਜਾਂਦੇ ਆ ਉਸ ਵੇਲੇ ਬੋਡੀ ਘਰ ਵਿੱਚ ਸੀ ਕਿ ਜਦੋਂ ਪੁਲਿਸ ਆਈ ਹੈ? ਜੀ ਸਰ, ਉਹ ਨਾਲੇ ਲੈ ਕੇ ਗਏ ਨੇ। ਪੁਲਿਸ ਕਹਿ ਰਹੀ ਸੀ ਕਿ ਤੁਸੀਂ ਪੋਸਟਮਾਰਟਮ ਕਰਾਓ, ਇਹਨੂੰ ਲੈ ਜਾਓ ਬੋਡੀ ਨੂੰ ਹਸਪਤਾਲ ਚ। ਬੋਡੀ ਜਿਹੜੀ ਆ ਉਹ ਪੱਖੇ ਦੇ ਨਾਲੋਂ ਕਿਵੇਂ ਤਾਰੀ ਆ? ਪੁਲਿਸ ਦੀ ਮੌਜੂਦਗੀ ਵਿੱਚ ਤਾਰੀ ਆ? ਨਹੀਂ ਸਰ, ਇਹ ਕਿਵੇਂ ਹੋ ਸਕਦਾ ਕਿ ਆਈ ਡੋਨਟ ਨੋ। ਸਿੰਮੀ ਜੱਸਾ ਤੁਹਾਡੇ ਘਰ ਆਉਂਦਾ ਸੀ? ਹੈਲੋ ਕਦੇ ਆਪਣੇ ਮੈਨੂੰ ਦੱਸੋ ਸਿਮਰਨ ਨੇ ਤੇਰੇ ਕੋਲ ਕੋਈ ਸਾਂਝੀ ਗੱਲ ਕੀਤੀ ਆ? ਸਿਮਰਨ, ਕਦੇ ਤੁਹਾਡੇ ਹਸਬੰਡ ਨੇ ਕੋਈ ਆਪਣੀ ਭੈਣ ਪ੍ਰਤੀ ਕੋਈ ਨਾਰਾਜ਼ਗੀ ਤੁਹਾਡੇ ਨਾਲ ਕਦੇ ਸਾਂਝੀ ਕੀਤੀ? ਬੇਟਾ ਪਤਾ ਕੀ ਹੈ, ਤੂੰ ਨਿੱਕੀ ਉਮਰ ਦੀ ਆ, ਸਾਡੇ ਨਾਲ ਤਾਂ ਬਹੁਤ ਨਿੱਕੀ, 5-7 ਸਾਲ ਦਾ ਆਪਣਾ ਫਰਕ ਹੈ ਤੂੰ। ਕਿਉਂਕਿ ਪਤਾ ਕੀ ਅੱਜ ਦੀ ਸਟੋਰੀ ਦੇ ਵਿੱਚ ਮੈਂ ਬੜਾ ਓਪਨਲੀ ਭੈਣ ਤੁਹਾਨੂੰ ਦੱਸ ਦਿੰਦਾ ਕਿ ਸਭ ਨੂੰ ਇਹ ਲੱਗ ਰਿਹਾ ਕਿ ਕਿਤੇ ਨਾ ਕਿਤੇ ਤੂੰ ਆਇਲਸ ਕਰਕੇ ਇੱਥੇ ਆਈ ਸੀ, ਤੁਹਾਡਾ ਤਕਰਾਰ ਸੀ, ਤੇਰੇ ਪ੍ਰੈਸ਼ਰ ਅਧੀਨ ਆ ਕੇ ਤੇਰੇ ਪਤੀ ਨੇ ਸੁਸਾਈਡ ਕਰ ਲਿਆ। ਸੋ ਅੱਜ ਜੋ ਵੀ ਜੇ ਤੂੰ ਕੋਈ ਵੀ ਗੱਲ ਲੁਕੋਵੇਂਗੀ ਤਾਂ ਹੋ ਸਕਦਾ ਕਿ ਤੂੰ ਕਸੂਰਵਾਰ ਬਣ ਜਾਵੇਂ ਬਿਨਾਂ ਗੱਲੋਂ, ਹਨਾ। ਹੋ ਸਕਦਾ ਕਿ ਤੂੰ ਬੇਕਸੂਰ ਹੋਵੇਂ। ਕਦੇ ਤੇਰੇ ਪਤੀ ਨੇ ਤੇਰੇ ਨਾਲ ਜੋ ਵੀ ਦਿਲ ਦੀਆਂ ਗੱਲਾਂ ਖੋਲੀਆਂ ਆਪਦੇ ਘਰ ਦੇ ਕਿਸੇ ਵੀ ਸ਼ਖਸ ਪ੍ਰਤੀ ਕੋਈ ਨਾਰਾਜ਼ਗੀ ਸੀ ਉਹਨੂੰ? ਕੋਈ ਸ਼ਿਕਵਾ ਸੀ ਉਹਨੂੰ? ਕੋਈ ਡਰ ਸੀ ਔਰ ਉਹਨੂੰ ਕੋਈ ਭਿੜਕ ਪਈ ਹੋਈ ਸੀਗੀ? ਸਰ ਉਹ ਸਿਰਫ ਇੱਕੋ ਹੀ ਗੱਲ ਕਹਿੰਦੇ ਸੀ ਵੀ ਮੰਮੀ ਤੋਂ ਜਾਣ ਬਾਅਦ ਇੱਥੇ ਮੈਨੂੰ ਕੋਈ ਨਹੀਂ ਪੁੱਛਦਾ। ਨਹੀਂ, ਉਹ ਤਾਂ ਗੱਲ ਠੀਕ ਹੈ, ਪਰ ਉਹਨੇ ਕੋਈ ਐਸੀ ਗੱਲ ਤਾਂ ਨਹੀਂ ਕੀਤੀ ਕਿ ਭੈਣ ਭਰਾ ਦਾ ਰਿਸ਼ਤਾ ਬੜਾ ਪਵਿੱਤਰ ਹੈ ਕਿ ਵਾਰੀ ਭਰਾ ਜਿਹੜਾ ਆ ਆਪਣੀ ਘਰਵਾਲੀ ਕੋਲ ਗੱਲ ਕਰ ਲੈਂਦਾ, ਪੇ ਨਾਲ ਗੱਲ ਨਹੀਂ ਕਰਦਾ ਕਿਸੇ ਪਰਿਵਾਰ ਦੇ ਮੈਂਬਰ ਦੀ। ਤੇਰੇ ਹਸਬੈਂਡ ਨੇ ਤੇਰੇ ਨਾਲ ਗੱਲ ਕੀਤੀ ਹੈ ਤੇਰੇ ਨਨਾਣ ਬਾਰੇ, ਕੋਈ ਉਹਦੇ ਸੁਭਾਅ ਬਾਰੇ? ਸਰ ਮਤਲਬ ਲਾਸਟ ਵਾਰ ਹੋਈ ਆ, ਉਦੋਂ ਨਹੀਂ ਹੋਈ, ਮਤਲਬ ਉਦੋਂ ਪਹਿਲਾਂ ਬਹੁਤ ਵਾਰੀ ਹੋਈ ਆ। ਉਹ ਐਂ ਕਹਿੰਦੇ ਸੀ ਵੀ ਮੰਮੀ ਤੋਂ ਬਾਅਦ ਇੱਥੇ ਮੈਨੂੰ ਕੋਈ ਨਹੀਂ ਪੁੱਛਦਾ, ਨਾ ਮੇਰਾ ਇੱਥੇ ਘਰ 'ਚ ਜੀ ਲੱਗਦਾ, ਕੋਈ ਮੈਨੂੰ ਰੋਟੀ ਨਹੀਂ ਪੁੱਛਦਾ, ਕੋਈ ਟਾਈਮ ਨਾਲ ਕੁਝ ਹੋਰ ਨਹੀਂ, ਵੀ ਮੇਰਾ ਇੱਥੇ ਜਮਾ ਨਹੀਂ ਜੀ ਲੱਗਦਾ ਜੀ। ਤੇ ਬਾਕੀ ਇੱਕ ਗੱਲ ਇਹ ਵੀ ਆ, ਅੱਜ ਇਹ ਗੁੱਡੀ ਕਹਿ ਰਹੀ ਕਿ ਮੈਂ ਜੱਸੇ ਨੂੰ ਜਾਣਦੀ ਨਹੀਂ, ਜਦ ਕਿ ਜੱਸਾ ਇਹ ਵੀ ਕਹਿ ਰਿਹਾ ਕਿ ਮੈਂ ਇਹਨਾਂ ਦੇ ਸਾਹਮਣੇ ਘਰ ਵਾਲਾ ਮੁੰਡਾ, ਓਬਵੀਅਸ ਹੈ ਸਾਹਮਣੇ ਘਰ ਵਾਲਾ ਮੁੰਡਾ ਮਿੱਤਰ ਪਿਆਰਾ ਹੀ ਹੁੰਦਾਗਾ ਆਪਣਾ ਨਾ। ਸੋ ਜੇ ਇਹਦਾ ਗੁੱਡੀ ਦਾ ਘਰ ਵਾਲਾ ਤੇ ਜੱਸਾ ਦੋਸਤ ਸੀ ਤਾਂ ਸੁਭਾਵਿਕ ਹੁੰਦਾ ਕਿ ਆਪਦੀ ਗਰਲਫ੍ਰੈਂਡ ਨਾਲ ਜਾਂ ਆਪਦੀ ਪਤਨੀ ਨਾਲ ਬੰਦਾ ਆਪਦੇ ਦੋਸਤ ਦੀਆਂ ਅਕਸਰ ਹੀ ਗੱਲਾਂ ਕਰਦਾ ਰਹਿੰਦਾ, ਪਰ ਅੱਜ ਇਹ ਦੋਨੇ ਇੱਕ ਦੂਜੇ ਨਾਲ ਬੜੇ ਉਪਰਾ ਜਿਹਾ ਬਿਹੇਵ ਕਰ ਰਹੇ ਨੇ। ਆਓ ਅਸੀਂ ਕੁਝ ਪਬਲਿਕ